ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ ਕਰਦੇ ਹਾਂ ਥੀਏਟਰਸ ਪ੍ਰਾਈਮ ਟਾਈਮ। ਇਹ ਖਬਰਾਂ ਦਾ ਪ੍ਰਾਈਮ ਟਾਈਮ ਨਹੀਂ ਹੈ, ਜਿਸ ਤਰ੍ਹਾਂ ਦੀਆਂ ਖਬਰਾਂ ਸਾਡੇ ਮੁਲਕ 'ਚ ਚੱਲਦੀਆਂ ਨੇ। ਚਿੰਤਨ ਮੰਥਨ ਦਾ ਪ੍ਰਾਈਮ ਟਾਈਮ ਹੈ, ਜਿਹਦੇ ਵਿੱਚ ਅਸੀਂ ਉਹ ਗੱਲਾਂ ਕਰਾਂਗੇ ਜਿਹੜੀਆਂ ਭਵਿੱਖ ਦੇ ਵਿੱਚ ਸਾਡੇ ਕੰਮ ਆ ਸਕਣ। ਮੈਂ ਜਿਸ ਹਸਤੀ ਨਾਲ ਤੁਹਾਡੀ ਅੱਜ ਗੱਲਬਾਤ ਕਰਵਾਉਣ ਜਾ ਰਿਹਾ, ਮੁਲਾਕਾਤ ਕਰਵਾਉਣ ਜਾ ਰਿਹਾ, ਉਹ 1978 ਦੇ ਕਿਸੇ ਦਿਨ ਇੱਕ ਨਾਟਕ ਟੀਮ ਵਿੱਚ ਜਾਂਦੀ ਹੈ। 1978 ਉਹ ਸਾਲ ਸੀ ਜਦੋਂ ਐਮਰਜੈਂਸੀ ਦਾ ਹਨੇਰਾ ਪੂਰੇ ਦੇਸ਼ 'ਚੋਂ ਛੰਡ ਚੁੱਕਾ ਸੀ, ਪਰ ਪੰਜਾਬ ਦੀ ਧਰਤੀ 'ਤੇ ਬਹੁਤ ਲੰਮੀ ਰਾਤ ਪੈਣ ਵਾਲੀ ਸੀ, 15 ਸਾਲ ਲੰਮੀ ਰਾਤ। ਉਸ ਰਾਤ ਦੇ ਦੌਰਾਨ ਉਹ ਨਾਟਕ ਖੇਡਦੇ ਰਹੇ, ਔਰ ਉਹਨਾਂ ਨਾਟਕਾਂ ਦੌਰਾਨ ਜਦੋਂ ਕਿਤੇ ਪੰਜਾਬ ਤੋਂ ਬਾਹਰ ਜਾਂਦੇ ਰਹੇ ਤੇ ਇਹ ਸੁਣਨਾ ਵੀ ਪੈਂਦਾ ਰਿਹਾ ਕਿ ਪੰਜਾਬ ਦਾ ਥੀਏਟਰ ਸ਼ਾਇਦ ਸਾਡੇ ਦੇਸ਼ ਦੇ ਬਾਕੀ ਥੀਏਟਰ ਦੇ ਮੁਕਾਬਲੇ ਕੰਮ ਨਹੀਂ ਕਰ ਰਿਹਾ। ਤੇ ਇਸੇ ਗੱਲ ਨੂੰ ਚੈਲੰਜ ਮੰਨ ਕੇ ਉਹਨਾਂ ਨੇ NSD ਜਾ ਕੇ ਡਿਜ਼ਾਈਨਿੰਗ ਸਿੱਖੀ, ਨਿਰਦੇਸ਼ਨ ਪੰਜਾਬ ਦੇ ਵਿੱਚ ਆ ਕੇ ਕੀਤਾ। ਮੇਰੀ ਮੁਰਾਦ ਕੇਵਲ ਧਾਲੀਵਾਲ ਤੋਂ ਹੈ ਤੇ ਮੈਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦਾ। ਭਾਜੀ ਤੁਹਾਡਾ ਸਵਾਗਤ। ਥੈਂਕ ਯੂ ਸ਼ਬਦੀਸ਼, ਤੁਹਾਡਾ ਬਹੁਤ ਸ਼ੁਕਰੀਆ। ਭਾਜੀ ਆਪਾਂ ਗੱਲਾਂ ਕਰਾਂਗੇ ਅੱਜ ਤੁਹਾਡੇ ਨਾਲ। ਫਾਰਮੇਟ ਆਪਣਾ ਕੁਝ ਇਸ ਤਰ੍ਹਾਂ ਦਾ ਕਿ ਅਸੀਂ ਚਾਹੁੰਦੇ ਹਾਂ ਕਿ ਮੁੱਦੇ ਉੱਤੇ ਗੱਲ ਕੇਂਦਰਿਤ ਰਵੇ। ਕਈ ਵਾਰ ਸਵਾਲਾਂ ਜਵਾਬਾਂ ਦੇ ਸਿਲਸਿਲੇ 'ਚ ਕਹਾਣੀ ਇੱਧਰੋਂ ਉੱਧਰ ਚਲੇ ਜਾਂਦੀ, ਪਰ ਅਸੀਂ ਜਿਹੜੀਆਂ ਦੋ ਗੱਲਾਂ ਤੁਹਾਡੇ ਕੋਲੋਂ ਜ਼ਰੂਰ ਸਿੱਖਣੀਆਂ ਚਾਹਾਂਗੇ ਔਰ ਪੰਜਾਬ ਦੇ ਰੰਗ ਕਰਮੀਆਂ ਨੂੰ ਚਾਹਾਂਗੇ ਕਿ ਉਹ ਉਹਨਾਂ ਨੂੰ ਭਵਿੱਖ ਦੇ ਵਿੱਚ ਅਮਲ ਵਿੱਚ ਉਤਾਰ ਸਕਣ, ਉਹ ਗੱਲਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਡਿਜ਼ਾਈਨਿੰਗ ਨੂੰ ਲੈ ਕੇ, ਤੁਹਾਡੀ ਨਿਰਦੇਸ਼ਨ ਨੂੰ ਲੈ ਕੇ, ਔਰ ਇਹਨਾਂ ਦੋਵਾਂ ਚੀਜ਼ਾਂ ਦੇ ਨਾਲ ਜੋੜ ਕੇ ਤੁਸੀਂ ਕੁਝ ਪਲ ਸਾਡੇ ਨਾਲ ਗੱਲਾਂ ਕਰੋਗੇ। ਉਸ ਤੋਂ ਬਾਅਦ ਸਵਾਲ ਆਉਣਗੇ ਦਰਸ਼ਕਾਂ ਦੇ, ਕੁਝ ਸਵਾਲ ਮੇਰੇ ਜ਼ਿਹਨ ਵਿੱਚ ਵੀ ਹੋਣਗੇ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕਰਾਂਗਾ। ਤੇ ਮੈਂ ਚਾਹਾਂਗਾ ਕਿ ਤੁਸੀਂ ਆਪਣੀ ਗੱਲ ਡਿਜ਼ਾਈਨਿੰਗ ਤੋਂ ਸ਼ੁਰੂ ਕਰੋ ਔਰ ਫਿਰ ਅਸੀਂ ਅੱਗੇ ਚੱਲਾਂਗੇ। ਬਸ ਇੱਕ ਗੱਲ, ਤੁਹਾਡੀ ਗੱਲ ਤੋਂ ਪਹਿਲਾਂ ਮੈਂ ਕਹਿਦਾ ਕਿ ਜਿਸ 1978 ਵਾਲੀ ਟੀਮ 'ਚ ਕੇਵਲ ਜੀ ਨੇ ਐਂਟਰੀ ਮਾਰੀ ਸੀ ਕਰਾਊਡ ਦੀ ਸ਼ਕਲ ਦੇ ਵਿੱਚ, ਭੀੜ ਦੇ ਵਿੱਚ ਇੱਕ ਬੱਚਾ, ਉਹ ਅੱਗੇ ਜਾ ਕੇ ਜਦੋਂ ਅਸੀਂ ਉਹਨਾਂ ਨੂੰ ਦੇਖਣਾ ਸ਼ੁਰੂ ਕੀਤਾ ਤਾਂ ਉਦੋਂ ਭੀੜ ਦੇ ਵਿੱਚ ਇੱਕ ਕਲਾਕਾਰ ਨਹੀਂ ਸੀ, ਕਰਾਊਡ ਦੇ ਵਿੱਚ ਕਲਾਕਾਰ ਨਹੀਂ ਸੀ। ਉਦੋਂ ਉਹ ਮੰਚ ਉੱਤੇ ਨਾਟਕ ਖੇਡ ਰਹੇ ਸੀ ਔਰ ਟੀਮ ਸੀ ਗੁਰਸ਼ਰਨ ਸਿੰਘ ਹੋਰਾਂ ਦੀ। ਪਹਿਲਾ ਨਾਟਕ ਸੀ ਉਹਨਾਂ ਦਾ ਧਮਕ ਨਗਾਰੇ ਦੀ, ਤੇ ਜਿਨ੍ਹਾਂ ਨਾਟਕਾਂ 'ਚ ਅਸੀਂ ਉਹਨਾਂ ਨੂੰ ਦੇਖਦੇ ਰਹੇ ਉਹ ਉਹੀ ਨਾਟਕ ਸੀ ਜਿਹੜੇ ਰਾਤ ਦੇ ਹਨੇਰੇ ਦੇ ਖਿਲਾਫ ਲੜਨ ਵਾਲੇ ਨਾਟਕ ਸਨ। ਤੇ ਉਸ ਹਨੇਰੇ ਦੇ ਖਿਲਾਫ ਅੱਜ ਵੀ ਅਸੀਂ ਲੜ ਰਹੇ ਹਾਂ ਕਿਸੇ ਵੱਖਰੇ ਰੂਪ ਦੇ ਵਿੱਚ, ਤੇ ਅਸੀਂ ਆਪਣੀਆਂ ਗੱਲਾਂ ਇਸੇ ਪ੍ਰਸੰਗ ਦੇ ਵਿੱਚ ਸ਼ੁਰੂ ਕਰਾਂਗੇ, ਖਾਸ ਕਰਕੇ ਡਿਜ਼ਾਈਨਿੰਗ ਤੇ ਨਿਰਦੇਸ਼ਨ ਦੇ ਹਵਾਲੇ ਨਾਲ। ਹਾਂਜੀ ਜੀ, ਬਹੁਤ ਸ਼ੁਕਰੀਆ ਸ਼ਬਦੀਸ਼, ਬਹੁਤ ਸ਼ੁਕਰੀਆ ਅਨੀਤਾ ਤੁਹਾਡਾ, ਸੁਚੇਤਕ ਰੰਗਮੰਚ ਦਾ। ਤੁਸੀਂ ਯਾਨੀ ਇਸ ਤਰ੍ਹਾਂ ਦੀਆਂ ਗੱਲਾਂ, ਇਸ ਤਰ੍ਹਾਂ ਦੇ ਟੌਪਿਕ ਦੇ ਉੱਤੇ ਜਿਹੜਾ ਕਿ ਤੁਸੀਂ ਸੰਵਾਦ ਛੇੜਿਆ ਵਾ, ਤੇ ਮੈਨੂੰ ਲੱਗਦਾ ਕਿ ਸ਼ਾਇਦ ਅਸੀਂ ਕੁਝ ਸਾਰਥਕ ਗੱਲਾਂ ਕਰ ਸਕੀਏ ਆਪਣੇ ਕੰਮ ਦੇ ਲਿਹਾਜ਼ ਨਾਲ। ਐਕਚੁਅਲੀ ਮੈਂ ਜਦੋਂ ਜਿਹੜੀ ਗੱਲ ਸ਼ਬਦੀਸ਼ ਹੋਰਾਂ ਨੇ ਕਹੀ ਕਿ ਹਾਂ, ਮੈਨੂੰ ਇਹ ਗੱਲ ਬਹੁਤ ਮਿਹਣਾ ਲੱਗਦਾ ਹੁੰਦਾ ਸੀਗਾ ਕਿ ਜਦੋਂ ਮੈਨੂੰ ਕਿਧਰੇ ਵੀ ਪੰਜਾਬ ਤੋਂ ਬਾਹਰ ਸੁਣਨ ਨੂੰ ਮਿਲਦਾ ਸੀ ਕਿ ਪੰਜਾਬੀ ਰੰਗਮੰਚ ਦੂਜੀਆਂ ਸਟੇਟਾਂ ਦੇ ਹਾਣਦਾ ਨਹੀਂ। ਬਾਹਰ ਤੱਕ ਹੀ ਸਾਡੇ ਆਪਣੇ ਵੀ ਬਥੇਰੇ ਕਹਿੰਦੇ ਸੀ ਯੂਨੀਵਰਸਿਟੀਆਂ ਵਾਲੇ ਕਿ ਸਾਡਾ ਪੰਜਾਬੀ ਰੰਗਮੰਚ ਜਿਹੜਾ ਦੂਜੀਆਂ ਸਟੇਟਾਂ ਦੇ ਹਾਣਦਾ ਨਹੀਂ, ਜਦੋਂ ਕਿ ਉਹਨਾਂ ਦੂਜੀਆਂ ਸਟੇਟਾਂ ਦਾ ਬਹੁਤਾ ਰੰਗਮੰਚ ਵੇਖਿਆ ਵੀ ਨਹੀਂ ਸੀ ਹੁੰਦਾ, ਫਿਰ ਵੀ ਉਹ ਕਹਿ ਦਿੰਦੇ ਸੀ। ਫਿਰ ਮੈਨੂੰ ਲੱਗਾ ਕਿ ਹਾਂ ਚਲੋ ਮੈਂ ਇਸ ਵਿਹੜੇ ਨੂੰ ਦੂਰ ਕਰਦਾ, ਤੇ ਮੈਂ ਨੈਸ਼ਨਲ ਸਕੂਲ ਆਫ ਡਰਾਮਾ ਜਦੋਂ ਐਡਮਿਸ਼ਨ ਲਈ ਤੇ ਉਦੋਂ ਮੇਰੇ ਸਾਹਮਣੇ ਵੀ ਉਹਨਾਂ ਨੇ ਇੱਕ ਸਵਾਲ ਕੀਤਾ ਸੀ। BM ਸ਼ਾਹ, ਰਤਨ ਥਿਆਮ ਮੇਰੀ ਇੰਟਰਵਿਊ ਲੈਣ ਵਾਲਿਆਂ ਚੋਂ ਸੀ, ਤੇ ਰਤਨ ਥਿਆਮ ਮੈਨੂੰ ਕਹਿੰਦੇ ਕਿ ਤੁਸੀਂ ਬਹੁਤ ਲੋਕ ਬੰਬੇ ਚਲੇ ਜਾਂਦੇ ਆ, ਤੁਸੀਂ ਵੀ ਬੰਬੇ ਜਾਓਗੇ? ਮੈਂ ਕਿਹਾ ਨਹੀਂ ਜੀ, ਮੈਂ ਵਾਪਸ ਜਾਵਾਂਗਾ, ਪੰਜਾਬ ਤੇ ਕੰਮ ਕਰਾਂਗਾ। ਸ਼ਾਹ ਜੀ ਕਹਿੰਦੇ ਕਿ ਸਭ ਲੋਕ ਇਸ ਤਰ੍ਹਾਂ ਕਹਿੰਦੇ, ਕੋਈ ਨਹੀਂ ਜਾਂਦਾ। ਮੈਂ ਕਿਹਾ ਸਰ, ਜਦੋਂ ਮੈਂ ਵਾਪਸ ਜਾਵਾਂਗਾ ਮੈਂ ਤੁਹਾਨੂੰ ਉੱਥੇ ਜ਼ਰੂਰ ਬੁਲਾਵਾਂਗਾ। ਮੈਂ ਵਾਪਸ ਆਇਆ, ਫਿਰ ਮੈਂ ਹਰ ਸਾਲ ਇਹ ਤਹਈਆ ਕੀਤਾ ਕਿ ਮੈਂ ਆਪਣੇ ਕਿਸੇ ਨਾ ਕਿਸੇ ਟੀਚਰ ਨੂੰ NSD ਤੋਂ ਬੁਲਾਵਾਂ ਤੇ ਮੈਂ ਉਹਨਾਂ ਨੂੰ ਦੱਸਾਂ ਕਿ ਮੈਂ ਇੱਥੇ ਕਿੱਦਾਂ ਕੰਮ ਕਰਦਾ ਰਿਹਾ। ਔਰ ਉਹ ਲੋਕ ਆਉਂਦੇ ਰਹੇ ਔਰ ਉਹ ਖੁਸ਼ ਵੀ ਹੋਏ ਮੇਰਾ ਕੰਮ ਦੇਖ ਕੇ, ਔਰ ਮੈਂ ਵਾਪਸ ਆ ਕੇ ਉਹ ਸਾਰੇ ਕੰਮ ਕੀਤੇ। ਔਰ ਸ਼ਬਦੀਸ਼, ਜਿਹੜੀ ਗੱਲ ਤੁਸੀਂ ਜਾਣਨੀ ਚਾਹੁੰਦੇ ਹੋ ਜਾਂ ਜਿਸ ਗੱਲ ਤੇ ਅਸੀਂ ਸੰਵਾਦ ਕਰਨਾ ਚਾਹੁੰਦੇ ਹਾਂ, ਆਪਣੀ ਗੱਲ ਸਾਂਝੀ ਕਰਨੀ ਚਾਹੁੰਦੇ ਡਿਜ਼ਾਈਨਿੰਗ ਦੀ, ਇਹ ਮੇਰੇ ਮਨ ਦੀ ਰੀਝ ਸੀ। ਐਕਚੁਅਲੀ ਮੈਂ ਬਹੁਤ ਇਸ ਗੱਲ 'ਚ ਪਾਰਟਿਕੂਲਰ ਹਾਂ ਕਿ ਹਰ ਚੀਜ਼ ਡਿਜ਼ਾਈਨ ਦੇ ਨਾਲ ਜੁੜੀ ਹੋਵੇ।
ਚਾਹੇ ਉਹ ਸਾਡਾ ਘਰ ਹੋਵੇ, ਉਹਦਾ ਬੈੱਡ ਹੋਵੇ, ਸਾਡੀ ਕਿਚਨ ਹੋਵੇ, ਮੇਰਾ ਆਪਣਾ ਆਫਿਸ ਹੋਵੇ, ਮੇਰੀ ਆਪਣੀ ਕਾਰ ਹੋਵੇ, ਮੇਰਾ ਸਾਈਕਲ ਹੋਵੇ, ਕੁਝ ਵੀ ਹੋਵੇ, ਉਹਦਾ ਇੱਕ ਡਿਜ਼ਾਈਨ ਹੋਣਾ ਚਾਹੀਦਾ। ਡਿਜ਼ਾਈਨ ਮਤਲਬ ਇੱਕ ਡਿਸਪਲਿਨ ਹੋਣਾ ਚਾਹੀਦਾ। ਔਰ ਇਹ ਡਿਜ਼ਾਈਨ ਦੀ ਹੀ ਮੈਂ ਮੁਹਾਰਤ ਹਾਸਲ ਕੀਤੀ ਨੈਸ਼ਨਲ ਸਕੂਲ ਆਫ ਡਰਾਮਾ ਤੋਂ। ਮੇਰੇ ਕੋਲ ਡਿਜ਼ਾਈਨ ਡਾਇਰੈਕਸ਼ਨ ਜਿਹੜੀ ਪ੍ਰੋਡਕਸ਼ਨ ਪ੍ਰੋਸੈਸ ਦਾ ਪੂਰਾ ਇੱਕ ਸਪੈਸ਼ਲਾਈਜੇਸ਼ਨ ਸੀਗੀ। ਸਾਡੇ ਸਮਿਆਂ ਦੇ ਵਿੱਚ ਫਸਟ ਈਅਰ ਤੋਂ ਬਾਅਦ ਸਪੈਸ਼ਲਾਈਜੇਸ਼ਨ ਸੈਕੰਡ ਈਅਰ ਚ ਜੁੜ ਜਾਂਦੀ ਸੀ, ਔਰ ਸਾਨੂੰ ਚੋਣ ਕਰਨ ਦਾ ਹੱਕ ਹੁੰਦਾ ਸੀ ਕਿ ਕਿਹਨਾਂ ਨੇ ਡਿਜ਼ਾਈਨ ਲੈਣਾ, ਡਾਇਰੈਕਸ਼ਨ ਲੈਣੀ ਹੈ ਤੇ ਕਿਹਨਾਂ ਨੇ ਐਕਟਿੰਗ ਚ ਜਾਣਾ। ਤੇ ਮੈਂ ਡਿਜ਼ਾਈਨ ਡਾਇਰੈਕਸ਼ਨ ਨੂੰ ਚੁਣਿਆ, ਔਰ ਅਸੀਂ 4 ਜਾਂ 5 ਸਟੂਡੈਂਟ ਹੀ ਸੀ ਮੇਰੀ ਕਲਾਸ ਚੋਂ 20 ਚੋਂ ਕਿ ਜਿਹੜੇ ਡਿਜ਼ਾਈਨ ਡਾਇਰੈਕਸ਼ਨ ਵਿੱਚ ਗਏ। ਉਹਨਾਂ ਚੋਂ ਵੀ ਇੱਕ ਕਿਧਰੇ ਚਲੇ ਗਿਆ ਸੀ, 4 ਕੀ ਰਹਿ ਗਏ ਸੀ। ਔਰ ਮੈਂ ਜੋ ਕੁਝ ਵੀ ਉੱਥੋਂ ਸਿੱਖਿਆ, ਮੈਨੂੰ ਬਹੁਤ ਬਿਹਤਰੀਨ ਡਿਜ਼ਾਈਨਰ ਜਿਹੜੇ ਹਿੰਦੁਸਤਾਨ ਦੇ ਸੀਗੇ, ਸਲੀਮ ਆਰਿਫ ਵਰਗੇ, ਜਿਨ੍ਹਾਂ ਨੇ ਬਹੁਤ ਵੱਡੇ ਵੱਡੇ ਹੁਣ ਗੁਲਜ਼ਾਰ ਸਾਹਿਬ ਦੇ ਨਾਲ ਸੀਰੀਅਲ ਡਿਜ਼ਾਈਨ ਕੀਤੇ, ਭਾਰਤ ਇੱਕ ਖੋਜ ਵਰਗਾ ਸੀਰੀਅਲ ਡਿਜ਼ਾਈਨ ਜਿਨ੍ਹਾਂ ਨੇ ਕੀਤਾ। ਮੇਰੇ ਕੋਲ ਰੋਬਿਨ ਦਾਸ ਵਰਗੇ ਡਿਜ਼ਾਈਨਰ, ਬੰਸੀ ਕੌਲ ਵਰਗੇ ਡਿਜ਼ਾਈਨਰ ਜਿਹੜੇ ਸੀਗੇ, ਮੇਰੇ ਕੋਲ ਨਿਸਾਰ ਅਲਾਨਾ ਵਰਗੇ ਡਿਜ਼ਾਈਨਰ ਜਿਨ੍ਹਾਂ ਨੇ ਸਾਡੇ ਨਾਲ ਕੰਮ ਕੀਤਾ। ਔਰ ਯਾਨੀ ਇਸ ਤਰ੍ਹਾਂ ਦੇ ਬਹੁਤ ਬਹੁਤ ਲੋਕ ਸੀਗੇ, ਵੱਡੇ ਟੀਚਰ ਮੈਨੂੰ ਮਿਲੇ। ਔਰ ਮੈਂ ਕਈ ਵਾਰੀ ਰੋਬਿਨ ਦਾਸ ਸਰ ਵਰਗੀਆਂ ਗੱਲਾਂ ਇਹੋ ਜਿਹੀਆਂ ਹੁੰਦੀਆਂ ਸੀ ਡਿਜ਼ਾਈਨ ਦੀਆਂ, ਸਾਡੇ ਸਿਰ ਦੇ ਉੱਤੋਂ ਦੀ ਨਿਕਲ ਜਾਂਦੀਆਂ ਸੀ, ਪਰ ਅਸੀਂ ਸੁਣਦੇ ਜ਼ਰੂਰ ਸੀ, ਅਸੀਂ ਨੋਟ ਕਰਦੇ ਰਹਿੰਦੇ ਸੀ। ਔਰ ਉਹ ਸਾਨੂੰ ਨਹੀਂ ਸੀ ਪਤਾ ਕਿਉਂ ਸਾਨੂੰ ਉਹ ਅਚਾਨਕ ਸਾਨੂੰ ਡਿਜ਼ਾਈਨ ਦੇ ਸਟੂਡੈਂਟਸ ਨੂੰ ਲਿਜਾ ਕੇ ਤੇ ਉਹ ਰੋੜਿਆਂ ਦੇ ਪਹਾੜ ਦੇ ਉੱਤੇ ਖੜਾ ਕਰ ਦਿੰਦੇ ਸੀ। ਜਿੱਥੇ ਕਿਤੇ ਰੋੜੇ ਹੁੰਦੇ ਸੀ, ਬੱਜਰੀ ਹੁੰਦੀ ਸੀ, ਕਿਧਰੇ ਚਿੱਕੜ ਹੁੰਦਾ ਸੀ, ਕਦੀ ਕਿਤੇ ਕੋਈ ਰੇਤ ਵਾਲੀ ਥਾਂ ਤੇ, ਔਰ ਕਦੀ ਕਿਸੇ ਦਰਖਤ ਨੂੰ ਉਹਨਾਂ ਨੇ ਕਹਿਣਾ ਕਿ ਤੁਸੀਂ ਇਹਨੂੰ ਜਰਾ 10 ਮਿੰਟ ਜੱਫੀ ਪਾ ਕੇ ਖੜੇ ਹੋ। ਇਹ ਜਿਹੜੀ ਚੀਜ਼ ਸੀਗੀ ਕਿ ਜਿਹੜਾ ਕਿ ਇਹਨਾਂ ਚੀਜ਼ਾਂ ਦੀ ਜਿਹੜੀ ਫੀਲਿੰਗ ਸੀ, ਵੀ ਜਿਹੜੀ ਉਹ ਬੱਜਰੀ ਦੀ ਫੀਲਿੰਗ ਸੀ, ਜਿਹੜੀ ਦਰਖਤ ਦੇ ਤਣੇ ਦੀ ਜਿਹੜੀ ਫੀਲਿੰਗ ਸੀ, ਜਿਹੜੀ ਚਿੱਕੜ ਦੀ ਫੀਲਿੰਗ ਸੀ, ਮੇਰਾ ਖਿਆਲ ਹੈ ਕਿ ਉਹ ਸਾਨੂੰ ਉਹ ਵੱਖ-ਵੱਖ ਤਰ੍ਹਾਂ ਦਾ ਇੱਕ ਟੈਕਸਚਰ ਜਿਹੜਾ ਸੀਗਾ ਉਹ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਉਸ ਵੇਲੇ ਸਾਨੂੰ ਲੱਗਦਾ ਸੀ ਕਿ ਇਹਨਾਂ ਚੀਜ਼ਾਂ ਦਾ ਡਿਜ਼ਾਈਨ ਨਾਲ ਕੀ ਸੰਬੰਧ ਹੈ, ਉਸ ਵੇਲੇ ਸਾਨੂੰ ਸਮਝ ਨਹੀਂ ਸੀ ਆਉਂਦੀ। ਪਰ ਹੌਲੀ-ਹੌਲੀ ਸਾਨੂੰ ਉਹ ਚੀਜ਼ਾਂ ਸਾਡੇ ਦਿਮਾਗ ਵਿੱਚ ਘਰ ਕਰ ਗਈਆਂ ਵੀ ਇਹ ਟੈਕਸਚਰ ਕਿੰਨਾ ਇੰਪੋਰਟੈਂਟ ਹੈ ਡਿਜ਼ਾਈਨ ਦੇ ਵਿੱਚ ਜਿਹੜਾ। ਔਰ ਜਦੋਂ ਉਹਨਾਂ ਨੇ ਸਾਨੂੰ ਟੈਕਸਚਰ ਜਿਹੜਾ ਫੈਬਰਿਕ ਦੇ ਰਾਹੀਂ ਟੈਕਸਚਰ ਜਿਹੜਾ ਉਹ ਸਾਨੂੰ ਸਮਝਾਇਆ, ਖਾਸ ਤੌਰ ਤੇ ਮੇਰੇ ਕੋਲ ਉਦੋਂ ਸਾਡੇ ਕੋਲ ਰਸ਼ੀਆ ਤੋਂ ਇੱਕ ਡਾਇਰੈਕਟਰ ਆਏ ਸੀਗੇ ਤੇ ਉਹਨਾਂ ਨੇ ਸਾਨੂੰ ਬਹੁਤ ਕੰਮ ਕਰਵਾਇਆ ਫੈਬਰਿਕ ਦੇ ਉੱਤੇ, ਵੀ ਫੈਬਰਿਕ ਕਿੰਨਾ ਮਾਇਨੇ ਰੱਖਦਾ ਵਾ ਡਿਜ਼ਾਈਨ ਦੇ ਵਿੱਚ। ਤੁਸੀਂ ਜਾਣਦੇ ਹੋ ਕਿ ਰਸ਼ੀਆ ਦੇ ਜਿਹੜੇ ਓਪੇਰੇ ਨੇ ਉਹਦੇ ਵਿੱਚ ਬੜਾ ਫੈਬਰਿਕ ਯੂਜ਼ ਹੁੰਦਾ ਉਹਦੇ ਵਿੱਚ, ਔਰ ਉਸ ਫੈਬਰਿਕ ਨੂੰ ਉਹਨਾਂ ਨੇ ਸਾਡੇ ਡਿਜ਼ਾਈਨ ਦੇ ਨਾਲ ਜੋੜ ਕੇ ਸਾਨੂੰ ਜਦੋਂ ਸਮਝਾਉਣਾ ਸ਼ੁਰੂ ਕੀਤਾ ਤੇ ਮੈਨੂੰ ਉਹ ਚੀਜ਼ ਬੜੀ ਆਪਣੇ ਨੇੜੇ ਲੱਗੀ ਤੇ ਮੇਰੇ ਉਹ ਬਹੁਤ ਅੰਦਰ ਵਸ ਗਈ ਉਹ ਚੀਜ਼ ਜਿਹੜੀ ਸੀਗੀ। ਫਿਰ ਮੈਂ ਇਸ ਡਿਜ਼ਾਈਨ ਨੂੰ ਜਦੋਂ ਮੈਂ ਵਾਪਸ ਆ ਕੇ ਉੱਥੋਂ NSD ਤੋਂ ਪਾਸ ਆਊਟ ਹੋਣ ਤੋਂ ਬਾਅਦ ਆਪਣਾ ਰੰਗਮੰਚ ਥੀਏਟਰ ਗਰੁੱਪ ਬਣਾਇਆ ਤੇ ਮੈਂ ਉਦੋਂ ਪਹਿਲਾ ਨਾਟਕ ਮਾਵਾ ਕੀਤਾ। ਤੇ ਇੱਕ ਨਾਟਕ 'ਚ 3 ਕਹਾਣੀਆਂ ਸੀਗੀਆਂ, 3 ਵੱਖ-ਵੱਖ ਰੂਪ ਸੀ ਮਾਵਾ ਦੇ, ਔਰ ਉਹਨਾਂ ਦੇ 3 ਸੈੱਟ ਚੱਲਦੇ ਪਲੇ 'ਚ ਬਦਲਦੇ ਸੀਗੇ। ਮੈਂ ਉਦੋਂ ਤੋਂ ਤਹਈਆ ਕਰ ਲਿਆ ਸੀ ਕਿ ਮੈਂ ਬਾਕਸ ਸੈੱਟ ਯੂਜ਼ ਨਹੀਂ ਕਰਾਂਗਾ, ਵੀ 3 ਪਾਸੇ ਦੀਵਾਰਾਂ ਹੋਣ, ਦਰਵਾਜ਼ੇ ਹੋਣ, ਖਿੜਕੀਆਂ ਹੋਣ, ਮੈਂ ਇਦਾਂ ਦਾ ਕੋਈ ਕੰਮ ਨਹੀਂ ਕਰਾਂਗਾ। ਕਿ ਜਿਹੜਾ ਬਣਿਆ ਬਣਾਇਆ ਢਾਂਚਾ ਸੀਗਾ ਵੀ ਉਹ ਸਾਰਾ ਲੱਕੜ ਦਾ ਜਿਹੜਾ, ਮੈਂ ਉਸ ਨੂੰ ਬਿਲਕੁਲ ਰਿਜੈਕਟ ਕਰ ਦਿੱਤਾ। ਮੈਂ ਕਿਹਾ ਮੈਂ ਕੁਝ ਕ੍ਰੀਏਟਿਵ ਕਰਾਂਗਾ ਉਹਦੇ ਵਿੱਚ। ਸੋ ਮੈਂ ਦਰਵਾਜ਼ੇ ਵੀ ਬਣਾਏ, ਖਿੜਕੀਆਂ ਵੀ ਬਣਾਈਆਂ, ਪਰ ਮੈਂ ਉਹਦੇ ਵਿੱਚੋਂ ਲੱਕੜ ਮਾਈਨਸ ਕਰ ਦਿੱਤੀ। ਮੈਂ ਉਹਦੇ ਵਿੱਚ ਹੋਰ ਕਈ ਇਹੋ ਜਿਹੀਆਂ ਚੀਜ਼ਾਂ ਯੂਜ਼ ਕਰਦਾ ਰਿਹਾ ਕਿ ਜਿਹੜੀਆਂ ਮੈਨੂੰ ਲੱਗੇ ਕਿ ਦਰਸ਼ਕਾਂ ਦੇ ਸੋਚਣ ਵਾਸਤੇ ਵੀ ਕੁਝ ਹੋਵੇ, ਕਿ ਦਰਸ਼ਕਾਂ ਨੂੰ ਵੇਖਦਿਆਂ ਹੀ ਜੇ ਦਰਵਾਜ਼ੇ ਦਾ ਦਰਵਾਜ਼ਾ ਹੀ ਪਤਾ ਲੱਗ ਜਾਣਾ ਤੇ ਫਿਰ ਮੇਰੇ ਖਿਆਲ ਸਾਡੀ ਕੋਈ ਕ੍ਰੀਏਟੀਵਿਟੀ ਨਹੀਂ ਹੈ। ਜੇ ਉਹ ਦਰਵਾਜ਼ੇ ਦੇ ਵਿੱਚੋਂ ਇੱਕ ਦਰਵਾਜ਼ੇ ਚੋਂ ਜੇ ਦਰਸ਼ਕ ਬਹੁਤ ਸਾਰੇ ਰਸਤੇ ਲੱਭਦਾ ਹੈ ਤੇ ਫਿਰ ਮੇਰੇ ਡਿਜ਼ਾਈਨ ਦਾ ਕੁਝ ਮਤਲਬ ਬਣਦਾ ਹੈ। ਬਿਲਕੁਲ ਜੀ। ਜੇ ਮੈਂ ਸਮਝਦਾ ਕਿ ਜਿਹੜੀ ਮੈਂ ਖਿੜਕੀ ਕ੍ਰੀਏਟ ਕਰਾਂਗਾ ਉਹਦੇ ਵਿੱਚੋਂ ਮੇਰਾ ਐਕਟਰ ਜਦੋਂ ਦੇਖੇਗਾ ਤੇ ਉਹਦੇ ਨਾਲ ਜਦੋਂ ਦਰਸ਼ਕ ਵੀ ਉਸ ਖਿੜਕੀ ਦੇ ਵਿੱਚੋਂ ਦੀ ਦੇਖੇਗਾ ਤੇ ਉਹਨੂੰ ਇੱਕ ਵੱਖਰੀ ਦੁਨੀਆ ਨਜ਼ਰ ਆਵੇ, ਉਹ ਉਸ ਖਿੜਕੀ ਦਾ ਹਿੱਸਾ ਬਣ ਜਾਏ, ਹੈ ਨਾ, ਜਦੋਂ ਖਿੜਕੀ ਨੂੰ ਹਿੱਸਾ ਹੱਥ ਲਾਵੇਗਾ। ਸੋ ਮੈਂ ਇਹ ਜਦੋਂ ਡਿਜ਼ਾਈਨ ਪਰ ਇੱਕ ਚੀਜ਼ ਦਾ ਮੈਂ ਬਹੁਤ ਖਿਆਲ ਰੱਖਿਆ ਸ਼ਬਦੀਸ਼, ਕਿ ਜਦੋਂ ਮੈਂ ਡਿਜ਼ਾਈਨ ਕਰਨਾ ਸ਼ੁਰੂ ਕੀਤਾ ਮੈਂ ਇਹ ਵੀ ਮੇਰਾ ਡਿਜ਼ਾਈਨ ਜਿਹੜਾ ਉਹ ਐਕਟਰ ਨੂੰ ਹੈਲਪ ਕਰੇ,
ਮੇਰਾ ਐਕਟਰ ਜਿਹੜਾ ਵਾ ਸਟੇਜ ਦੇ ਉੱਤੇ ਉਹ ਡਿਜ਼ਾਈਨ ਤੋਂ ਦੂਰ ਨਾ ਹੋਵੇ। ਡਿਜ਼ਾਈਨ ਐਕਟਰ ਦੀ ਐਕਟਿੰਗ ਨੂੰ ਹੈਲਪ ਕਰੇ, ਉਹਦੇ ਕਰੈਕਟਰ ਨੂੰ ਹੈਲਪ ਕਰੇ। ਨਾਟਕ ਦੀ ਜਿਹੜੀ ਬੈਕਗ੍ਰਾਉਂਡ ਹੈ, ਨਾਟਕ ਦਾ ਇਤਿਹਾਸ ਕੀ ਹੈ, ਨਾਟਕ ਕੀ ਇਤਿਹਾਸਕ ਨਾਟਕ ਹੈ, ਨਾਟਕ ਅੱਜ ਦਾ ਨਾਟਕ ਹੈ, ਆਉਣ ਵਾਲੇ ਕੱਲ ਦਾ ਨਾਟਕ ਹੈ, ਮਾਈਥੋਲੋਜੀ ਦੇ ਵਿੱਚੋਂ ਨਿਕਲਿਆ ਹੋਇਆ ਨਾਟਕ ਹੈ, ਇਹ ਕਿਹੜੇ ਸਮਿਆਂ ਦਾ ਨਾਟਕ ਹੈ, ਉਹ ਮੇਰਾ ਡਿਜ਼ਾਈਨ ਜਿਹੜਾ ਹੈ ਉਸ ਚੀਜ਼ ਨੂੰ ਸਮਝਣ ਦੇ ਵਿੱਚ ਦਰਸ਼ਕਾਂ ਨੂੰ ਵੀ ਹੈਲਪ ਕਰੇ ਤੇ ਜਿਹੜਾ ਮੇਰਾ ਐਕਟਰ ਹੈ ਉਸ ਦੇ ਕਰੈਕਟਰ ਨੂੰ ਵੀ ਉਭਾਰਨ ਦੇ ਵਿੱਚ ਹੈਲਪ ਕਰੇ। ਸੋ ਇਸ ਕਰਕੇ ਮੈਂ ਜਦੋਂ ਡਿਜ਼ਾਈਨ ਕਰਦਾ ਰਿਹਾ ਤੇ ਮੈਂ ਐਕਟਰ ਨੂੰ ਜ਼ਰੂਰ ਸਾਹਮਣੇ ਰੱਖਿਆ। ਔਰ ਜਿਹੜੀ ਉਹਦੇ ਵਿੱਚ ਅਗਲੀ ਚੀਜ਼ ਮੈਂ ਜੋੜੀ, ਕਿਉਂਕਿ ਮੈਨੂੰ ਪੇਂਟਿੰਗ ਦੇ ਨਾਲ ਬਹੁਤ ਪਿਆਰ ਹੈ, ਮੈਂ ਪੇਂਟਿੰਗ ਬਹੁਤ ਦੇਖਦਾ, ਅਬਜ਼ਰਵ ਕਰਦਾ। ਮੈਂ ਦੁਨੀਆ ਭਰ ਦੇ ਜਿਹੜੇ ਪੇਂਟਰ ਨੇ, ਵੱਡੇ ਪੇਂਟਰ, ਗ੍ਰੇਟ ਪੇਂਟਰ ਜਿਨ੍ਹਾਂ ਨੂੰ ਕਹਿੰਦੇ ਆ, ਮੈਂ ਉਹ ਗ੍ਰੇਟ ਪੇਂਟਰ ਜਿਹੜੇ ਸੀ ਮੈਂ ਉਹਨਾਂ ਨੂੰ ਬਹੁਤ ਅਬਜ਼ਰਵ ਕੀਤਾ, ਉਹਨਾਂ ਦੀਆਂ ਪੇਂਟਿੰਗਸ ਨੂੰ। ਸਿਰਫ ਅਬਜ਼ਰਵ ਹੀ ਨਹੀਂ ਕੀਤਾ, ਮੈਂ ਉਹਨਾਂ ਦੀ ਸਟੱਡੀ ਕੀਤੀ। ਉਸ ਵੇਲੇ ਸਾਡੇ ਕੋਲ ਇੱਕ ਟੀਚਰ ਆਏ ਸੀ ਅਨਾਮਿਕਾ ਹਕਸਰ, ਉਹ ਵੀ ਰਸ਼ੀਆ ਤੋਂ ਟ੍ਰੇਨਿੰਗ ਲੈ ਕੇ ਆਏ ਸੀ ਔਰ ਉਹਨਾਂ ਨੇ ਮੈਨੂੰ ਬਹੁਤ ਹੈਲਪ ਕੀਤੀ। ਮੈਂ ਜਦੋਂ ਉਹਨਾਂ ਨੂੰ ਦੱਸਿਆ ਕਿ ਮੈਨੂੰ ਪੇਂਟਿੰਗ ਦੇ ਵਿੱਚੋਂ ਵੀ ਏਦਾਂ ਥੀਏਟਰ ਦਾ ਬੜੇ ਅੰਸ਼ ਨਜ਼ਰ ਆਉਂਦੇ, ਉਹ ਬੜੇ ਖੁਸ਼ ਹੋਏ। ਕਹਿੰਦੇ ਇਹ ਤਾਂ ਬੜੀ ਖੂਬਸੂਰਤ ਗੱਲ ਹੈ ਕਿ ਤੂੰ ਪੇਂਟਿੰਗ ਦੇ ਵਿੱਚੋਂ ਵੀ ਥੀਏਟਰ ਦੇਖਦਾ ਹੈ, ਪੇਂਟਿੰਗ ਦੇ ਵਿੱਚੋਂ ਵੀ ਨਾਟਕ ਦੇਖਦਾ ਹੈ। then she said ਕਿ ਓਕੇ ਤੂੰ ਇੱਕ ਐਕਸਰਸਾਈਜ਼ ਕਰ। ਉਹ ਸਾਨੂੰ ਐਕਚੁਅਲੀ ਡਾਇਰੈਕਸ਼ਨ ਦੇ ਟੀਚਰ ਦੇ ਤੌਰ ਤੇ ਆਏ ਸੀਗੇ, ਕੁਝ ਸਮੇਂ ਲਈ ਆਏ ਸੀ ਉੱਥੋਂ, ਔਰ ਉਹਨਾਂ ਨੇ ਮੈਨੂੰ ਕਹਿੰਦੇ ਕਿ ਤੂੰ ਏਦਾਂ ਕਰ, ਪੇਂਟਿੰਗ ਨੂੰ ਡਾਇਰੈਕਟ ਕਰ। ਇਹ ਮੇਰੇ ਲਈ ਸਭ ਤੋਂ ਔਖਾ ਕੰਮ ਸੀਗਾ, ਚੈਲੰਜ ਵਾਲਾ ਸੀਗਾ। ਮੈਂ ਬੀਇੰਗ ਏ ਡਿਜ਼ਾਈਨ ਡਾਇਰੈਕਟਰ ਸਟੂਡੈਂਟ, ਮੈਂ 3rd ਈਅਰ ਸੀ ਤੇ ਉਹਨਾਂ ਨੇ ਜਦੋਂ ਫਿਰ ਮੈਂ ਉਸ ਵੇਲੇ ਮਿਊਨਿਕ ਦੀ ਇੱਕ ਪੇਂਟਿੰਗ ਚੁਣੀ। ਮਿਊਨਿਕ ਬਹੁਤ ਵੱਡਾ ਇਟਾਲੀਅਨ ਪੇਂਟਰ ਹੈ, ਦੁਨੀਆ ਦਾ ਬਹੁਤ ਵੱਡਾ, ਤੇ ਮੈਂ ਉਹਦੀਆਂ ਬਹੁਤ ਸਾਰੀਆਂ ਪੇਂਟਿੰਗਸ ਦੇਖੀਆਂ ਤੇ ਉਹਦੇ ਵਿੱਚ ਇੱਕ ਮੈਨੂੰ ਪੇਂਟਿੰਗ ਬੜੀ ਅੱਛੀ ਨਜ਼ਰ ਆਈ। ਉਹਦਾ ਨਾਮ ਹੈਗਾ ਸੀ ਦਾ ਪ੍ਰਿਜ਼ਨਰਸ ਰਾਉਂਡ, ਕੈਦੀਆਂ ਦਾ ਰਾਉਂਡ ਲਗਾਉਂਦੇ ਹੋਏ ਕੈਦੀ ਕਹਿ ਲਓ ਉਹਨੂੰ, ਹੈ ਨਾ। ਤਾਂ ਮੈਂ ਦੇਖਿਆ ਕਿ ਕੈਦੀ ਰਾਉਂਡ ਲਗਾ ਰਹੇ ਆ ਤੇ ਪਰ ਉਹਦੇ ਵਿੱਚ ਜੇਲ੍ਹ ਦੀ ਦੀਵਾਰ ਹੈ, ਦੀਵਾਰ ਦੇ ਉੱਤੇ ਇੱਕ ਛੋਟੀ ਜਿਹੀ ਖਿੜਕੀ ਹੈ, ਖਿੜਕੀ ਦੇ ਵਿੱਚ ਇੱਕ ਚਿੜੀ ਵੀ ਬੈਠੀ ਹੋਈ ਹੈ ਕਿ ਔਰ ਜਿਹੜੇ ਉਹ ਫੌਜੀ ਜਾ ਰਹੇ ਨੇ ਉਹਨਾਂ ਦੇ ਹਲਕਾ ਜਿਹਾ ਉਹਨਾਂ ਦੀ ਗ੍ਰੀਨ ਡਲ ਉਹਨਾਂ ਦੇ ਕਾਸਟਿਊਮ ਦੇ ਵਿੱਚ ਕਿਧਰੇ ਰੈੱਡ ਸਟ੍ਰੋਕ ਵੀ ਹੈ ਪੇਂਟਿੰਗ ਦੇ ਵਿੱਚ। ਮੈਨੂੰ ਕੁਝ ਆਈਡੀਆ ਹੋਣਾ ਸ਼ੁਰੂ ਹੋ ਗਿਆ। ਤਾਂ ਉਹ ਮੈਂ ਨਾ ਫਿਰ ਉਹਨਾਂ ਦੀ ਸਾਰੀ ਹਿਸਟਰੀ ਮੈਂ ਉਹ ਪੇਂਟਿੰਗ ਦੀ ਇਕੱਠੀ ਕੀਤੀ ਕਿ ਕਿਹੜੇ ਸਨ ਵਿੱਚ ਮਿਊਨਿਕ ਨੇ ਪੇਂਟਿੰਗ ਬਣਾਈ ਹੈ। ਮੈਂ ਉਹਦੀ ਬੈਕਗ੍ਰਾਉਂਡ 'ਚ ਗਿਆ, ਉਹ ਕੋਈ 1800 ਕੋਈ 85 ਦੇ ਨੇੜੇ ਤੇੜੇ ਉੱਥੇ ਇੱਕ ਕਿਸਾਨਾਂ ਦਾ ਰੈਵੋਲੂਸ਼ਨ ਹੋਇਆ ਸੀਗਾ ਤੇ ਉਹਦੇ ਬਾਰੇ ਉਹ ਪੇਂਟਿੰਗ ਸੀਗੀ। ਮੈਨੂੰ ਫਿਰ ਉਹ ਬੜਾ ਨੇੜੇ ਲੱਗਾ ਆਪਣੇ ਦੇਸ਼ ਦੇ ਸੰਬੰਧ ਵਿੱਚ। ਔਰ ਤੁਸੀਂ ਯਕੀਨ ਮੰਨੋ ਸਿਰਫ ਇੱਕ ਪੇਂਟਿੰਗ ਜਿਹੜੀ ਮੇਰੇ ਸਾਹਮਣੇ ਸੀ ਉਸ ਦੇ ਉੱਤੋਂ ਮੈਂ 1 ਘੰਟੇ ਦਾ ਨਾਟਕ ਕ੍ਰੀਏਟ ਕੀਤਾ ਔਰ ਵਿਦਆਊਟ ਐਨੀ ਡਾਇਲੌਗ, ਵਿਦਆਊਟ ਯਾਨੀ ਕਿ ਕੁਝ ਵੀ ਹੋਰ ਨਹੀਂ ਸੀ, ਸਕ੍ਰਿਪਟ ਕੋਈ ਨਹੀਂ ਸੀ ਮੈਂ ਬਣਾਈ ਉਹਦੀ। ਔਰ ਉਸ ਵੇਲੇ ਮੇਰੇ ਨਾਲ ਮੇਰੀ ਕਲਾਸ ਦੇ ਸਟੂਡੈਂਟ ਸੀਗੇ ਜਿਹੜੇ ਐਕਟਿੰਗ ਦੇ ਸੀ ਤੇ ਜਿਹੜਾ ਸਾਡਾ ਜੂਨੀਅਰ ਬੈਚ ਆਇਆ ਸੀਗਾ 1st ਈਅਰ ਦਾ, ਉਹ ਸਾਰੇ ਨੇ ਉਹਦੇ ਵਿੱਚ ਕੰਮ ਕੀਤਾ ਸੀ। ਉਸ ਬੈਚ ਦੇ ਵਿੱਚੋਂ ਹੁਣ ਜਦੋਂ ਮੈਂ ਵੇਖਦਾ ਵਾਂ ਕਿ ਹਰੀਸ਼ ਖੰਨਾ ਵਰਗੇ ਐਕਟਰ, ਅਨੂਪ ਸੋਨੀ ਵਰਗੇ ਐਕਟਰ ਜਿਨ੍ਹਾਂ ਨੇ ਮੇਰੀ ਉਸ ਪੇਂਟਿੰਗ ਵਾਲੀ ਪ੍ਰੋਡਕਸ਼ਨ ਦੀ ਭੀੜ ਦੇ ਵਿੱਚ ਸੀਗੇ, ਉਹ ਸਾਰੇ ਜਿਹੜੇ ਐਕਟਰ ਸੀਗੇ। ਔਰ ਫਿਲਮਾਂ ਦਾ ਬਹੁਤ ਵੱਡਾ ਵਿਲਨ ਹੈ ਇਸ ਵੇਲੇ, ਉਹ ਵੀ ਉਹਦੇ ਵਿੱਚ ਸੀ। ਉਹ ਰਾਜਸਥਾਨ ਦੇ ਯੂਨੀਵਰਸਿਟੀ 'ਚ ਇਸ ਵੇਲੇ ਹੈਡ ਆਫ ਦੀ ਡਿਪਾਰਟਮੈਂਟ ਹੈ, ਅਰਚਨਾ ਸ੍ਰੀਵਾਸਤਵ, ਉਹ ਵੀ ਉਸ ਪ੍ਰੋਡਕਸ਼ਨ 'ਚ ਸੀਗੀ ਮੇਰੀ 'ਚ। ਸੋ ਉਹ ਜਿਹੜੀ 1 ਘੰਟੇ ਦੀ ਮੈਂ ਪੇਂਟਿੰਗ ਤੋਂ ਪ੍ਰੋਡਕਸ਼ਨ ਤਿਆਰ ਕੀਤੀ, ਉਹਨੇ ਮੈਨੂੰ ਬੜੀ ਤਾਕਤ ਦਿੱਤੀ। ਉਹਦਾ ਜੋ ਹੀ ਉਹਦਾ ਮੈਂ ਫੇਡ ਆਊਟ ਫੇਡ ਇਨ ਏਦਾਂ ਉਹਦੇ ਨਾਲ ਖੇਡਿਆ ਸੀ। ਔਰ ਜਦੋਂ ਇੱਕ ਫੇਡ ਆਊਟ ਹੁੰਦਾ ਦੂਜਾ ਫੇਡ ਇਨ ਹੁੰਦਾ, ਏਦਾਂ ਲੱਗਦਾ ਜਿਵੇਂ ਪੇਂਟਿੰਗ ਦਾ ਦੂਜਾ ਵਰਕਾ ਫੋਲਿਆ ਗਿਆ ਤੇ ਉਹਦੇ ਉੱਤੇ ਦੂਜੀ ਪੇਂਟਿੰਗ ਹੈ। ਇੰਜ ਦੂਜਾ ਫੇਡ ਆਊਟ ਫੇਡ ਇਨ ਹੁੰਦਾ, ਲੱਗਦਾ ਤੀਜੀ ਪੇਂਟਿੰਗ ਆ ਗਈ, ਚੌਥੀ ਪੇਂਟਿੰਗ ਆ ਗਈ ਔਰ ਦਰਸ਼ਕ ਉਹਨੂੰ ਅਬਜ਼ਰਵ ਕਰਦੇ। ਔਰ ਇਹ ਨਾਟਕ ਮੈਂ ਸ਼ਬਦੀਸ਼ ਏਦਾਂ ਸ਼ੁਰੂ ਕੀਤਾ ਕਿ ਜਿੱਥੇ ਦਰਸ਼ਕ ਬੈਠਦੇ ਨੇ, ਜਿਹੜੀ ਦਰਸ਼ਕ ਗੈਲਰੀ ਹੁੰਦੀ ਹੈ ਕੁਰਸੀਆਂ ਵਾਲੀ, ਮੈਂ ਉੱਥੋਂ ਕੁਰਸੀਆਂ ਚੁਕਵਾ ਕੇ ਉਹਦੇ ਵਿੱਚ ਐਕਟਰਾਂ ਨੂੰ ਮੈਂ ਉੱਥੇ ਲੈ ਗਿਆ। ਨਾਟਕ ਉੱਥੇ ਹੋਇਆ, ਦਰਸ਼ਕ ਜਿਹੜੇ ਸਟੇਜ ਤੇ ਬੈਠੇ ਸੀ
ਔਰ ਨਾਟਕ ਖਤਮ ਹੁੰਦਿਆਂ ਉਹ ਇੰਨਾ ਇਨਵੋਲਵ ਹੋ ਗਏ ਕਿ ਜੋ ਇਹ ਜਿਹੜੇ ਐਕਟਰ ਸੀ ਸਟੇਜ ਵੱਲ ਜਾਣਾ ਸ਼ੁਰੂ ਹੋਏ, ਸਾਰੇ ਦਰਸ਼ਕ ਜਿਹੜੇ ਉੱਠ ਕੇ ਉਹ ਸਟੇਜ ਤੇ ਆਪਣੀਆਂ ਸੀਟਾਂ ਤੇ ਆ ਗਏ, ਦਰਸ਼ਕ ਗੈਲਰੀ ਚ ਆ ਗਏ। ਔਰ ਉਹ ਸਾਰੇ ਐਕਟਰ ਬਾਅਦ ਵਿੱਚ ਲਾਸਟ 15 ਮਿੰਟ ਜਿਹੜੇ 15 ਮਿੰਟ ਸਿਰਫ ਉਹ ਸਟੇਜ ਤੇ ਰਹਿੰਦੇ ਆ ਤੇ ਫਿਰ ਉਹ ਪੇਂਟਿੰਗ ਦੇ ਵਿੱਚ ਢਲ ਜਾਂਦੇ ਆ, ਜਿਹੜੀ ਪੇਂਟਿੰਗ ਮੈਂ ਉੱਥੋਂ ਲਈ ਸੀਗੀ। ਸੋ ਇਸ ਪੇਂਟਿੰਗ ਨੇ, ਇਸ ਡਿਜ਼ਾਈਨ ਨੇ ਮੈਨੂੰ ਬਹੁਤ ਹੈਲਪ ਕੀਤੀ। ਮੇਰੇ ਪਿਛੋਕੜ ਚ ਅੱਜ ਵੀ ਇੱਕ ਇਤਿਹਾਸ ਦੀ ਤਰ੍ਹਾਂ ਕੰਧ ਬਣ ਕੇ ਖੜੀ ਹੋਈ ਉਹ ਪੇਂਟਿੰਗ, ਕਿ ਮੈਂ ਉਹਨਾਂ ਦੇ ਕਾਸਟਿਊਮ ਚ ਉਹ ਰੈੱਡ ਸਟ੍ਰੋਕ, ਮੈਂ ਉਹਨਾਂ ਦੀਆਂ ਜੇਬਾਂ ਚੋਂ ਲਾਲ ਕਲਰ ਦੇ ਰੁਮਾਲ ਹਲਕੇ ਹਲਕੇ ਲਟਕਾ ਦਿੱਤੇ ਉਹਦੇ ਵਿੱਚੋਂ, ਤੇ ਉਹ ਜਿਹੜੀ ਸਟੇਜ ਦਾ ਰਾਉਂਡ ਜਿਹੜਾ ਉਹਨਾਂ ਦਾ ਮੈਂ ਕਰਵਾਇਆ, ਉਹਦੇ ਵਿੱਚੋਂ ਦੀ ਉਹਨਾਂ ਦੀ ਜਿਹੜੀ ਜਰਨੀ ਸੀਗੀ, ਉਹਨਾਂ ਦਾ ਜਿਹੜਾ ਸੰਘਰਸ਼ ਸੀ, ਉਹ ਸਾਰਾ ਮੈਂ ਉਹਦੇ ਵਿੱਚੋਂ ਦੀ ਕੱਢਿਆ। ਔਰ ਸਿਰਫ ਮਿਊਜ਼ਿਕ ਸੀ, ਕਲਾਕਾਰ ਸੀ, ਉਹਨਾਂ ਦੀ ਬਾਡੀ ਮੂਵਮੈਂਟ ਸੀ, ਦੈਟਸ ਆਲ। ਔਰ ਉਹ 1 ਘੰਟੇ ਦਾ ਨਾਟਕ ਸੀਗਾ ਤੇ ਉਹ ਕਰਕੇ ਮੈਨੂੰ ਕਾਫੀ ਕੌਨਫੀਡੈਂਸ ਮਿਲਿਆ। ਫਿਰ ਜਦੋਂ ਮੈਂ ਪੰਜਾਬ ਚ ਆ ਕੇ ਇਹ ਸਾਰਾ ਕੁਝ ਦੇਖਿਆ, ਮੈਂ ਕਿਹਾ ਹੁਣ ਮੈਂ ਆਪਣਾ ਕੰਮ ਕਰਨਾ। ਤੇ ਮੈਂ ਸ਼ਬਦੇਸ਼ ਹੁਣ ਵੀ ਜਦੋਂ ਕਿਧਰੇ ਬਾਹਰ ਜਾਂਦਾ ਵਾ, ਦੇਖਦਾ ਵਾ ਆਪਣੇ ਆਲੇ ਦੁਆਲੇ ਵੀ, ਤੇ ਕਿਉਂਕਿ ਮੈਨੂੰ ਕਈ ਵਾਰੀ ਤੁਸੀਂ ਵੀ ਕਹਿ ਦਿੰਦੇ, ਦੂਜੇ ਲੋਕ ਵੀ, ਕਿ ਕੇਵਲ ਭਾਜੀ ਡਿਜ਼ਾਈਨਰ ਡਾਇਰੈਕਟਰ ਨੇ, ਹੈ ਨਾ, ਇਹ ਵੀ ਮੇਰੇ ਨਾਲ ਜੁੜਦਾ ਕਿ ਡਿਜ਼ਾਈਨਰ ਡਾਇਰੈਕਟਰ, ਤੇ ਨੋ ਡਾਊਟ ਡਿਜ਼ਾਈਨ ਮੇਰੇ ਨਾਲ ਚੱਲਦਾ ਵਾ। ਤੇ ਡਿਜ਼ਾਈਨ ਐਕਚੁਅਲੀ ਮੈਨੂੰ ਕਿਤੇ ਲੱਭਣ ਜਾਣਾ ਹੀ ਨਹੀਂ ਪੈਂਦਾ। ਮੈਨੂੰ ਲੱਗਦਾ ਹੁੰਦਾ ਜਿਹੜੀਆਂ ਆਲੇ ਦੁਆਲੇ ਇੰਨੀਆਂ ਚੀਜ਼ਾਂ ਪਈਆਂ, ਜਦੋਂ ਮੈਂ ਗੱਡੀ ਚ ਜਾ ਰਿਹਾ, ਕਾਰ ਚ ਜਾ ਰਿਹਾ, ਬੱਸ ਚ ਜਾ ਰਿਹਾ, ਮੈਂ 에ਅਰਪੋਰਟ ਤੇ ਬੈਠਾ ਹੋਇਆ ਵੀ, ਆਲੇ ਦੁਆਲੇ ਜੋ ਕੁਝ ਵਾਪਰ ਰਿਹਾ ਹੁੰਦਾ, ਮੈਨੂੰ ਲੱਗਦਾ ਮੇਰੇ ਡਿਜ਼ਾਈਨ ਦਾ ਹਿੱਸਾ ਹੈ। ਇਹਦੇ ਚੋਂ ਕਿਹੜੀ ਚੀਜ਼ ਹੈ ਜਿਹੜੇ ਮੇਰੇ ਡਿਜ਼ਾਈਨ ਦੇ ਵਿੱਚ ਜੁੜੇਗੀ। ਕਈ ਵਾਰੀ ਮੈਂ ਆਪਣੇ ਡਿਜ਼ਾਈਨ ਵਾਸਤੇ, ਮੈਨੂੰ ਲੱਗਦਾ ਹੁੰਦਾ ਕਿ ਬਾਜ਼ਾਰ ਚ ਆਹ ਚੀਜ਼ ਪਈ ਹੈ, ਯਾਰ ਇਹ ਬੜੀ ਖੂਬਸੂਰਤ ਹੈ, ਇਹਦਾ ਟੈਕਸਚਰ ਬੜਾ ਵਧੀਆ, ਬੜੀ ਥੀਏਟ੍ਰਿਕਲ ਹੈ, ਓਕੇ ਖਰੀਦ ਲਓ। ਉਹ ਚੀਜ਼ ਮੈਂ ਨਾ, ਉਹ ਚਾਹੇ 8000 10000 ਦੀ ਜਿੰਨੇ ਦੀ ਵੀ ਆਏਗੀ, ਚਾਹੇ 2000 ਦੀ ਹੀ ਆਏ, ਉਹਨੂੰ ਮੈਂ ਨਾ ਚੁੱਕ ਲੈਂਦਾ ਉੱਥੋਂ ਬਾਜ਼ਾਰ ਚੋਂ। ਮੈਂ ਕਹਿੰਦਾ ਹੋ ਸਕਦਾ ਬਾਅਦ ਚ ਜਦੋਂ ਮੈਂ ਨਾਟਕ ਕਰਨਾ ਹੋਇਆ ਮੁੱਕ ਨਾ ਜਾਏ ਕਿਧਰੇ, ਮੈਂ ਉੱਥੋਂ ਲੈ ਆਉਣਾ, ਹੋ ਸਕਦਾ ਉਹ ਬਾਅਦ ਚ ਮੇਰੇ 2 ਸਾਲ ਬਾਅਦ ਕੰਮ ਆਵੇ, 4 ਸਾਲ ਬਾਅਦ ਕੰਮ ਆਵੇ, ਪਰ ਮੈਨੂੰ ਲੱਗਦਾ ਹੁੰਦਾ ਇਹ ਮੇਰੇ ਕੰਮ ਆਏਗੀ, ਮੇਰੇ ਨਾਟਕ ਦੇ ਕੰਮ ਆਏਗੀ, ਇਹ ਮੇਰੇ ਡਿਜ਼ਾਈਨ ਦਾ ਹਿੱਸਾ ਬਣੇਗੀ। ਏਦਾਂ ਦਾ ਇੱਕ ਪਾਗਲਪਨ ਮੇਰਾ ਕਿ ਮੈਂ ਲਾਹੌਰ ਦੇ ਇੱਕ ਬਾਜ਼ਾਰ ਵਿੱਚ, ਉਹਨੂੰ ਇਛਰੇ ਬਾਜ਼ਾਰ ਕਹਿੰਦੇ ਆ, ਬੜਾ ਕੱਪੜਿਆਂ ਵਾਲਾ ਬਾਜ਼ਾਰ, ਬੜਾ ਵੱਡਾ, ਅਨੀਤਾ ਗਈ ਹੋਈ ਆ ਉੱਥੇ, ਉਹਨੇ ਜ਼ਰੂਰ ਦੇਖਿਆ ਹੋਏਗਾ ਬਾਜ਼ਾਰ ਉਹ। ਤੇ ਉਹਦੇ ਵਿੱਚ ਮੈਂ ਕੱਪੜੇ ਵਗੈਰਾ, ਚਲੋ ਸ਼ਾਪਿੰਗ ਕਰਦੇ ਆ ਬਾਕੀ ਕਲਾਕਾਰਾਂ ਨਾਲ, ਮੈਨੂੰ ਇੱਕ ਥੱਲੇ ਜ਼ਮੀਨ ਤੇ ਕੋਈ ਕੱਪੜੇ ਲਾ ਕੇ ਬੈਠਾ ਸੀਗਾ, ਤੇ ਉਹਦੇ ਕੋਲ ਵਾਈਟ ਕੱਪੜੇ ਦੇ ਉੱਤੇ ਹਲਕਾ ਹਲਕਾ ਕੁਝ ਕੰਮ ਹੋਇਆ, ਟੈਕਸਚਰ ਉਹਦਾ ਬੜਾ ਕਮਾਲ, ਉਹਦਾ ਫੈਬਰਿਕ ਬੜਾ ਕਮਾਲ ਸੀਗਾ, ਤੇ ਉਹ ਸਾਰਾ ਇੱਕੋ ਜਿਹਾ ਹੀ ਸੀਗਾ। ਮੈਂ ਕਿਹਾ ਯਾਰ ਇਹ ਤੇ, ਜਦੋਂ ਮੈਂ ਇਸ ਕੱਪੜੇ ਦੇ ਉੱਤੇ ਇਹ ਲਾਈਟ ਪਾਵਾਂਗਾ ਤੇ ਇਹ ਟੈਕਸਚਰ ਬੜਾ ਹੀ ਮੀਨਿੰਗਫੁਲ ਬਣ ਜਾਏਗਾ। ਯਾਨੀ ਮੈਨੂੰ ਇਮੀਡੀਏਟਲੀ ਸਟ੍ਰੋਕ ਕੀਤਾ ਇਹ ਚੀਜ਼ ਕਿ ਇਹ ਬੜਾ ਮੀਨਿੰਗਫੁਲ ਬਣੇਗਾ, ਇਸ ਕੱਪੜੇ ਦਾ ਟੈਕਸਚਰ ਜਿਹੜਾ, ਜਦੋਂ ਇਧਰੋਂ ਸਟ੍ਰੋਕ ਆਏਗਾ ਲਾਈਟ ਦਾ, ਗ੍ਰੀਨ ਆਏਗਾ, ਇਧਰੋਂ ਬਲੂ ਆਏਗਾ, ਬੈਕ ਤੋਂ ਮੈਂ ਰੈੱਡ ਦਿਆਂਗਾ, ਜਾਂ ਲਾਈਟ ਜਦੋਂ ਚੇਂਜ ਹੋਏਗੀ ਤੇ ਕੁਝ ਨਾ ਕੁਝ ਹੋਰ ਬਣੇਗਾ। ਤੇ ਇਹਦੇ ਉੱਤੇ ਜਿਹੜਾ ਕੰਮ ਹੋਇਆ, ਛੋਟਾ ਛੋਟਾ ਸਿਤਾਰੇ ਲੱਗੇ ਹੋਏ ਆ, ਇਹ ਕੁਝ ਨਾ ਕੁਝ ਮੇਰੀ ਇਮੇਜਿਨੇਸ਼ਨ ਨਾਲ ਜੁੜਦੇ ਆ। ਮੈਂ ਉਹਨੂੰ ਕਿਹਾ, ਮੈਂ ਕਿਹਾ ਕਿੰਨੇ ਪੀਸ ਹੈ ਤੇਰੇ ਕੋਲ? ਉਹ ਕਹਿੰਦਾ ਜੀ ਆ 12 ਕੁ ਪੀਸ ਹੀ ਬਚੇ ਆ। ਮੈਂ ਕਿਹਾ ਮੈਨੂੰ ਸਾਰੇ ਦੇ ਦੇ। ਮੈਂ ਉੱਥੇ ਸਾਰੇ ਚੁੱਕ ਲਿਆਂਦੇ, ਉਹ ਸਾਰੇ 12 ਦੇ 12 ਪੀਸ ਹੀ ਉਹਦੇ ਕੋਲੋਂ, ਜਿੰਨੇ ਦੇ ਵੀ ਉੱਥੇ ਆਏ ਉੱਥੋਂ ਦੇ ਪੈਸੇ ਦੇ ਹਿਸਾਬ ਨਾਲ, ਤੇ ਉਹ ਮੈਂ ਸਾਰੇ। ਔਰ ਬੜੇ ਸਾਲਾਂ ਬਾਅਦ ਆ ਕੇ ਫਿਰ ਮੈਂ ਆਪਣੇ ਪਲੇ, ਤੁਸੀਂ ਪੁਲਿਸ ਰਾਤ ਮੇਰਾ ਖਿਆਲ ਪਲੇ ਦੇਖਿਆ ਹੋਣਾ ਸ਼ਬਦੀਸ਼, ਪੁਲਿਸ ਰਾਤ, ਉਹਦੇ ਵਿੱਚ ਲਾਸਟ ਵਿੱਚ ਪੁਲ ਬਣਦਾ ਇੱਕ, ਹੈ ਨਾ, ਇਹਦੇ ਵਿੱਚ ਇੱਕ ਫੈਬਰਿਕ ਆਉਂਦਾ ਵਾਈਟ ਕਲਰ ਦਾ ਸਿਤਾਰਿਆਂ ਵਾਲਾ, ਹੈ ਨਾ, ਉਹ ਪੁਲ ਦੀ ਤਰ੍ਹਾਂ, ਉਹਦੇ ਉੱਤੇ ਉਹ ਕੁੜੀ ਖੜਦੀ ਅਖੀਰ ਤੇ ਉਹ ਪੁਲ ਵਾਲੇ ਜਿਹੜਾ ਫੈਬਰਿਕ ਹੈ ਉਹਦੇ ਨਾਲ ਦਾ ਅਖੀਰ ਤੇ ਉਹਦੇ ਸਿਰ ਤੇ ਦੁਪੱਟਾ ਆ ਜਾਂਦਾ। ਉਹ ਮੈਨੂੰ ਲੱਗਾ ਵੀ ਇਹ ਮੇਰਾ ਅੱਜ ਇੰਨੇ ਸਾਲ ਪਹਿਲਾਂ ਲਿਆਂਦਾ ਹੋਇਆ ਕੱਪੜਾ, ਉਹ ਫੈਬਰਿਕ, ਉਹ ਮੈਂ ਫੈਬਰਿਕ ਦੇ ਉੱਤੇ ਫਿਰ ਮੈਂ ਬਲੂ ਕਲਰ ਦੇ ਸਟ੍ਰੋਕ ਦਿੱਤੇ, ਤੇ ਉਹ ਜਿਹੜੀ ਕੁੜੀ ਹੈ ਉਹ ਪੁਲ ਦੇ ਨਾਲ ਪੁਲ ਹੋ ਜਾਂਦੀ ਅਖੀਰ ਦੇ ਉੱਤੇ, ਜਿਹੜੀ ਹੈ ਨਾ, ਉਹਦਾ ਦੁੱਖ ਜਿਹੜਾ ਇੰਨਾ ਵੱਡਾ ਹੈ ਕਿ ਉਹ ਪੁਲ ਸਿਰਾਤ, ਉਹ ਪੁਲ ਸਿਰਾਤ ਦੇ ਨਾਲ ਉਹ ਵੀ ਪੁਲ ਸਿਰਾਤ ਬਣ ਜਾਂਦੀ ਹੈ। ਤੇ ਉਹ ਮੈਂ ਇੰਨੇ ਸਾਲਾਂ ਬਾਅਦ ਆ ਕੇ ਫਿਰ ਮੈਂ ਉੱਥੇ ਉਹ ਕੱਪੜਾ ਯੂਜ਼ ਕੀਤਾ। ਸੋ ਏਦਾਂ ਹੀ ਮੈਂ ਕਈ ਵਾਰੀ, ਤੁਸੀਂ ਮੇਰਾ ਯਾਤਰਾ 47 ਵੇਖਿਆ 1947, ਉਹਦੇ ਵਿੱਚ ਮੈਂ ਲੱਕੜ ਦੀਆਂ ਪੌੜੀਆਂ ਯੂਜ਼ ਕੀਤੀਆਂ, ਜਿਹੜੀਆਂ ਜਿਹਨੂੰ ਘੋੜਾ ਪੌੜੀ ਕਹਿੰਦੇ ਆਪਾਂ, ਏਦਾਂ ਕਰਕੇ ਹੁੰਦੀ ਹੈ, ਉਹਦੇ ਇਸ ਤਰ੍ਹਾਂ ਡੰਡੇ ਹੁੰਦੇ ਆ,
ਉਹ ਮੇਰੇ ਲਾਗੇ ਮੇਰੇ ਬਾਜ਼ਾਰ ਜਾਈਏ ਤੇ ਤੁਸੀਂ ਸਟੇਸ਼ਨ ਦੇ ਲਾਗੇ ਬਾਹਰ ਨਿਕਲੋ ਤੇ ਉੱਥੇ ਉਹ ਬਣਦੀਆਂ ਨੇ ਪੌੜੀਆਂ। ਉਵੇਂ ਮੈਨੂੰ ਅਚਾਨਕ ਮੈਨੂੰ ਲੱਗਾ, ਵੇਖਿਆ ਬੜੀਆਂ ਇੰਟਰਸਟਿੰਗ ਹੈ ਐਵੇਂ, ਤੇ ਵੇਖਿਆ ਓਕੇ ਉਹਨਾਂ ਦੇ ਵਿੱਚੋਂ ਦੀ ਜੇ ਲਾਈਟ ਛੜ ਕੇ ਆਏਗੀ ਉਹਦੇ ਜਿਹੜੇ ਸ਼ੈਡੋ ਬਣਨਗੇ ਤੇ ਉਹ ਬੜਾ ਜ਼ਿਗ ਜ਼ੈਗ ਹੋਏਗਾ, ਪਰ ਉਹ ਕਿਹੜੇ ਪਲੇ 'ਚ ਹੋਏਗਾ ਮੈਨੂੰ ਨਹੀਂ ਸੀ ਪਤਾ। ਫਿਰ ਜਦੋਂ ਮੈਂ ਯਾਤਰਾ 1947 ਡਿਜ਼ਾਈਨ ਕਰ ਰਿਹਾ ਸੀ ਔਰ ਉਹਦੇ ਮੈਨੂੰ ਕਿਉਂਕਿ ਉਹ 'ਚ ਇੰਨੇ ਸੀਨ ਸੀ ਉਸ ਨਾਟਕ ਦੇ ਵਿੱਚ, ਤੇ ਮੈਨੂੰ ਲੱਗਾ ਵੀ ਇਹਦਾ ਇੱਕ ਮੈਂ ਬੇਸਿਕ ਸੈੱਟ ਰੱਖਾਂਗਾ ਜਿਹਨੂੰ ਮੈਂ ਲਾਈਟ ਦੇ ਨਾਲ ਮੂਡ ਦਿਆਂਗਾ। ਇੱਕ ਸੈੱਟ ਜਿਹੜਾ ਉਹ ਕਦੀ ਘਰ ਵੀ ਬਣ ਜਾਏਗਾ, ਕਦੀ ਉਹ ਜਿਹੜੇ ਦੰਗਿਆਂ 'ਚੋਂ ਉਜੜੇ ਲੋਕਾਂ ਲਈ ਜਿਹੜੀ ਸ਼ੈਲਟਰ ਦੀ ਜਗ੍ਹਾ ਸੀ ਦਿੱਲੀ ਦੇ ਵਿੱਚ ਉਹ ਬਣ ਜਾਏਗੀ, ਹੈ ਨਾ, ਤੇ ਕਦੀ ਉਹ ਖੇਤ ਬਣ ਜਾਣਗੀਆਂ ਪੌੜੀਆਂ, ਕਦੀ ਉਹਨਾਂ ਲਈ ਉਹ ਘਰਾਂ ਦੀਆਂ ਛੱਤਾਂ ਬਣ ਜਾਣਗੀਆਂ ਪੌੜੀਆਂ। ਸੋ ਮੈਂ ਉਹਨਾਂ ਨੂੰ ਉਸ ਤਰ੍ਹਾਂ ਦਾ ਮੀਨਿੰਗ ਦੇਣੇ ਸ਼ੁਰੂ ਕੀਤੇ ਉਸ ਆਪਣੀ ਲਾਈਟਿੰਗ ਦੇ ਨਾਲ, ਉਹਨਾਂ ਦੇ ਐਂਗਲ ਚੇਂਜ ਕਰ ਕਰਕੇ। ਔਰ ਉਸ ਤੁਸੀਂ ਪੌੜੀਆਂ ਦੇ ਥੱਲੇ ਤੁਹਾਨੂੰ ਯਾਦ ਹੋਏਗਾ ਇੱਕ ਮੈਂ ਬੜਾ ਵੱਡਾ ਵਾਈਟ ਕੱਪੜਾ ਵਿਛਾਉਣਾ ਵਾ ਜਿਹਦੇ ਉੱਤੇ ਮੈਂ ਪੱਤਿਆਂ ਦਾ ਇੱਕ ਡਿਜ਼ਾਈਨ ਬਣਾ ਕੇ ਦਿੱਤਾ ਸੀ। ਸੋ ਮੈਂ ਪਹਿਲਾਂ ਵਾਈਟ ਫੈਬਰਿਕ ਲੈ ਕੇ ਉਹਦਾ ਬਹੁਤ ਵੱਡਾ ਕੱਪੜਾ ਸਲਵਾ ਕੇ ਪੂਰਾ ਪਰਦਾ ਜਿਹੜਾ ਵੀ ਵੱਡੀ ਤੋਂ ਵੱਡੀ ਸਟੇਜ ਵੀ ਢੱਕ ਲੈਂਦਾ ਹੈ। ਫਿਰ ਅਸੀਂ ਕੁਝ ਪਿੱਪਲ ਦੇ ਪੱਤੇ, ਬੋੜ ਦੇ ਪੱਤੇ, ਵੱਡੇ ਛੋਟੇ ਪੱਤੇ ਵੱਖ-ਵੱਖ ਲੈ ਕੇ ਅਸੀਂ ਫਿਰ ਉਹ ਫੈਬਰਿਕ ਕਲਰ ਲੈ ਕੇ ਉਹ ਮੇਰੇ ਕਲਾਕਾਰਾਂ ਨੇ ਆਪ ਉਹਦੇ ਤੇ ਡਿਜ਼ਾਈਨ ਕੀਤੇ, ਉਹ ਜਿਹੜੇ ਪੱਤੇ ਸੀਗੇ ਕਿ ਉਹਦੇ ਨਾਲ ਵੀ ਵੱਡੇ ਛੋਟੇ ਜ਼ਿਗ ਜ਼ੈਗ ਕਰਦੇ ਹੋਏ। ਤੇ ਉਹਦਾ ਕਾਰਨ ਇਹ ਸੀ ਕਿ ਮੈਨੂੰ ਹਮੇਸ਼ਾ ਲੱਗਦਾ ਸੀ ਕਿ ਜਦੋਂ 1947 ਹੋਇਆ ਹੋਏਗਾ ਸਾਰਾ ਕੁਝ ਸੁੱਕ ਸੜ ਗਿਆ ਹੋਏਗਾ, ਕਿ ਉਸ ਵੇਲੇ ਹਰਿਆ ਰੰਗ ਤੇ ਕਿਤੇ ਬਚਿਆ ਹੀ ਨਹੀਂ ਹੋਏਗਾ। ਏਦਾਂ ਮੈਨੂੰ ਲੱਗਦਾ ਕਿ ਜਿਹੜੇ ਖੇਤ ਵੀ ਹਰੇ ਹੋਣਗੇ ਉਹ ਖੇਤ ਹਰੇ ਰਹਿ ਨਹੀਂ ਗਏ ਹੋਣੇ, ਉਹਨਾਂ ਦੇ ਵਿੱਚ ਇੰਨਾ ਖੂਨ ਵਗਿਆ ਹੋਏਗਾ, ਇੰਨੇ ਲੋਕ ਵੱਢੇ ਗਏ ਹੋਣਗੇ ਖੇਤਾਂ 'ਚ ਕਿ ਉਹਦੇ ਵਿੱਚ ਵੀ ਕੁਝ ਪਿੱਛੇ ਬਾਕੀ ਨਹੀਂ ਬਚਿਆ ਹੋਣਾ। ਸਭ ਕੁਝ ਜਾਂ ਤਾਂ ਲਾਲ ਹੋ ਗਿਆ ਹੋਏਗਾ ਜਾਂ ਕੁਝ ਸੁੱਕ ਸੜ ਗਿਆ ਹੋਏਗਾ, ਸਾਰਾ ਕੁਝ ਹਰਿਆਵਲ ਤੇ ਕਿਤੇ ਬਚੀ ਨਹੀਂ ਹੋਣੀ, ਕਿਉਂਕਿ ਹਰਿਆਵਲ ਜਦੋਂ ਕਿਸੇ ਇਨਸਾਨ ਦੇ ਅੰਦਰ ਨਾ ਬਚੇ ਤੇ ਉਹ ਬਾਹਰ ਵੀ ਨਹੀਂ ਬਚਦੀ। ਸੋ ਮੈਂ ਆਪਣੇ ਉਸ ਡਿਜ਼ਾਈਨ ਦੇ ਰਾਹੀਂ ਉਹ ਸਾਰੇ 1947 ਦਾ ਜਿਹੜੀ ਬੇਸਿਕ ਮੂਡ ਸੀਗਾ, ਜਿਹੜਾ 47 ਦੀ ਵੰਡ ਦਾ ਜਿਹੜਾ ਕਿ ਲੋਕਾਂ ਦੇ ਦਰਦ ਦਾ ਜਿਹੜਾ ਮੂਡ ਸੀਗਾ, ਮੈਂ ਆਪਣੀ ਉਸ ਡਿਜ਼ਾਈਨ ਦੇ ਰਾਹੀਂ ਜਿਹੜਾ ਉਸ ਨੂੰ ਦੇਣਾ ਸ਼ੁਰੂ ਕੀਤਾ। ਤੇ ਉਹਨੂੰ ਬੜੀ ਤਾਕਤ ਮਿਲੀ ਮੇਰੇ ਉਸ ਨਾਟਕ ਨੂੰ, ਮੇਰੇ ਉਹ ਕਲਾਕਾਰਾਂ ਨੂੰ, ਕਿ ਜਦੋਂ ਰੀਂਗਦੇ ਹੋਏ ਵੱਡੇ ਹੋਏ ਦੇਸ਼ ਦੇ ਵਿੱਚੋਂ ਜਾਂਦੇ ਆ ਔਰ ਉਹਨਾਂ ਪੱਤਿਆਂ ਨੂੰ ਟੱਚ ਕਰਦੇ ਹੋਏ ਜਾਂਦੇ ਆ, ਉਹਨਾਂ ਨੂੰ ਹਟਾਉਂਦੇ ਹੋਏ ਜਾਂਦੇ ਆ ਰਸਤੇ 'ਚੋਂ, ਤਾਂ ਉਹ ਏਦਾਂ ਲੱਗਦਾ ਸੀ ਜਿਵੇਂ ਉਹ ਕਾਫਲੇ ਜਿਹੜੇ ਲੁੱਟੇ ਪੁੱਟੇ ਲੋਕਾਂ ਦੇ, ਉਹ ਡਿਜ਼ਾਈਨ ਦੇ ਨਾਲ ਉਹਨਾਂ ਨੂੰ ਉਹ ਬਹੁਤ ਕੁਝ ਕਹਿ ਲੋ ਕਿ ਮੂਡ ਦਿੰਦੇ ਸੀਗੇ। ਸੋ ਏਦਾਂ ਦੇ ਬਹੁਤ ਸਾਰੇ ਡਿਜ਼ਾਈਨ ਹੈ। ਮੈਂ ਸਮਝਦਾ ਹੁੰਦਾ ਹਮੇਸ਼ਾ ਜਿਹੜਾ ਕਿ ਕਈ ਵਾਰੀ ਮੈਨੂੰ ਮੇਰੇ ਫੈਬਰਿਕ ਦੇ ਉੱਤੇ ਕਈ ਵਾਰੀ ਕੁਝ ਲੋਕ ਬੜਾ ਆਸਾਨੀ ਦੇ ਨਾਲ ਉਹਨੂੰ ਕੋਈ ਗੱਲ ਕਰ ਲੈਂਦੇ ਆ ਵੀ ਲਓ ਜੀ ਭਾਜੀ, ਤੇ ਉਹ ਲੋਕ ਉਹੀ ਹੁੰਦੇ ਜਿਨ੍ਹਾਂ ਨੂੰ ਫੈਬਰਿਕ ਦੇ ਟੈਕਸਚਰ ਦੀ ਸਮਝ ਨਹੀਂ ਹੈ, ਜਾਂ ਕਹਿ ਲਓ ਕਿ ਉਹਨਾਂ ਨੂੰ ਡਿਜ਼ਾਈਨ ਦੀ ਸਮਝ ਨਹੀਂ ਹੈ। ਉਹ ਕਹਿੰਦੇ ਲਓ ਜੀ ਉਹ ਦੋ ਕੁ ਚੁੰਡੀਆਂ ਟੰਗੀਆਂ ਸੀਗੀਆਂ, ਹੈ ਨਾ, ਅਸੀਂ ਵੀ ਦੋ ਕੁ ਚੁੰਡੀਆਂ ਟੰਗਤੀਆਂ। ਮੈਂ ਹਾਲਾਂਕਿ ਮੈਂ ਚੁੰਨੀਆਂ ਵਾਲਾ ਫੈਬਰਿਕ ਕਦੀ ਜ਼ਿੰਦਗੀ 'ਚ ਯੂਜ਼ ਨਹੀਂ ਕੀਤਾ। ਫੈਬਰਿਕ ਦੇ ਵਿੱਚ ਹੋਰ ਬੜਾ ਕੁਝ ਹੁੰਦਾ ਆ, ਬਹੁਤ ਮਟੀਰੀਅਲ ਹੈ, ਕਿਉਂਕਿ ਮੈਂ ਸਮਝਦਾ ਕਿ ਇਹ ਜਿਹੜੀ ਦੀ ਲੈਂਗੁਏਜ ਆਫ ਫੈਬਰਿਕ ਹੈ, ਫੈਬਰਿਕ ਦੇ ਅੰਦਰ ਇੱਕ ਲੈਂਗੁਏਜ ਹੁੰਦੀ ਹੈ, ਉਹਨੂੰ ਸਮਝਣਾ ਬਹੁਤ ਜ਼ਰੂਰੀ ਹੈ। ਫੈਬਰਿਕ ਦੇ ਅੰਦਰ ਇੱਕ ਰਿਦਮ ਹੁੰਦੀ ਹੈ, ਉਹੀ ਰਿਦਮ ਜਿਹੜੀ ਮਿਊਜ਼ਿਕ ਦੇ ਅੰਦਰ ਹੁੰਦੀ ਹੈ ਉਹ ਰਿਦਮ ਫੈਬਰਿਕ ਦੇ ਅੰਦਰ ਵੀ ਹੁੰਦੀ ਹੈ। ਫੈਬਰਿਕ ਦਾ ਜਿਹੜਾ ਟੈਕਸਚਰ ਹੈ ਉਹ ਤੁਹਾਨੂੰ ਬਹੁਤ ਹੈਲਪ ਕਰਦਾ ਹੈ। ਜਿਹੜੀ ਫਾਲ ਆਫ ਫੈਬਰਿਕ ਜਿਹੜੀ ਹੈ ਉਹ ਤੁਹਾਨੂੰ ਬਹੁਤ ਹੈਲਪ ਕਰੇਗੀ। ਲੇਅਰਸ ਆਫ ਫੈਬਰਿਕ ਜਿਹੜੀ ਹੈ, ਫੈਬਰਿਕ ਦੀਆਂ ਬੜੀਆਂ ਲੇਅਰਸ ਨੇ, ਉਹ ਤੁਹਾਨੂੰ ਇੱਕ ਮੀਨਿੰਗ ਦੇਣਗੀਆਂ ਤੁਹਾਡੇ ਡਿਜ਼ਾਈਨ ਨੂੰ। ਜਿਹੜੀ ਫੀਲ ਆਫ ਫੈਬਰਿਕ ਹੈ, ਫੀਲ ਤੁਸੀਂ ਲੈਂਦੇ ਹੋ ਫੈਬਰਿਕ ਦੀ, ਸ਼ੇਡਸ ਆਫ ਫੈਬਰਿਕ ਹੈ, ਮੂਡਸ ਆਫ ਫੈਬਰਿਕ ਹੈ। ਸੋ ਇਹ ਜਿਹੜੀਆਂ ਇੰਨੀਆਂ ਚੀਜ਼ਾਂ ਛਿਪੀਆਂ ਹੋਈਆਂ ਇੱਕ ਫੈਬਰਿਕ ਦੇ ਅੰਦਰ ਹੈ, ਉਹ ਜੇਕਰ ਤੁਸੀਂ ਇੱਕ ਡਿਜ਼ਾਈਨਰ ਦੇ ਤੌਰ ਤੇ ਸਮਝ ਲੈਂਦੇ ਹੋ ਤੇ ਤੁਹਾਨੂੰ ਚੀਜ਼ਾਂ ਨੂੰ ਡਿਜ਼ਾਈਨ ਕਰਨਾ ਆਸਾਨ ਹੋ ਜਾਏਗਾ। ਤੁਸੀਂ ਆਪਣੇ ਐਕਟਰਾਂ ਨੂੰ ਜੇਕਰ ਸਮਝਾ ਸਕੋ ਇਹ ਚੀਜ਼ਾਂ, ਉਹਦੀ ਫੀਲ ਨੂੰ, ਉਹਦੀ ਫਾਲ ਨੂੰ, ਹੈ ਨਾ, ਉਹਦੀਆਂ ਲੇਅਰਸ ਨੂੰ, ਉਹਦੇ ਰਿਦਮ ਨੂੰ, ਉਹਦੀਆਂ ਸ਼ੇਡਸ ਨੂੰ, ਜਿਹੜਾ ਤੇ ਉਹ ਮੈਂ ਸਮਝਦਾ ਕਿ ਜਿਵੇਂ ਮੈਂ ਛੋਟੀ ਜਿਹੀ ਇੱਕ ਐਗਜ਼ਾਮਪਲ ਹੋਰ ਦੇਣਾ, ਮੈਨੂੰ ਸ਼ਬਦੇਸ਼ ਤੁਸੀਂ ਰੋਕ ਦੇਣਾ ਜਦੋਂ ਰੋਕਣਾ ਹੋਇਆ। ਕੋਈ ਗੱਲ ਨਹੀਂ, ਨੋ ਪ੍ਰੋਬਲਮ। ਮੈਨੂੰ ਲੱਗ ਰਿਹਾ ਕੁਝ ਗੱਲਾਂ ਐਸੀਆਂ ਆ ਰਹੀਆਂ ਕਿ ਮੈਂ ਹਾਲੇ ਇੱਕ ਅੱਧਾ ਮਿੰਟ ਜ਼ਰੂਰ ਹੋਰ ਸੁਣ ਲਵਾਂ। ਹਾਂ, ਪਰ ਤੁਸੀਂ 1 ਮਿੰਟ ਲਈ ਜੇ ਰੋਕ ਹੀ ਗਏ ਹੋ ਤੇ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਸਵਾਲ ਕਰਦਾ।
ਬਹੁਤ ਸਾਰੇ ਉਹਨਾਂ ਦੋਸਤਾਂ ਦੇ ਜ਼ਿਕਰ ਵੀ ਕਰ ਦਿੰਦਾ ਜਿਹੜੇ ਆਪਾਂ ਨੂੰ ਦੇਖ ਰਹੇ ਨੇ। ਲੱਖਾ ਲਹਿਰੀ ਆਪਾਂ ਨੂੰ ਦੇਖ ਰਹੇ ਨੇ, ਕੁਮਾਰ ਪਵਨਦੀਪ ਆਪਾਂ ਨੂੰ ਦੇਖ ਰਹੇ ਨੇ, ਇੰਦਰਜੀਤ ਭਾਟੀਆ ਦੇਖ ਰਹੇ ਨੇ, ਔਰ ਕੋਰਟ ਮਾਰਸ਼ਲ ਨਾਟਕ ਨੂੰ ਉਹ ਯਾਦ ਕਰ ਰਹੇ ਨੇ। ਉਹ ਕਹਿੰਦੇ ਜਦੋਂ ਮੈਂ ਪਹਿਲੀ ਵਾਰੀ ਦੇਖਿਆ ਸੀ ਤੇ ਮੈਨੂੰ ਲੱਗਿਆ ਕਿ ਹਾਂ ਏਦਾਂ ਦੇ ਵੀ ਨਾਟਕ ਹੁੰਦੇ ਨੇ। ਚੰਦਰ ਅਦੀਬ ਦਾ ਇੱਕ ਸਵਾਲ ਆਇਆ, ਸਾਡਾ ਚੰਦਰ ਅਦੀਬ, ਇਹ ਸਾਡਾ ਇਹ ਨੌਜਵਾਨ ਹੈ ਜਿਹਨੇ ਅੱਜ ਕੱਲ੍ਹ ਨਾਟਕ ਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ। ਉਹ ਕਹਿੰਦਾ ਨਾਟਕਾਂ 'ਚ ਤੇ ਅਸੀਂ ਬਥੇਰੀਆਂ ਤੁਹਾਡੀਆਂ ਚੀਜ਼ਾਂ ਦੇਖੀਆਂ, ਪਰ ਅਸੀਂ ਦੇਖ ਰਹੇ ਹਾਂ ਤੁਸੀਂ ਜਿੱਥੇ ਗੱਲ ਕਰ ਰਹੇ ਹੋ ਇਹਦੇ ਪਿੱਛੇ ਵੀ ਉਹ ਘੰਟੀਆਂ ਲਟਕ ਰਹੀਆਂ ਨੇ ਪਰਾਂਦੀ ਨਾਲ, ਇੱਥੇ ਵੀ ਕੋਈ ਡਿਜ਼ਾਈਨਿੰਗ ਹੈ? ਇਹ ਮੈਂ ਇਸ ਵੇਲੇ ਆਪਣੇ ਮੰਚ ਰੰਗਮੰਚ ਦੇ ਆਫਿਸ ਬੈਠਾ ਹੋਇਆ, ਪੁਤਲੀ ਘਰ ਜਿਹੜਾ ਸਾਡਾ ਰੰਗਮੰਚ ਭਵਨ ਹੈ ਉਹਦੇ ਵਿੱਚ ਮੈਂ ਬੈਠਾ ਮੇਰੇ ਆਫਿਸ 'ਚ, ਤੇ ਇਹ ਵੀ ਹਾਂ ਇਹ ਡਿਜ਼ਾਈਨ ਦੀਆਂ ਘੰਟੀਆਂ ਜਿਹੜੀਆਂ ਲਟਕ ਰਹੀਆਂ ਨੇ, ਇਹ ਤੁਸੀਂ ਦੇਖੋ ਇਹ ਛੱਤ ਤੋਂ ਆ ਰਹੀਆਂ, ਇਹ ਲਟਕਦੀਆਂ ਹੋਈਆਂ ਏਦਾਂ ਨੇ ਕੁਝ। ਕਿਆ ਬਾਤ ਹੈ, ਕਿਆ ਬਾਤ ਹੈ। ਸੋ ਇਹ ਜਿਹੜੀਆਂ ਏਦਾਂ ਤੇ ਇਹ ਅਚਾਨਕ ਜਦੋਂ ਮੈਂ ਲੰਘਦਾ ਵਾ ਨਾ ਤੇ ਏਦਾਂ ਮੇਰਾ ਹੱਥ ਕਦੀ ਲੱਗਦਾ ਹੈ, ਤੇ ਇਹਦੇ ਨਾਲ ਮੈਨੂੰ ਨਾ ਲੱਗਦਾ ਵੀ ਇਹਦੇ ਅੰਦਰ ਕੋਈ ਹੋਰ ਵੀ ਹੈਗਾ ਮੇਰੇ ਨਾਲ, ਮੈਂ ਇਕੱਲਾ ਹੀ ਨਹੀਂ ਦਫ਼ਤਰ 'ਚ, ਕੋਈ ਹੋਰ ਵੀ ਇੱਕ ਮਿਊਜ਼ਿਕ ਕੋਈ ਦੇ ਰਿਹਾ, ਕੋਈ ਸੁਣ ਰਿਹਾ। ਕਦੀ ਇਹ ਘੰਟੀਆਂ ਪੱਖੇ ਦੀ ਹਵਾ ਨਾਲ ਵੱਜਣ ਲੱਗ ਪੈਂਦੀਆਂ, ਕਦੀ ਮੇਰਾ ਹੱਥ ਵੱਜਦਾ, ਕਦੀ ਕੋਈ ਕਲਾਕਾਰ ਆਉਂਦਾ ਮੈਨੂੰ ਮਿਲਣ ਲੱਗਦਾ ਉਹਦਾ ਹੱਥ ਵੱਜ ਜਾਂਦਾ, ਤੇ ਇੱਕ ਸੰਗੀਤਮਈ ਹੋ ਜਾਂਦਾ ਮੇਰਾ ਕਮਰਾ ਜਿਹੜਾ। ਸੋ ਇੱਕ ਸ਼ਬਦੇਸ਼ ਮੈਂ ਹੋਰ ਚੀਜ਼ ਜਿਹੜੀ ਆ ਨਾ, ਮੇਰਾ ਖਿਆਲ ਹੈ ਕਿ ਜਦੋਂ ਅਸੀਂ ਡਿਜ਼ਾਈਨਰ ਡਿਜ਼ਾਈਨ ਦੀ ਗੱਲ ਕਰਦੇ ਆ ਤੇ ਮੇਰਾ ਖਿਆਲ ਹੈ ਕਿ ਸਿਰਫ ਸੈਟ ਡਿਜ਼ਾਈਨ ਨੂੰ ਹੀ ਡਿਜ਼ਾਈਨ ਨਾ ਸਮਝ ਲਿਆ ਜਾਏ। ਬਹੁਤ ਜ਼ਰੂਰੀ ਗੱਲ ਹੈ, ਇਹ ਬਹੁਤ ਜ਼ਰੂਰੀ ਗੱਲ ਹੈ, ਸਮਝਣਾ ਚਾਹੀਦਾ। ਤੁਸੀਂ ਜਦੋਂ ਡਿਜ਼ਾਈਨ ਕਰਦੇ ਹੋ ਉਹਦੇ ਵਿੱਚ ਲਾਈਟ ਵੀ ਹੁੰਦੀ ਆ, ਕਾਸਟਿਊਮ ਵੀ ਹੁੰਦੇ, ਮੇਕਅਪ ਵੀ ਹੁੰਦੇ, ਤੁਹਾਡਾ ਬਖੌਟੇ ਵੀ ਹੁੰਦੇ ਆ, ਤੁਹਾਡਾ ਐਕਟਰ ਵੀ ਹੁੰਦਾ ਵਾ, ਤੁਹਾਡੇ ਕੋਲ ਸਮੁੱਚੀ ਸਟੇਜ ਹੁੰਦੀ ਆ, ਤੁਹਾਡੇ ਕੋਲ ਆਡੀਅנס ਵੀ ਹੁੰਦੀ ਆ, ਤੁਸੀਂ ਉਹਨੂੰ ਵੀ ਡਿਜ਼ਾਈਨ ਕਰਦੇ ਹੋ। ਕਿਉਂਕਿ ਅਸੀਂ ਜਦੋਂ ਸਟੇਜ ਨੂੰ ਸਾਹਮਣੇ ਵੇਖਦੇ ਹਾਂ ਤਾਂ ਮੇਰਾ ਖਿਆਲ ਹੈ ਕਿ ਇਹਦੇ ਲਈ ਬਿਹਤਰ ਲਫ਼ਜ਼ ਹੋਏਗਾ ਕਿ ਅਸੀਂ ਡਿਜ਼ਾਈਨ ਨਾ ਕਹਿ ਕੇ ਅਸੀਂ ਸੀਨਿਕ ਡਿਜ਼ਾਈਨ ਕਹੀਏ। ਸੀਨਿਕ ਹੋਣਾ ਬਹੁਤ ਲਾਜ਼ਮੀ ਹੈ ਕਿ ਸੀਨਿਕ ਮਤਲਬ ਜੋ ਤੁਹਾਡੀਆਂ ਅੱਖਾਂ ਨੂੰ ਚੰਗਾ ਲੱਗਦਾ ਹੈ, ਜੋ ਤੁਹਾਨੂੰ ਵੇਖਣ ਨੂੰ ਚੰਗਾ ਲੱਗਦਾ ਹੈ। ਕਿ ਅਸੀਂ ਜਿਹੜੇ ਮੈਂ ਕਹਿੰਦਾ ਨਾ ਕਿ ਜਦੋਂ ਮੇਰਾ ਐਕਟਰ ਹੈ ਤੇ ਐਕਟਰ ਕੱਲਾ ਸਟੇਜ ਤੇ ਐਕਟਿੰਗ ਨਹੀਂ ਕਰਦਾ, ਐਕਟਰ ਦੇ ਨਾਲ ਉਹਨੇ ਜਿਹੜੇ ਕਾਸਟਿਊਮ ਪਾਏ ਹੁੰਦੇ ਆ ਨਾ ਉਹ ਵੀ ਐਕਟਿੰਗ ਦਾ ਹਿੱਸਾ ਹੁੰਦੇ ਨੇ। ਉਹ ਅਸੀਂ ਦੱਸਦੇ ਉਹਨੂੰ ਵੀ ਤੂੰ ਏਦਾਂ ਯੂਜ਼ ਕਰਨਾ, ਤੂੰ ਹੱਥ ਦੇ ਉੱਤੇ ਇਹ ਕੱਪੜਾ ਪਾਇਆ ਤੇ ਏਦਾਂ ਲਈ। ਜੇ ਲੱਖਾ ਲਹਿਰੀ ਸੁਣ ਰਿਹਾ ਉਹਨੂੰ ਪਤਾ ਹੋਏਗਾ ਮਹਾਪੰਡਤ ਦੇ ਵਿੱਚ ਉਹਨੇ ਜਦੋਂ ਇੱਕ ਸੈਂਟਰ ਦੇ ਵਿੱਚ ਕੱਲਾ ਇੱਕ ਬਹੁਤ ਸੋਹਣੀ ਮੂਵਮੈਂਟ ਲੈਂਦਾ ਸੀ ਤੇ ਉਹਨੇ ਕਿਵੇਂ ਉਹ ਕੱਪੜਾ ਯੂਜ਼ ਕੀਤਾ ਸੀਗਾ, ਤੇ ਉਹਨੂੰ ਪਤਾ ਹੋਏਗਾ। ਸੋ ਮੇਰਾ ਖਿਆਲ ਹੈ ਕਿ ਉਹਦੀ ਜੁਐਲਰੀ ਵੀ ਜਿਹੜੀ ਹੁੰਦੀ ਹੈ, ਉਹਦੇ ਝੁਮਕੇ ਵੀ ਜਿਹੜੇ ਹੁੰਦੇ ਆ ਐਕਟਰ ਦੇ, ਉਹ ਵੀ ਐਕਟਿੰਗ ਕਰਦੇ ਆ। ਸੋ ਇਹ ਪਾਰਟ ਆਫ ਐਕਟਿੰਗ ਹੁੰਦੀ ਹੈ, ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ। ਕਿ ਮੈਂ ਬੜਾ ਕਲੀਅਰ ਆ ਕਿ ਜਦੋਂ ਅਸੀਂ ਸਟੇਜ ਦੇ ਉੱਤੇ ਹੁੰਦੇ ਆ ਤੇ ਉਸ ਵੇਲੇ ਸਿਰਫ ਅਸੀਂ ਐਕਟਿੰਗ ਨਹੀਂ ਕਰ ਰਹੇ ਹੁੰਦੇ, ਜਿਹੜਾ ਸਾਹਮਣੇ ਦਰਸ਼ਕ ਬੈਠਾ ਹੁੰਦਾ ਹੈ ਉਹ ਵੀ ਸਾਡੇ ਨਾਟਕ ਦਾ ਹਿੱਸਾ ਹੁੰਦਾ ਹੈ, ਉਹ ਵੀ ਸਾਡੇ ਨਾਟਕ ਦੇ ਅੰਦਰ ਵੜਿਆ ਹੁੰਦਾ ਹੈ। ਕਿਉਂਕਿ ਜਦੋਂ ਅਸੀਂ ਰੋਂਦੇ ਆ ਤੇ ਦਰਸ਼ਕ ਵੀ ਰੋਂਦਾ ਹੈ, ਜਦੋਂ ਅਸੀਂ ਹੱਸਦੇ ਆ ਦਰਸ਼ਕ ਵੀ ਹੱਸਦਾ ਹੈ। ਤੇ ਇਸ ਲਈ ਉਹ ਨਾਟਕ ਦਾ ਉਨਾ ਹੀ 100% ਐਕਟਰਾਂ ਦੇ ਨਾਲ ਐਕਟਰ ਬਣਿਆ ਬੈਠਾ ਹੁੰਦਾ ਹੈ ਦਰਸ਼ਕ, ਜਿੰਨੇ ਅਸੀਂ ਸਟੇਜ ਦੇ ਉੱਤੇ ਹੁੰਦੇ ਆ। ਇਸੇ ਕਰਕੇ ਉਹ ਚੰਗਾ ਨਾਟਕ ਵੇਖਣ ਤੋਂ ਬਾਅਦ ਭੱਜ ਕੇ ਆ ਕੇ ਤੁਹਾਨੂੰ ਲਾਸਟ ਵਿੱਚ ਜੱਫੀ ਪਾਉਂਦਾ ਹੈ, ਮਿਲਦਾ ਆ। ਕਈ ਦਰਸ਼ਕ ਰੋਂਦੇ ਆ ਤੁਹਾਡੇ ਗਲੇ ਲੱਗ ਕੇ, ਕਈ ਕਹਿੰਦੇ ਸਾਡੀ ਕਹਾਣੀ ਸੀ ਤੁਸੀਂ ਕਿੱਦਾਂ ਪੇਸ਼ ਕਰ ਦਿੱਤੀ। ਸੋ ਇਹ ਜਿਹੜੀਆਂ ਚੀਜ਼ਾਂ ਨੇ ਤੁਹਾਡੇ ਡਿਜ਼ਾਈਨ ਦੇ ਨਾਲ ਜੁੜੀਆਂ ਹੋਈਆਂ, ਔਰ ਮੈਂ ਬਹੁਤ ਸਾਰੀਆਂ ਐਗਜ਼ਾਮਪਲਸ ਹੋਰ ਇਦਾਂ ਦੀਆਂ ਨਾਲ ਨਾਲ ਜੋੜਦਾ ਜਾਵਾਂਗਾ। ਸ਼ਬਦੀਸ਼ ਤੁਸੀਂ ਹੁਣ ਕੁਝ ਪੁੱਛਣਾ ਪੁੱਛੋ। ਮੈਂ ਪੁੱਛਣ ਹੀ ਵਾਲਾ ਸੀ, ਮੈਂ ਇਹ ਕਹਿਣ ਲੱਗਿਆ ਸੀ ਕਿ ਸਾਨੂੰ ਲਾਡੋ ਨੰਦਨ ਦੇਖ ਰਹੀ ਹੈ, ਤੇ ਜਿਉਂ ਹੀ ਮੈਨੂੰ ਲਾਡੋ ਦਾ ਦੇਖਣਾ ਦਿਸਿਆ ਤਾਂ ਮੈਨੂੰ ਲੱਗਿਆ ਕਿ ਅਸੀਂ ਰਵੀ ਨੰਦਨ ਦੇ ਮਿਊਜ਼ਿਕ ਵਾਲੇ ਉਸ ਪਲੇ ਦੀ ਗੱਲ ਕਰ ਸਕਦੇ ਹਾਂ, ਲੂਣਾ ਦੀ। ਲੂਣਾ ਪਲੇ ਤੁਸੀਂ ਕੀਤਾ, ਔਰ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਮੈਂ ਕੱਪੜੇ ਨੂੰ, ਹਰ ਟੈਕਸਚਰ ਨੂੰ, ਹਰ ਫੈਬਰਿਕ ਨੂੰ ਕਿਸ ਤਰੀਕੇ ਦੇ ਨਾਲ ਇਤਿਹਾਸ ਦੇ ਪ੍ਰਸੰਗ ਦੇ ਵਿੱਚ ਲੈ ਕੇ ਆਉਣਾ। ਤੇ ਮੈਂ ਇਹ ਚਾਹਾਂਗਾ ਕਿ ਤੁਸੀਂ ਇਸ ਗੱਲ ਬਾਰੇ ਵੀ ਜ਼ਰੂਰ ਚਰਚਾ ਕਰੋ ਕਿ ਉਹਦਾ ਮਿਊਜ਼ਿਕ ਡਿਜ਼ਾਈਨ ਕਰਨ ਦੇ ਵਿੱਚ, ਔਰ ਕਿਉਂਕਿ ਤੁਸੀਂ ਸ਼ਿਵ ਦੀ ਪੋਇਟਰੀ ਦੇ ਨਾਲ ਸ਼ਹਿਰਯਾਰ ਜੀ ਕੋਲੋਂ ਗੀਤ ਵੀ ਲਿਖਵਾਏ ਸੀ, ਔਰ ਬਾਕੀ ਪਲੇ ਦੇ ਦੀ ਡਿਜ਼ਾਈਨਿੰਗ ਬਾਰੇ ਵੀ ਜ਼ਰੂਰ ਗੱਲ ਕਰੋ, ਔਰ ਖਾਸ ਕਰਕੇ ਉਹਦੇ 'ਚ ਮਿਊਜ਼ਿਕ ਕਿੰਨਾ ਡਿਜ਼ਾਈਨ ਦਾ ਹਿੱਸਾ ਬਣਿਆ ਸੀ ਉਹਦੇ ਬਾਰੇ ਵੀ ਜ਼ਰੂਰ ਗੱਲ ਕਰੋ। ਉਹ ਜਦੋਂ ਸ਼ਬਦੀਸ਼ ਅਸੀਂ ਲੂਣਾ ਕੀਤਾ ਸੀਗਾ
ਤੇ ਉਹਦੇ ਉੱਤੇ ਤੁਹਾਨੂੰ ਯਾਦ ਹੋਏਗਾ ਕਿ ਅਸੀਂ ਕੋਰਸ ਸਟੇਜ ਦੇ ਉੱਤੇ ਬਿਠਾਇਆ ਸੀਗਾ। ਔਰ ਜਿਹੜਾ ਕਲਰ ਮੈਂ ਨਾਟਕ ਦੇ ਸੈੱਟ ਨੂੰ ਦਿੱਤਾ ਸੀਗਾ ਡਿਜ਼ਾਈਨ ਦੇ ਵਿੱਚ, ਵਾਈਟ ਕਲਰ ਦੇ ਪਿੱਛੇ ਪਿਲਰਸ ਸੀਗੇ, ਉਹਦੇ ਵਿੱਚ ਆਰਚੀਜ਼ ਸੀਗੀਆਂ, ਕੁਝ ਇਦਾਂ ਦੀਆਂ ਡਿਜ਼ਾਈਨ ਕੀਤੀਆਂ, ਪਿਲਰ ਸੀ, ਪਲੇਟਫਾਰਮ ਸੀ। ਉਹੀ ਕਲਰ ਜਿਹੜਾ ਸੀ ਉਹ ਮੈਂ ਇਹਨਾਂ ਨੂੰ, ਜਿਹੜਾ ਮਿਊਜ਼ਿਕ ਟੀਮ ਸੀ, ਉਹਨਾਂ ਦੇ ਥੱਲੇ ਵੀ ਅਸੀਂ ਇੱਕ ਪਲੇਟਫਾਰਮ ਯੂਜ਼ ਕਰਦੇ ਸੀ। ਉਹਨਾਂ ਨੂੰ ਪਲੇਟਫਾਰਮ ਤੇ ਬਿਠਾਉਂਦੇ ਸੀ ਔਰ ਇੱਕ ਤਿਰਛੇ ਐਂਗਲ ਦੇ ਵਿੱਚ ਉਹਨਾਂ ਨੂੰ ਬਿਠਾਇਆ ਜਾਂਦਾ ਸੀ ਔਰ ਉਹਨਾਂ ਦੀ ਕੰਪੋਜੀਸ਼ਨ ਕੀਤੀ ਜਾਂਦੀ ਸੀ ਵੀ ਇੱਥੇ ਰਵੀ ਬੈਠੇਗਾ, ਇੱਧਰ ਢੋਲਕ ਵਾਲਾ ਹੋਏਗਾ, ਉਹਦੇ ਪਿੱਛੇ ਦੋ ਜਣੇ ਉੱਚੇ ਹੋ ਕੇ ਬੈਠਣਗੇ, ਇੱਕ ਜਣਾ ਸਾਈਡ ਤੇ ਥੋੜਾ ਜਿਹਾ ਇਦਾਂ ਬੈਠੇਗਾ ਕਿ ਦੂਜਿਆਂ ਨੂੰ ਕਵਰ ਨਾ ਕਰੇ। ਸੋ ਉਹ ਪੂਰੇ ਇੱਕ ਡਿਜ਼ਾਈਨ ਕੀਤੇ ਜਾਂਦੇ ਸੀ। ਉਸ ਵੇਲੇ ਜਿਹੜਾ ਮਿਊਜ਼ਿਕ ਸੀਗਾ ਇਹ ਤਾਂ ਸਿਰਫ ਉਹਨਾਂ ਦੇ ਬੈਠਣ ਤੱਕ ਸੀ ਕਿ ਉਹ ਡਿਜ਼ਾਈਨ ਦਾ ਹਿੱਸਾ ਸੀ। ਪਰ ਮੇਰਾ, ਕਿਉਂਕਿ ਮੇਰੇ ਨਾਟਕ ਜਿਹੜੇ ਆ, ਮੈਕਸੀਮਮ ਜਿਹੜੇ ਨਾਟਕ ਹੈ ਉਹ ਸਾਰੇ ਲਾਈਵ ਮਿਊਜ਼ਿਕ ਨਾਲ ਜੁੜੇ ਹੋਏ ਨੇ ਤੇ ਮਿਊਜ਼ਿਕ ਮੇਰੇ ਨਾਟਕਾਂ ਦਾ ਬਹੁਤ ਅਹਿਮ ਹਿੱਸਾ ਰਿਹਾ ਹੈ। ਰਵੀ ਨੰਦਨ ਨੇ ਹਮੇਸ਼ਾ ਮੇਰੇ ਨਾਟਕਾਂ 'ਚ ਬਹੁਤ ਖੂਬਸੂਰਤ ਕੰਮ ਕੀਤਾ ਹੈ, ਬੜਾ ਬਿਹਤਰੀਨ ਮਿਊਜ਼ਿਕ ਦਿੱਤਾ ਹੈ। ਔਰ ਜਦੋਂ ਉਹ ਨਾਟਕ ਦਾ ਸੰਗੀਤ, ਜਦੋਂ ਅੱਗ ਟੁਰੀ ਪਰਦੇਸ, ਉਹਦੇ ਵਿੱਚ ਮੈਂ ਅੱਗ ਟੁਰੀ ਪਰਦੇਸ, ਉਹ ਵਾਲਾ ਗੀਤ ਰਵੀ ਨੰਦਨ ਤੇ ਉਹਦੇ ਸਾਥੀਆਂ ਨੇ ਜਦੋਂ ਗਾਇਆ ਤੇ ਉਸ ਵੇਲੇ ਉਹ ਡਿਜ਼ਾਈਨ ਦਾ ਹਿੱਸਾ ਇਸ ਤਰ੍ਹਾਂ ਬਣ ਗਿਆ ਕਿ ਉਹਦੇ ਵਿੱਚ ਮੈਂ ਫਿਰ ਜਿਹੜੀ ਕਲਾਸੀਕਲ ਥੀਏਟਰ ਦੇ ਵਿੱਚ ਰੰਗ ਪੱਟੀ ਯੂਜ਼ ਕੀਤੀ ਜਾਂਦੀ ਹੈ, ਜਿਹੜੇ ਲੋਕ ਸਮਝਦੇ ਆ ਰੰਗ ਪੱਟੀ, ਤੇ ਉਹਦੇ ਵਿੱਚ ਮੈਂ ਉਹ, ਤੁਹਾਨੂੰ ਉਹਦਾ ਡਿਜ਼ਾਈਨ ਵੀ ਯਾਦ ਹੋਏਗਾ ਕਿ ਉਹਦੇ ਵਿੱਚ ਮੈਂ ਅੱਗ ਦੀਆਂ ਜਿਹੜੀਆਂ ਉਹ ਹੈਗੀਆਂ ਸੀਗੀਆਂ ਕਿ ਅੱਗ ਜਾ ਰਹੀ ਹੈ, ਬਲ ਰਹੀ ਹੈ, ਅੱਗ ਦੀਆਂ ਲਾਟਾਂ ਉੱਠਦੀਆਂ ਨਜ਼ਰ ਆ ਰਹੀਆਂ ਸੀ ਪਈਆਂ, ਉਹਦੇ ਉੱਤੋਂ ਦੀ ਕਲੀਰੇ ਲਮਕਦੇ ਪਏ ਆ, ਬਿਲਕੁਲ ਹੈ ਨਾ। ਤੇ ਉਦੋਂ ਲੂਣਾ ਦਾ ਚਿਹਰਾ ਨਜ਼ਰ ਨਹੀਂ ਆਉਂਦਾ, ਉਹਦੇ ਵਿੱਚ ਸਿਰਫ ਕਲੀਰੇ ਨਜ਼ਰ ਆਉਂਦੇ ਆ, ਅੱਗ ਦੀਆਂ ਲਾਟਾਂ ਨਜ਼ਰ ਆਉਂਦੀਆਂ, ਉਹਦੇ ਪਿੱਛੇ ਲੂਣਾ ਨਜ਼ਰ ਆਉਂਦਾ, ਲੂਣਾ ਤੁਰੀ ਆਉਂਦੀ ਹੈ ਤੇ ਉਹਦੇ ਲੂਣਾ ਦੇ ਪੈਰ ਨਜ਼ਰ ਆਉਂਦੇ ਆ। ਔਰ ਇੱਧਰ ਸੰਗੀਤ, ਕਿਉਂਕਿ ਉੱਥੇ ਮੈਨੂੰ ਲੱਗਦਾ ਕਿ ਉਹ ਇੰਨਾ ਖੂਬਸੂਰਤ ਗਾਇਆ ਜਾ ਰਿਹਾ ਸੀ, ਉਦੋਂ ਮੈਂ ਹਾਲੇ ਐਕਟਰ ਦਾ ਚਿਹਰਾ ਨਹੀਂ ਸੀ ਵਿਖਾਉਣਾ ਚਾਹੁੰਦਾ। ਜਿਉਂ ਇਹ ਮਿਊਜ਼ਿਕ ਸਲੋਲੀ ਡ੍ਰੌਪ ਹੁੰਦਾ ਹੈ, ਉਸੇ ਵੇਲੇ ਲੂਣਾ ਦਾ ਚਿਹਰਾ ਉੱਪਰ ਆਉਂਦਾ ਹੈ ਤੇ ਫਿਰ ਸਾਰਿਆਂ ਦਾ ਧਿਆਨ ਜਿਹੜਾ ਲੂਣਾ ਵੱਲ ਕੇਂਦਰਿਤ ਹੋ ਜਾਂਦਾ ਹੈ ਤੇ ਫਿਰ ਉਹ ਲੂਣਾ ਹਾਈਲਾਈਟ ਹੁੰਦੀ ਹੈ। ਸੋ ਮੈਂ ਮਿਊਜ਼ਿਕ ਨੂੰ ਇਸ ਤਰ੍ਹਾਂ ਪਾਰਟ ਆਫ ਆਪਣੇ ਡਿਜ਼ਾਈਨ ਦਾ ਹਿੱਸਾ ਬਣਾ ਲੈਂਦਾ ਹੈ ਕਿ ਇਧਰੋਂ ਜੇ ਇੱਕ ਪਾਸੇ ਤੋਂ ਲੂਣਾ ਦੀ ਐਂਟਰੀ ਹੁੰਦੀ ਹੈ, ਦੂਜੇ ਪਾਸੇ ਤੋਂ ਮਿਊਜ਼ਿਕ ਸ਼ੁਰੂ ਹੁੰਦਾ ਹੈ ਤੇ ਸੈਂਟਰ 'ਚ ਆ ਕੇ ਦੋਵੇਂ ਮਿਲ ਜਾਂਦੇ ਆ ਕਲਾਈਮੈਕਸ ਤੇ। ਔਰ ਇਸੇ ਤਰ੍ਹਾਂ ਦਾ ਇੱਕ ਗੀਤ, ਜਦੋਂ ਮਾਂ ਮੈਂ ਜਾ ਰਿਹਾ ਛੱਡ ਕੇ ਤੇਰੇ ਮਹਿਲ, ਛੱਡ ਕੇ ਤੇਰੇ ਘਰਾਂ, ਤੇ ਉਸ ਦੇ ਵਿੱਚ ਵੀ ਮੈਂ ਉਸ ਜਿਹੜਾ ਕਿ ਇੰਨੀ ਮੂਵਮੈਂਟ ਮੈਂ ਪੂਰਨ ਨੂੰ ਦਿੱਤੀ, ਉਹ ਸਲਵਾਨ ਨੂੰ ਮੂਵਮੈਂਟ ਉਹਦੇ ਵਿੱਚ ਦਿੱਤੀ ਕਿ ਉਹ ਲੱਖਾ ਉਦੋਂ ਸਭ ਤੋਂ ਪਹਿਲੇ ਸ਼ੋਜ਼ ਦੇ ਵਿੱਚ ਪੂਰਨ ਬਣਦਾ ਸੀ, ਹਰਦੀਪ ਗਿੱਲ ਸਲਵਾਨ ਸੀ। ਸੋ ਉਹ ਜਿਹੜੀ ਮੂਵਮੈਂਟ, ਉਹਦੀ ਚਿੱਠੀ ਪੜ੍ਹਦੀ ਤੇ ਪਿੱਛੋਂ ਸਟੇਜ ਤੇ ਆ ਕੇ ਉਹਦਾ ਬੋਲਣਾ ਪੂਰਨ ਦਾ, ਔਰ ਹੌਲੀ ਹੌਲੀ ਅਲੋਪ ਹੋਣਾ, ਉਹ ਸੰਗੀਤ ਦੇ ਨਾਲ ਜੁੜਦਾ ਸੀ। ਅੱਧਾ ਸੰਗੀਤ ਸੀ, ਅੱਧੇ ਉਹਦੇ ਡਾਇਲੌਗ ਸੀ। ਸੰਗੀਤ ਚੱਲਦਾ ਸੀ, ਡਾਇਲੌਗ ਬੋਲਦਾ ਸੀ, ਪਰ ਸੰਗੀਤ ਰੁਕਦਾ ਨਹੀਂ ਸੀ ਉਹਦੇ ਵਿੱਚ। ਥੱਲੇ ਥੱਲੇ ਸੰਗੀਤ ਏਦਾਂ ਡਿਜ਼ਾਈਨ ਕੀਤਾ ਗਿਆ ਵੀ ਉਹਦੇ ਜਿਹੜੇ ਕਹਿ ਲਓ ਕਿ ਡਾਇਲੌਗ ਵੀ ਨਾ ਮਰਨ ਤੇ ਸੰਗੀਤ ਵੀ ਆਪਣੀ ਜਗ੍ਹਾ ਬਣਾਈ ਰੱਖੇ ਤੇ ਐਕਟਰ ਵੀ ਆਪਣੀ ਜਗ੍ਹਾ ਬਣਾਈ ਰੱਖੇ। ਇੱਕ ਉਹਦਾ ਹੋਰ ਖੂਬਸੂਰਤ ਪਲ ਸੀ ਲੂਣਾ ਦਾ ਐਂਡ ਜਿਹੜਾ ਸੀ ਕਿ ਉੱਥੇ ਅਗੇਨ ਜਦੋਂ ਪੂਰਨ ਦੇ ਹੱਥ ਵੱਢੇ ਜਾਂਦੇ ਆ, ਹੱਥ ਪੈਰ ਵੱਢ ਦਿੱਤੇ ਜਾਂਦੇ ਆ, ਤੇ ਮੈਨੂੰ ਹਮੇਸ਼ਾ ਬੜੀ ਇਹ ਤਲਵਾਰਾਂ ਕੁਹਾੜੇ ਵੀ ਉਹਨਾਂ ਨੂੰ ਵੱਢਣ ਤੋਂ, ਇਸ ਤਰ੍ਹਾਂ ਕਰਨ ਤੋਂ ਮੈਨੂੰ ਬੜੀ ਨਫ਼ਰਤ ਹੈ ਸਟੇਜਾਂ ਦੇ ਉੱਤੇ ਵੀ ਜਿਹੜਾ ਕੰਮ ਹੁੰਦਾ ਹੀ ਨਹੀਂ ਹੈ, ਵੀ ਝੂਠਾ ਜਿਹਾ ਮੈਂ ਕਿਉਂ ਕਰਾਂ। ਤੇ ਮੈਂ ਉਹ ਆਪਣੇ ਡਿਜ਼ਾਈਨ ਦਾ ਹਿੱਸਾ ਬਣਾ ਲਿਆ ਉਹਨੂੰ। ਉਹ 'ਚ ਮੈਂ ਇਹੋ ਜਿਹਾ ਫੈਬਰਿਕ ਯੂਜ਼ ਕੀਤਾ, ਲਹੂ ਵਾਲਾ ਕੱਪੜਾ, ਟੈਕਸਚਰ, ਇੱਕ ਏਦਾਂ ਸਖਤ ਟੈਕਸਚਰ ਮੈਂ ਯੂਜ਼ ਕੀਤਾ ਕਿ ਜਿਹਦੇ ਉੱਤੇ ਏਦਾਂ ਲੱਗ ਰਿਹਾ ਕਿ ਲਹੂ ਵਗਦਾ ਆ ਰਿਹਾ। ਉਹ ਲਹੂ ਪੈਰਾਂ ਤੋਂ ਲੈ ਕੇ ਹੱਥਾਂ ਤੱਕ ਪੂਰਨ ਨੂੰ ਕਵਰ ਕਰ ਦਿੰਦਾ, ਪਿੱਛੇ ਉਹਦੇ ਹੱਥ ਪੈਰ ਨਜ਼ਰ ਨਹੀਂ ਆਉਂਦੇ ਉਹਦੇ ਵਿੱਚ। ਪਰ ਜਦੋਂ ਉਹਦੇ ਹੱਥ ਪੈਰ ਵੱਢ ਦਿੱਤੇ ਜਾਂਦੇ ਆ, ਉਹ ਸਿਰ ਮਾੜਾ ਜਿਹਾ ਤਾਂ ਚੁੱਕਦਾ ਹੈ ਤੇ ਉਹਦੇ ਪਿੱਛੇ ਮਿਊਜ਼ਿਕ ਦੀ ਹਮਿੰਗ ਸ਼ੁਰੂ ਹੁੰਦੀ ਹੈ, ਮਾਂ ਮੈਂ ਜਾ ਰਿਹਾ ਛੱਡ ਕੇ ਤੇਰੇ ਘਰਾਂ। ਇੱਥੇ ਉਹਦਾ ਜਾਣਾ ਹੋਰ ਹੈ, ਉੱਥੇ ਜਾਣਾ ਹੋਰ ਹੈ, ਉਹਦੇ ਮਹਿਲ ਛੱਡ ਕੇ ਜਾਣਾ, ਉਹ ਇੱਕ ਮਿਕ ਹੋ ਜਾਂਦੇ ਆ। ਮੈਨੂੰ ਯਾਦ ਆ ਰਿਹਾ ਜਦੋਂ ਮੇਜ਼ਨੀ ਦੇ ਪਲੇ ਦੇ ਵਿੱਚ ਵੀ ਤੁਸੀਂ ਉਹ ਸਿਰ ਦੇ ਉੱਤੇ ਜਿਹੜੀ ਕਰ ਰਹੀ ਸੀ, ਉੱਥੇ ਵੀ ਤੁਸੀਂ ਉਹ ਖੂਨ ਦਾ ਇਸਤੇਮਾਲ ਕੀਤਾ ਔਰ ਉਹ ਵੀ
ਇੱਕਦਮ ਤਸਵੀਰ ਸਾਫ਼ ਹੋ ਗਈ ਕਿ ਕੇਵਲ ਆਪਣੇ ਇਸ ਛੋਟੇ ਜਿਹੇ ਕੁਝ ਪਲਾਂ ਦੇ ਐਕਸ਼ਨ ਦੇ ਨਾਲ ਕੀ ਕਹਿਣਾ ਚਾਹ ਰਹੇ ਨੇ, ਔਰ ਇਹੀ ਸਭ ਤੋਂ ਵੱਡੀ ਕਿਸੇ ਨਿਰਦੇਸ਼ਕ ਦੀ ਪ੍ਰਾਪਤੀ ਹੋ ਸਕਦੀ ਹੈ। ਮੈਂ ਇੱਕ ਗੱਲ ਤੁਹਾਨੂੰ ਕ੍ਰਿਸ਼ਨ ਨਾਟਕ ਦੇ ਹਵਾਲੇ ਨਾਲ ਜ਼ਰੂਰ ਪੁੱਛਣੀ ਚਾਹਾਂਗਾ, ਕਿਉਂਕਿ ਕ੍ਰਿਸ਼ਨ ਮਿਥਿਹਾਸ ਦਾ ਨਾਟਕ ਹੈ, ਪਰ ਉਸ ਮਿਥਿਹਾਸ ਦੇ ਅੰਦਰ ਸਾਡੀ ਜਿਹੜੀ ਇੱਕ ਕਲਚਰਲ ਕਲੈਸ਼ ਚੱਲਦਾ, ਜਿਹਦੇ ਅੰਦਰ ਇੱਕ ਖਾਸ ਕਿਸਮ ਦੇ ਲੋਕਾਂ ਨੂੰ ਅਸੀਂ ਨੈਗੇਟਿਵ ਤਰੀਕੇ ਦੇ ਨਾਲ ਅਪਰੋਚ ਕਰਦੇ ਹਾਂ, ਪਰ ਪਲੇ ਨੇ ਬਿਲਕੁਲ ਉਹਨਾਂ ਲੋਕਾਂ ਨੂੰ ਸੰਘਰਸ਼ ਦੇ ਮੈਦਾਨ ਦੇ ਵਿੱਚ ਖੜੇ ਕਰਕੇ ਇਸਤੇਮਾਲ ਕੀਤਾ। ਔਰ ਜਦੋਂ ਤੁਸੀਂ ਉਸ ਪਲੇ ਨੂੰ ਕਰ ਰਹੇ ਸੀ, ਮੈਨੂੰ ਯਾਦ ਹੈ ਕਿ ਇੱਕ ਜਿਹੜਾ ਅਸੀਂ ਕਦੇ ਕਦੇ ਮੇਲਿਆਂ 'ਚ ਦੇਖਦੇ ਹੁੰਦੇ ਸੀ ਕਿ ਬਹੁਤ ਉੱਚਾ ਬੰਦਾ ਕੋਈ ਡਾਂਗਾਂ ਦੇ ਉੱਤੇ ਤੁਰ ਰਿਹਾ, ਤੁਸੀਂ ਉਸ ਪਲੇ ਦੇ ਵਿੱਚ ਆਪਣੇ ਅਦਾਕਾਰ ਨੂੰ ਵੀ ਉਸ ਤਰੀਕੇ ਦੇ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ। ਔਰ ਮੈਂ ਤੁਹਾਡੇ ਕੋਲੋਂ ਇਹ ਦਿਲਚਸਪੀ ਨਾਲ ਪੁੱਛਣਾ ਚਾਹੁੰਦਾ ਕਿ ਉਸ ਐਕਟਰ ਨੂੰ ਉਹਦੇ ਉਸ ਕਰੈਕਟਰ ਨਾਲ ਮੈਚ ਕਰਨ 'ਚ, ਉਹਦੇ ਨਾਲ ਕੰਫਰਟੇਬਲ ਹੋਣ 'ਚ ਕਿੰਨਾ ਔਖਾ ਹੋਇਆ, ਔਰ ਉਸ ਤੋਂ ਵੀ ਪਹਿਲਾਂ ਤੁਸੀਂ ਕਿਵੇਂ ਇਹ ਕਲਪਨਾ ਕੀਤੀ ਕਿ ਮੇਰਾ ਐਕਟਰ ਇਹ ਕੰਮ ਨਿਭਾ ਸਕਦਾ? ਹਾਂ, ਉਹਦੇ ਵਿੱਚ ਐਕਚੁਅਲੀ ਉਸ ਤੋਂ ਪਹਿਲੇ ਨਾ ਮੈਂ ਸ਼ਬਦੀਸ਼ ਇੱਕ ਕਾਰਨੀਵਲ ਡਿਜ਼ਾਈਨ ਕੀਤਾ ਸੀਗਾ। ਤੁਹਾਨੂੰ ਯਾਦ ਹੋਏਗਾ ਕਿ ਰਮਾ ਭੈਣ ਜੀ, ਰਮਾ ਰਤਨੂਰੀ ਇੱਕ ਬੱਚਿਆਂ ਦਾ ਕਾਫਲਾ ਲੈ ਕੇ ਜਾਂਦੇ ਸੀ ਪੰਜਾਬ ਵਿੱਚ, ਹੈ ਨਾ? ਉਹਦਾ ਨਾਮ ਹੀ ਕਾਫਲਾ ਹੀ ਸੀ। ਕਾਫਲਾ ਸੀ ਬੱਚਿਆਂ ਦਾ, ਲਿਟਰੇਚਰ ਦਾ ਕਾਫਲਾ ਸੀ। ਤੇ ਉਹ ਕਾਫਲਾ ਮੈਂ ਡਿਜ਼ਾਈਨ ਕਰਦਾ ਸੀ। ਉਹ ਕਾਫਲਾ ਮੈਂ ਇਦਾਂ ਡਿਜ਼ਾਈਨ ਕੀਤਾ ਸੀ ਜਿਵੇਂ ਗੋਆ ਕਾਰਨੀਵਲ ਹੈ। ਗੋਆ ਕਾਰਨੀਵਲ ਬਹੁਤ ਵੱਡਾ, ਜਿਹੜੇ ਪਲਾਸਟਿਕ ਦੇ ਜਾਨਵਰ ਹੁੰਦੇ ਆ ਨਾ, ਸਾਨੂੰ ਖਿਡੌਣੇ ਮਿਲ ਜਾਂਦੇ ਆ, ਉਸ ਤਰ੍ਹਾਂ ਦੀਆਂ ਕੈਪ ਦੇ ਉੱਤੇ, ਪੱਤਿਆਂ ਦੇ ਉੱਤੇ ਇਹੋ ਜਿਹੀਆਂ ਬੜੀਆਂ ਚੀਜ਼ਾਂ ਸੀ, ਉਹ ਡਿਜ਼ਾਈਨ ਕੀਤੀਆਂ। ਤੇ ਉਹ ਇੱਕ ਕਾਫਲਾ ਕਪੂਰਥਲੇ ਸ਼ਹਿਰ ਦੇ ਵਿੱਚੋਂ ਦੀ, ਤੇ ਕਹਿ ਲਓ ਕਾਲਾ ਸੰਗੀਆਂ ਦੇ ਵਿੱਚੋਂ ਦੀ ਲੰਘਦਾ ਸੀਗਾ, ਤੇ ਲੋਹੀਆਂ ਚੋਂ ਲੰਘਿਆ ਉਹ ਕਾਫਲਾ ਏਦਾਂ ਦਾ, ਤੇ ਫਿਰੋਜ਼ਪੁਰ ਚੋਂ ਕਾਫਲਾ ਲੰਘਿਆ। ਤੇ ਮੈਨੂੰ ਬੜਾ ਚੰਗਾ ਲੱਗਾ ਕਿ ਮੈਂ ਗੋਆ ਕਾਰਨੀਵਲ ਨੂੰ ਪੰਜਾਬ ਦੇ ਵਿੱਚ ਲੈ ਆਉਂਦਾ। ਉਹਦੇ ਅੱਗੇ ਅੱਗੇ ਸਾਡਾ ਹੁਣ ਇਸ ਵੇਲੇ ਜਿਹੜਾ ਮੁੰਡਾ ਰਜਿੰਦਰ, ਜਿਹਨੂੰ ਤੁਸੀਂ ਰਜਿੰਦਰ ਨੂੰ ਜਾਣਦੇ ਹੋ, ਸੁਖਦੇਵ ਪ੍ਰੀਤ ਦਾ ਛੋਟਾ ਬ੍ਰਦਰ, ਜਿਹੜਾ ਸਭ ਤੋਂ ਛੋਟਾ, ਬੜਾ ਅੱਛਾ ਡਾਇਰੈਕਟਰ ਹੈ। ਉਸ ਮੁੰਡਾ, ਉਹ ਛੋਟਾ ਬੱਚਾ ਸੀ, ਔਰ ਉਹ ਡਾਂਗਾਂ ਤੇ ਮੈਂ ਉਹਨੂੰ ਤੁਰਨਾ ਸਿਖਾਇਆ ਸੀ। ਉਹਦੇ ਲੱਤਾਂ ਤੇ ਡਾਂਗਾਂ ਬੰਨ ਕੇ ਉਹ ਜਿਹੇ 10 ਬੱਚੇ ਅਸੀਂ ਅੱਗੇ ਅੱਗੇ ਤੋਰਦੇ ਸੀ ਕਾਫਲੇ 'ਚ। ਤੇ ਮੇਰੇ ਦਿਮਾਗ 'ਚ ਉਹ ਸੀ ਕਿ ਮੈਂ ਆਹ ਸੀਨ 'ਚ ਮੈਂ ਆਹ ਕਰੈਕਟਰ ਹਾਈਲਾਈਟ ਕਰਨਾ ਹੈ, ਔਰ ਇਹ ਕਰੈਕਟਰ ਲਾਰਜਰ ਦੈਨ ਲਾਈਫ ਹੈ, ਇਹ ਰੀਅਲਿਸਟਿਕ ਕਰੈਕਟਰ ਨਹੀਂ ਹੈ, ਤੇ ਮੈਂ ਇਹਨੂੰ ਥੋੜਾ ਥੀਏਟਰੀਕਲ ਵੀ ਬਣਾਉਣਾ ਹੈ। ਪਰ ਮੇਰੇ ਕੋਲ ਨਾ ਜਿਹੜਾ ਉਹ ਐਕਟਰ ਸੀ ਉਸ ਵੇਲੇ ਸਟੇਜ ਤੇ, ਉਹ ਡਾਂਗਾਂ ਤੇ ਤੁਰ ਨਹੀਂ ਸੀ ਸਕਦਾ। ਫਿਰ ਮੈਂ ਇੱਕ ਐਕਟਰ ਜਿਹੜਾ ਲੰਬਾ ਜਿਹਾ ਔਰ ਥੋੜਾ ਸਰੀਰੋਂ ਵੀ ਸਹਿ ਸਕਦਾ ਸੀ, ਉਹਦੇ ਮੋਢਿਆਂ ਤੇ ਇੱਕ ਹੋਰ ਐਕਟਰ ਬਿਠਾਇਆ। ਉਹਨਾਂ ਦੋਨਾਂ ਨੂੰ ਇੱਕੋ ਕਾਸਟਿਊਮ ਦੇ ਵਿੱਚ ਲੈ ਕੇ ਆਂਦਾ, ਔਰ ਉੱਪਰਲੇ ਤੇ ਥੱਲੜੇ, ਉੱਪਰਲੇ ਦੇ ਮੂੰਹ ਤੇ ਮਖੌਟਾ ਪਾਇਆ। ਉਹਦੇ ਅੱਗੇ ਅੱਗੇ ਇੱਕ ਕਰੈਕਟਰ ਹੋਰ ਤੋਰਿਆ, ਜਿਹੜਾ ਉਹਨਾਂ ਦੇ ਗਲ ਵਿੱਚ ਇੱਕ ਕਾਲੇ ਰੰਗ ਦੀ, ਗੋਲਡਨ ਕਲਰ ਦੀ ਵੱਡਾ ਸਾਰਾ ਫੈਬਰਿਕ ਪਾ ਕੇ ਤੁਰਦਾ ਸੀ, ਬੜੀ ਸੋਹਣੀ ਮੂਵਮੈਂਟ ਦਾ। ਉਹ ਕਰੈਕਟਰ ਨੀਟਾ ਬਿੰਦਰਾ ਨੇ ਕੀਤਾ ਸੀਗਾ, ਬਹੁਤ ਸੋਹਣਾ ਕਰੈਕਟਰ ਕੀਤਾ ਸੀ ਨੀਟਾ ਨੇ। ਉਸ ਨਾਟਕ 'ਚ 3 ਰੋਲ ਕੀਤੇ ਸੀ, ਔਰ ਉਹ ਅੱਗੇ ਅੱਗੇ, ਔਰ ਉਸ ਨਾਟਕ ਨੂੰ, ਉਸ ਐਂਟਰੀ ਦੇ ਨਾਲ ਇੰਨੀ ਤਾਕਤ ਮਿਲੀ ਉਸ ਸੀਨ ਨੂੰ, ਜਿਹੜੀ ਕਹਿ ਲਓ ਕਿ ਉਹ ਇੰਨਾ ਕਿ ਡਿਜ਼ਾਈਨ ਆ ਗਿਆ ਉਸ ਦੇ ਵਿੱਚ ਕਿ ਉਹ ਸੀਨ ਬੜਾ ਹੀ ਹਾਈਲਾਈਟ ਹੋਇਆ ਉਹ ਚੀਜ਼ ਆਉਣ ਦੇ ਨਾਲ। ਤੇ ਮੇਰਾ ਖਿਆਲ ਹੈ ਕਿ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ, ਜਿਹੜੀ ਮੈਂ ਗੱਲ ਕਰਦਾ ਹੁੰਦਾ ਕਿ ਨਾਟਕ ਦੇ ਅੰਦਰ ਤੁਹਾਡੇ ਕੋਲ ਇੱਕ ਸਪੇਸ ਹੋਣੀ ਚਾਹੀਦੀ ਹੈ, ਕਿ ਨਾਟਕਕਾਰ ਇੱਕ ਸਪੇਸ ਰੱਖਦਾ ਹੈ, ਉਹ ਸਪੇਸ ਤੁਹਾਨੂੰ ਬਲ ਦਿੰਦੀ ਹੈ, ਤਾਕਤ ਦਿੰਦੀ ਹੈ ਕਿ ਇਸ ਸੀਨ ਨੂੰ ਏਦਾਂ ਡਿਜ਼ਾਈਨ ਕਰੋ। ਇਹਦੀ ਇੱਕ ਛੋਟੀ ਜਿਹੀ ਹੋਰ ਮੈਂ ਉਦਾਹਰਨ ਤੁਹਾਨੂੰ ਹੋਰ ਦੇਣਾ। ਤੁਸੀਂ ਕ੍ਰਿਸ਼ਨ ਦੀ ਗੱਲ ਕੀਤੀ, ਇਸ ਨਾਟਕ 'ਚ ਨਾ ਇੱਕ ਹੋਰ ਸੀਨ ਸੀ, ਤਾਂ ਤੁਹਾਨੂੰ ਯਾਦ ਹੋਏਗਾ ਕਿ ਉਸ ਵੇਲੇ ਉਹ ਕਹਿੰਦੇ ਕਿ ਕ੍ਰਿਸ਼ਨ ਦਾ ਸੀਨ ਸੀ ਵੀ ਇਹਨਾਂ ਨੂੰ ਕੱਲ ਨੂੰ ਸਾਰਿਆਂ ਨੂੰ ਬਦਰਾ ਪਿਲਾ ਦਿਓ, ਹੈ ਨਾ, ਬਦਰਾ। ਹੁਣ ਮੈਨੂੰ ਜਿਹੜੀ ਗੱਲ ਮੈਂ ਪਹਿਲਾਂ ਕੀਤੀ, ਮੈਨੂੰ ਬੜੀ ਉਸ ਗੱਲ ਤੋਂ ਨਫ਼ਰਤ ਹੈ ਕਿ ਸਟੇਜ ਤੇ ਕੋਈ ਸ਼ਰਾਬ ਇਸ ਤਰ੍ਹਾਂ ਗਲਾਸ ਪੀ ਰਿਹਾ, ਕਿਸੇ ਦੀ ਰੁੜ ਰਹੀ ਹੈ, ਕਿਸੇ ਦਾ ਗਲਾਸ ਡਿੱਗ ਪੈਂਦਾ, ਕੋਈ ਬੋਤਲ ਸਟੇਜ ਤੇ ਛੱਡ ਕੇ ਚਲੇ ਜਾਂਦਾ, ਕਈ ਮਾੜੇ ਐਕਟਰ ਇਸ ਤਰ੍ਹਾਂ ਵੀ ਕਰਦੇ ਆ। ਮੈਂ ਉਸ ਚੀਜ਼ ਤੋਂ ਸਾਰੇ ਕੁਝ ਨੂੰ ਬਚਾਉਂਦੇ ਹੋਏ ਵੀ, ਪਰ ਮੈਨੂੰ ਮੇਰੇ ਮਨ 'ਚ ਡਿਜ਼ਾਈਨ ਵੀ ਸੀਗਾ। ਮੈਂ ਕਿਹਾ ਓਕੇ, ਮੈਂ ਉਹ ਚੀਜ਼ ਵੇਖਾਂ ਕਿ ਇਹਨੇ ਕਿਹਾ ਬਦਰਾ ਪਿਲਾ ਦਿਓ ਤੇ ਸਾਰਾ ਕੁਝ ਏਦਾਂ ਹੋ ਜਾਏਗਾ। ਮੈਂ ਕਿਹਾ ਬਦਰਾ ਦਾ ਅਸਲੀਅਤ ਕੀ ਹੈ? ਜਦੋਂ ਕੋਈ ਬਦਰਾ ਪੀ ਲੈਂਦਾ ਹੈ, ਦਾਰੂ ਪੀਂਦਾ ਹੈ, ਤੇ ਉਸ ਤੋਂ ਬਾਅਦ ਉਹਦੀਆਂ ਅੱਖਾਂ ਦੇ ਵਿੱਚ ਰੰਗ ਕਿਹੋ ਜਿਹੇ ਆਉਂਦੇ ਆ?
मैं उन्होंने रंगां नूं स्टेज के उत्ते ले आंदा। वो हल्के हल्के जे जिहड़े रंग सीगे और इन्ना कि एक मैं फैब्रिक चीना बीना जिहा यूज किया कि जिहदे अंदरों एक्टर का चेहरा भी नजर आउंदा सी और पूरे एक्टर दे वो फैल जाता है जिहदे विच वो कोरस आउंदा सी कोई 12 क जणियां दा स्टेज दे ते और अजिहियां मुद्रावां वो करदा सी कि पी लै दो घुट पी लै दो पल जी लै इदां दी म्यूजिक दी कंपोजिशन सी और ਉਹਦੇ ਵਿੱਚ ਉਹਨਾਂ ਦਾ ਝੂਬਣਾ ਵਿਦਆਊਟ ਯਾਨੀ ਕਿ ਉਹ ਹੋਇਆ ਸ਼ਰਾਬੀ ਹੋਇਆ ਵੀ ਪਰ ਉਹਨਾਂ ਦੇ ਕਲਰ ਜਿਹੜੇ ਸੀ ਉਹ ਸੀ ਜਿਹੜੇ ਸ਼ਰਾਬ ਪੀਣ ਤੋਂ ਬਾਅਦ ਕਹਿ ਲੋ ਔਰ ਅੱਖਾਂ ਦੇ ਵਿੱਚ ਇੱਕ ਡੋਰੀਏ ਜਿਹਨੂੰ ਕਹਿੰਦੇ ਨਾ ਵੀ ਤੇਰੀਆਂ ਅੱਖਾਂ 'ਚ ਅੱਜ ਬੜਾ ਲਾਲ ਡੋਰੀਆ ਤਰਦਾ ਪਿਆ ਬੜੇ ਰੰਗ ਹੈ ਤੇਰੀਆਂ ਅੱਖਾਂ 'ਚ ਉਹ ਰੰਗ ਮੈਂ ਉਸ ਡਿਜ਼ਾਈਨ 'ਚ ਲੈ ਕੇ ਆਇਆ ਸੋ ਮੈਂ ਏਦਾਂ ਸਪੇਸ ਲੱਭ ਲੈਣਾ ਆਪਣੇ ਡਿਜ਼ਾਈਨ ਦੇ ਲਈ। ਹਾਂ ਬਿਲਕੁਲ ਭਾਜੀ। ਮੈਨੂੰ ਇੱਕ ਹੋਰ ਨਾਟਕ ਵੀ ਤੁਹਾਡਾ ਯਾਦ ਆ ਰਿਹਾ ਜਿਹੜਾ ਬਿਲਕੁਲ ਇਸ ਤਰੀਕੇ ਦਾ ਨਹੀਂ, ਆਮ ਤੌਰ ਤੇ ਅਸੀਂ ਮੰਨ ਲੈਂਦੇ ਕਿ ਉਸ ਨਾਟਕ ਦੇ ਵਿੱਚ ਨਾਰਮਲੀ ਐਕਟਰਾਂ ਦਾ ਹੀ ਰੋਲ ਹੈ। ਉਸ ਨਾਟਕ ਦਾ ਜ਼ਿਕਰ ਪਹਿਲਾਂ ਵੀ ਮੈਂ ਕੀਤਾ, ਭਾਟੀਆ ਸਾਹਿਬ ਨੇ ਕੀਤਾ ਸੀ, ਕੋਰਟ ਮਾਰਸ਼ਲ। ਜਦੋਂ ਤੁਸੀਂ ਕੋਰਟ ਮਾਰਸ਼ਲ ਨਾਟਕ ਨੂੰ ਡਿਜ਼ਾਈਨ ਕਰ ਰਹੇ ਸੀ ਤਾਂ ਤੁਹਾਡੇ ਸਾਹਮਣੇ ਬਹੁਤ ਸਾਰੇ ਉਹ ਲੋਕ ਵੀ ਹੋਣਗੇ ਜਿਨ੍ਹਾਂ ਦਾ ਕੋਰਟ ਮਾਰਸ਼ਲ ਤੁਸੀਂ ਦੇਖਿਆ ਸੀ ਔਰ ਤੁਸੀਂ ਉਹਨੂੰ ਪੰਜਾਬੀ ਦੇ ਵਿੱਚ ਜਦੋਂ ਢਾਲਣ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਤੁਸੀਂ ਕਿਹੜੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਿਆ ਕਿ ਉਹ ਚੀਜ਼ਾਂ ਆ ਜਾਣ ਜਿਹੜੀਆਂ ਸ਼ਾਇਦ ਦੂਸਰੀਆਂ ਭਾਸ਼ਾਵਾਂ ਵਾਲਿਆਂ ਨੇ ਜਦੋਂ ਜਾਂ ਦੂਸਰੀਆਂ ਸਟੇਟਾਂ ਵਾਲਿਆਂ ਨੇ ਉਹ ਨਾਟਕ ਨੂੰ ਖੇਡਿਆ ਸੀ ਤੇ ਉਹਦੇ ਤੋਂ ਮੈਂ ਅਲੱਗ ਕੀ ਕਰ ਸਕਦਾ? ਇਦਾਂ ਸੀਗਾ ਸ਼ਬਦੀਪ ਜੀ ਜਦੋਂ ਮੈਂ ਇਹ ਨਾਟਕ ਕੀਤਾ ਸੀ ਮੈਂ ਪੰਜਾਬੀ ਵਿੱਚ ਕੀਤਾ ਉਸ ਤੋਂ ਪਹਿਲੇ ਕਿਉਂਕਿ ਇਹ ਮੇਰੇ ਦਿੱਲੀ ਤੋਂ ਪੜ੍ਹਦਾ ਹੀ ਸੀਗਾ ਜਦੋਂ ਇਹ ਨਾਟਕ ਹੋਇਆ ਸੀ। ਰਣਜੀਤ ਕਪੂਰ ਨੇ ਪਹਿਲੀ ਵਾਰੀ ਕੀਤਾ ਸੀ ਇਹ ਨਾਟਕ ਔਰ ਉਸ ਤੋਂ ਬਾਅਦ ਦੂਜਾ ਜਿਹੜਾ ਇੱਥੇ ਆ ਕੇ ਮੈਂ ਹੀ ਕੀਤਾ ਉਸ ਦਾ ਸ਼ੌਕ ਕਿਉਂਕਿ ਮੈਂ ਉਹਦੇ ਹੀ 92 ਚ ਇਹ ਨਾਟਕ ਕਰ ਲਿਆ ਸੀਗਾ ਤੇ ਮੇਰੇ 91 ਚ ਪਹਿਲੀ ਵਾਰੀ ਉੱਥੇ ਉਹਨਾਂ ਨੇ ਕੀਤਾ ਸੀਗਾ। ਪਰ ਉਹ ਜਦੋਂ ਇਹ ਨਾਟਕ ਮੈਂ ਆਪਣੇ ਕਲਾਕਾਰਾਂ ਨਾਲ ਡਿਜ਼ਾਈਨ ਕਰਨਾ ਸ਼ੁਰੂ ਕੀਤਾ ਇੱਕ ਤਾਂ ਉਹਦਾ ਨਾਟਕ ਦਾ ਥੀਮ ਇਹੋ ਜਿਹਾ ਵਾ ਕਿ ਉਹ ਬੇਸਿਕਲੀ ਕਿਸੇ ਇੱਕ ਪ੍ਰਾਂਤ ਦਾ ਨਹੀਂ ਬਣਦਾ ਉਹ ਨਾਟਕ ਉਹ ਸਮੁੱਚੇ ਹਿੰਦੁਸਤਾਨ ਦਾ ਨਾਟਕ ਬਣ ਜਾਂਦਾ ਉਹ ਬਲਕਿ ਪੂਰੀ ਵਰਨ ਵਿਵਸਥਾ ਤੇ ਅਟੈਕ ਦਾ ਨਾਟਕ ਬਣਦਾ ਅਟੈਕ ਕਰਦਾ ਬਿਲਕੁਲ ਔਰ ਉਹਦੇ ਵਿੱਚ ਜਿਹੜਾ ਹਾਲਾਂਕਿ ਉਹ ਨਾਟਕ ਆਪਣੇ ਆਪ 'ਚ ਹੀ ਇੰਨਾ ਵੱਡਾ ਪਾਵਰਫੁਲ ਨਾਟਕ ਹੈ ਕਿ ਉਹਦੇ ਵਿੱਚ ਡਿਜ਼ਾਈਨ ਦੀ ਮੈਂ ਆਪਣੀ ਸਪੇਸ ਲੱਭ ਲਈ ਜਿੰਨੀ ਕਿ ਮੈਨੂੰ ਜੁੜੀ ਉਹਦੇ ਵਿੱਚ ਕਿਉਂਕਿ ਉਹਦੇ ਵਿੱਚ ਡਾਇਲੌਗ ਇੰਨੇ ਪਾਵਰਫੁਲ ਨੇ ਇੰਨਾ ਕੁਝ ਐਕਟਰ ਉਹਦੇ ਵਿੱਚ ਪਾਵਰਫੁਲ ਹੋ ਜਾਂਦਾ ਕਿ ਡਿਜ਼ਾਈਨ ਸ਼ਾਇਦ ਪਿੱਛੇ ਰਹਿ ਜਾਂਦਾ ਉਹਦੇ ਵਿੱਚ ਉਹ 'ਚ ਮੈਂ ਲਾਈਵ ਮਿਊਜ਼ਿਕ ਪਹਿਲੀ ਵਾਰ ਯੂਜ਼ ਨਹੀਂ ਸੀ ਕੀਤਾ ਵੀ ਪਹਿਲੀ ਵਾਰ ਸੀ ਉਹ ਮੇਰਾ ਨਾਟਕ ਇਹੋ ਜਿਹਾ ਜਿਸ 'ਚ ਲਾਈਵ ਮਿਊਜ਼ਿਕ ਨਹੀਂ ਸੀ ਰਿਕਾਰਡਡ ਮਿਊਜ਼ਿਕ ਸੀ ਪਰ ਰਿਕਾਰਡਡ ਦੀ ਜਗ੍ਹਾ ਵੀ ਅਸੀਂ ਪਰਮਜੀਤ ਭਾਜੀ ਨੂੰ ਬੈਕ ਸਟੇਜ ਤੇ ਬਿਠਾਉਂਦੇ ਸੀ ਔਰ ਸਿੰਥੇਸਾਈਜ਼ਰ ਦੇ ਵਿੱਚੋਂ ਮਿਊਜ਼ਿਕ ਤੇ ਸਿਰਫ ਹਬਿੰਗ ਯੂਜ਼ ਕਰਦੇ ਸੀ ਕੋਈ ਗੀਤ ਨਹੀਂ ਸੀ ਉਸ ਨਾਟਕ ਦੇ ਵਿੱਚ ਪਰ ਉਹਦੇ ਵਿੱਚ ਮੈਨੂੰ ਇੱਕ ਚੀਜ਼ ਸੀਗੀ ਕਤਲ ਹੋਇਆ ਹੈ ਕਤਲ ਦੇ ਉੱਤੇ ਗੱਲਬਾਤ ਹੋ ਰਹੀ ਹੈ ਔਰ ਇੱਕ ਅਜਿਹਾ ਕਰੈਕਟਰ ਹੈ ਕਿ ਜਿਸ ਦੀ ਕਿਹਾ ਜਾਂਦਾ ਕਿ ਇਹਦੀ ਜ਼ਾਤ ਨੀਵੀਂ ਹੈ ਉਹਦਾ ਮਜ਼ਾਕ ਉਡਾਇਆ ਜਾਂਦਾ ਹੈ ਉਹਦੇ ਖਾਨਦਾਨ ਤੱਕ ਦਾ ਮਜ਼ਾਕ ਉਡਾਇਆ ਜਾਂਦਾ ਬੜੀ ਜਿਹੜੀ ਕਿ ਪੇਨਫੁਲ ਸਿਚੁਏਸ਼ਨ ਸੀ ਉਹ ਸਾਰੀ ਕੁਝ ਤੇ ਮੈਂ ਉਹਦੇ ਵਿੱਚ ਜਿੱਥੇ ਗਵਾਹੀ ਹੁੰਦੀ ਹੈ ਜੇ ਤੁਸੀਂ ਮੇਰੇ ਵਾਲੇ ਸ਼ੋਜ਼ ਦੇਖੇ ਤੁਹਾਨੂੰ ਯਾਦ ਹੈ ਤੇ ਗਵਾਹਾਂ ਦੇ ਪਿੱਛੇ ਮੈਂ ਇੱਕ ਲਾਲ ਰੰਗ ਦਾ ਤੁਰ ਛੱਤ ਤੋਂ ਲੈ ਕੇ ਉਹਨਾਂ ਦੇ ਪੈਰਾਂ ਥੱਲੇ ਤੱਕ ਦਾ ਇੱਕ ਰੈੱਡ ਕੱਪੜਾ ਯੂਜ਼ ਕਰਦਾ ਸੀ ਹਾਂਜੀ ਮੈਨੂੰ ਸੀ ਕਿ ਲਹੂ ਦੇ ਉੱਤੇ ਖੜ ਕੇ ਇਹ ਗਵਾਹੀ ਦੇ ਰਹੇ ਆ ਉਸ ਲਹੂ ਦੇ ਉੱਤੇ ਹੈ ਨਾ ਜਿਹੜਾ ਉਹ ਉਸ ਨੇ ਆਪਣੀ ਅਣਖ ਦੀ ਖਾਤਰ ਕਹਿ ਲੋ ਆਪਣੇ ਦੇਸ਼ ਉਸ ਵੇਲੇ ਉਹਦਾ ਪਿੱਛੇ ਰਹਿ ਜਾਂਦਾ ਉਸ ਵੇਲੇ ਹੋਰ ਕੁਝ ਨਹੀਂ ਉਹਦੇ ਸਾਹਮਣੇ ਹੈਗਾ ਸਵਾਏ ਉਸ ਦੀ ਜਦੋਂ ਅਣਖ ਨੂੰ ਚੈਲੰਜ ਕੀਤਾ ਜਾਂਦਾ ਹੈ ਉਸ ਨੂੰ ਬਾਰ-ਬਾਰ ਜ਼ਲੀਲ ਕੀਤਾ ਜਾਂਦਾ ਹੈ ਤੇ ਉਹਦੇ ਉੱਤੇ ਖੜ ਕੇ ਉਹਨਾਂ ਨੂੰ ਗਵਾਹੀ ਦੇਣੀ ਪਏਗੀ ਮੈਂ ਉਹਨਾਂ ਨੂੰ ਇਸ ਤਰ੍ਹਾਂ ਲੈ ਕੇ ਆਉਂਦਾ ਔਰ ਮੈਂ ਉਹ ਚੀਜ਼ਾਂ ਨੂੰ ਇਦਾਂ ਡਿਜ਼ਾਈਨ ਕੀਤਾ ਕਿ ਉਹਦੇ ਵਿੱਚ ਲਾਸਟ ਸਿਰਫ 10 ਮਿੰਟ ਦੇ ਲਈ ਸੀਨ ਚੇਂਜ ਹੋਣਾ ਹੁੰਦਾ ਹੈ ਕਿ ਉਹ ਇੱਕ ਪਾਰਟੀ ਸੀਨ ਬਣਦਾ ਜਿਹਦੇ ਵਿੱਚ ਸਾਰੇ ਫੌਜੀ ਆਪਾਂ ਪਾਰਟੀ ਕਰ ਰਹੇ ਆ ਤੇ ਉਹਦੇ ਵਿੱਚ ਟੇਬਲ ਹੈ ਇੱਕ ਡਿਸਪਲਿਨ ਵਿੱਚ ਉਹ ਗਲਾਸ ਫੜੇ ਹੋਏ ਆ ਜਿਹੜਾ ਫੌਜੀਆਂ ਦਾ ਪੂਰਾ ਡਿਸਪਲਿਨ ਹੈ ਉਹ 'ਚ ਗਮਲੇ ਵੀ ਨੇ ਉਹ 'ਚ ਲੜੀਆਂ ਵੀ ਲਟਕ ਰਹੀਆਂ ਨੇ ਉਹ 'ਚ ਝਿਲਮਿਲ ਵੀ ਹੋ ਰਹੇ ਰਾਤ ਦੀ ਸੀਕੁਐਂਸ ਹੈ ਔਰ ਉਹ ਇੱਕ ਜਿਹੜਾ ਅਦਾਲਤ ਦਾ ਕਮਰਾ ਕੋਰਟ ਮਾਰਸ਼ਲ ਦਾ ਰੂਮ ਹੈ ਉਹਨੂੰ ਅੱਧੇ ਮਿੰਟ ਦੇ ਵਿੱਚ ਮੈਂ ਜਿਹੜਾ ਇਹਦੀ ਕਲਾਕਾਰਾਂ ਨੂੰ ਟ੍ਰੇਨਿੰਗ ਦਿੱਤੀ ਕਿ ਉਹੀ ਟੇਬਲ ਜਿਹੜੇ ਸੀ ਉਹੀ ਕੁਰਸੀਆਂ ਜਿਹੜੀਆਂ ਸੀ ਉਹ ਕਿੱਦਾਂ ਇੱਕ ਚੇਂਜ ਹੋ ਜਾਣ ਉਹਨਾਂ ਦੀ ਪੋਜੀਸ਼ਨ ਚੇਂਜ ਹੋ ਜਾਏ ਸਾਰਾ ਕੁਝ ਇਦਾਂ ਚੇਂਜ ਹੋ ਜਾਏ ਕਿ ਉਹ ਇੱਕ ਪਾਰਟੀ ਹਾਲ ਬਣ ਜਾਏ ਪੂਰੇ ਦਾ ਪੂਰਾ ਸੋ ਉਹਦੇ ਵਿੱਚ ਮੈਂ ਜਿਹੜੀਆਂ ਜਗਮਗ ਵਾਲੀਆਂ ਲੜੀਆਂ
ਤੇ ਉਹਦੇ ਵਿੱਚ ਗਮਲੇ ਜਿਹੜੇ ਕਿ ਆਲਰੇਡੀ ਅਸੀਂ ਉਹ ਦੂਜੇ ਟੇਬਲਾਂ ਦੇ ਥੱਲੇ ਛੁਪਾ ਕੇ ਰੱਖੇ ਹੁੰਦੇ ਸੀ, ਉਹ ਜਿਹੜੇ ਹੁੰਦੇ ਫੇਡ ਆਊਟ ਦੇ ਵਿੱਚ ਇਮੀਡੀਏਟਲੀ ਚੁੱਕ ਕੇ ਨਾਲ ਹੀ ਟੇਬਲਾਂ ਦੇ ਉੱਤੇ ਰੱਖ ਦਿੰਦੇ ਸੀ, ਉਹ ਗਲਾਸ ਉੱਪਰ ਰੱਖ ਦਿੰਦੇ ਸੀ, ਔਰ ਜਿਹਨੂੰ ਕਹਿੰਦੇ ਅੱਖ ਝਪਕਣ ਦੇ ਵਿੱਚ ਉਹ ਸਾਰਾ ਡਿਜ਼ਾਈਨ ਚੇਂਜ ਹੋ ਜਾਂਦਾ ਸੀ, ਔਰ ਇੱਕਦਮ ਉਹ ਫੀਲਿੰਗ ਹੀ ਚੇਂਜ ਹੋ ਜਾਂਦੀ ਸੀ ਉਸ ਨਾਟਕ ਦੀ। ਸੋ ਉਹ ਨਾਟਕ ਯਾਨੀ ਉਹਨਾਂ ਸਮਿਆਂ ਦਾ ਉਹ ਨਾਟਕ ਅਸੀਂ ਹੁਣ ਵੀ ਕਰਦੇ ਹਾਂ, ਬਲਕਿ ਸ਼ਬਦੀਸ਼ ਜਦੋਂ ਇਹ ਲੋਕਡਾਊਨ ਲੱਗਾ 22 ਤਰੀਕ ਨੂੰ, ਅਸੀਂ 21 ਤਰੀਕ ਤੱਕ ਉਸ ਨਾਟਕ ਦੀਆਂ ਰਿਹਰਸਲਾਂ ਕਰਦੇ ਪਏ ਸੀਗੇ। ਹੁਣ ਅਸੀਂ 23 ਤਰੀਕ ਨੂੰ ਉਹਦਾ ਸ਼ੋਅ ਰੱਖਿਆ ਸੀ, 23 ਮਾਰਚ ਨੂੰ, ਜਿਹੜਾ ਕਿ 21 ਤਰੀਕ ਨੂੰ ਸਾਨੂੰ ਰੋਕਣਾ ਪਿਆ। ਤੇ ਇਹੀ ਕਿਆ ਸੰਜੋਗ ਹੈ ਕਿ ਤੁਸੀਂ ਅੱਜ ਉਸੇ ਦੀ ਗੱਲ ਕਰ ਰਹੇ ਹੋ। ਭਾਜੀ ਮੈਂ ਨਾ ਦੋ ਹੋਰ ਤੁਹਾਡੇ ਨਾਟਕਾਂ ਦੀ ਗੱਲ ਕਰਾਂਗਾ। ਮਿਊਜ਼ਿਕ ਤਾਂ ਉਹਨਾਂ ਦਾ ਹਿੱਸਾ ਸੀ, ਡਿਜ਼ਾਈਨਿੰਗ ਤੁਸੀਂ ਬਹੁਤ ਬਾਕਮਾਲ ਕੀਤੀ ਸੀ, ਔਰ ਉਹ ਦੋਨੋਂ ਨਾਟਕ ਸੀ ਕਵਿਤਾ ਉੱਤੇ ਆਧਾਰਿਤ। ਜਿਹੜਾ ਅਸੀਂ ਤੁਸੀਂ ਜਿਵੇਂ ਕਿਹਾ ਕਿ ਕੁਝ ਲੋਕ ਮਜ਼ਾਕ ਕਰਦੇ ਨੇ ਕਿ ਕੇਵਲ ਤਾਂ ਥਾਨਾਂ ਦੇ ਥਾਨ ਕੱਪੜੇ ਖਰੀਦ ਕੇ ਲੈ ਆਉਂਦਾ, ਔਰ ਮੈਂ ਉਸ ਨਾਟਕ ਦੀ ਗੱਲ ਕਰਦਾ ਜਿਹਦੇ 'ਚ ਇੱਕ ਬਿਲਕੁਲ ਛੋਟੀ ਜਿਹੀ ਪਾਤਰ ਹੋਰਾਂ ਦੀ ਕਵਿਤਾ ਸੀ, ਔਰ ਉਹ 5 ਦਰਿਆਵਾਂ ਨੂੰ ਤੁਸੀਂ ਜਦੋਂ 5 ਉਹ ਜਿਹੜੇ ਫਿਰ ਥਾਨ ਜਿਹੜੇ ਤੁਸੀਂ ਖਰੀਦਦੇ ਸੀ ਉਹਨਾਂ ਨੂੰ ਅਲੱਗ-ਅਲੱਗ ਲਾਈਟਿੰਗ ਦੇ ਕੇ ਔਰ ਅਲੱਗ-ਅਲੱਗ ਸਿਚੁਏਸ਼ਨ 'ਚ ਕਲਾਕਾਰਾਂ ਨੂੰ ਖੜੇ ਕਰਕੇ ਉਹਨੂੰ ਜਦੋਂ ਤੁਸੀਂ ਇਸਤੇਮਾਲ ਕੀਤਾ ਸੀ। ਔਰ ਮੈਂ ਇਹ ਵੀ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਇੱਕ ਜਿਹੜੀ ਸਾਡੇ ਕੋਲੇ ਸਕ੍ਰਿਪਟ ਆਉਂਦੀ ਨੋਰਮਲੀ, ਜਿੱਦਾਂ ਦੀ ਅਸੀਂ ਸਕ੍ਰਿਪਟਾਂ ਕਰਨ ਦੇ ਆਦੀ ਹਾਂ, ਔਰ ਉਹਦੇ ਮੁਕਾਬਲੇ ਦੇ ਉੱਤੇ ਕਵਿਤਾ ਨੂੰ ਡਿਜ਼ਾਈਨ ਕਰਨਾ ਤੇ ਕਵਿਤਾ ਨੂੰ ਇੱਕ ਕਿਉਂਕਿ ਉਹਦੇ 'ਚ ਕੁਦਰਤੀ ਗੱਲ ਹੈ ਕਿ ਬਹੁਤ ਸਾਰੇ ਨਿੱਕੇ ਨਿੱਕੇ ਸੀਨ ਬਣ ਗਏ, ਬਿਲਕੁਲ ਉਹਨਾਂ ਦੇ ਵਿੱਚ ਇੱਕ ਹਿਸਾਬ ਦੇ ਆਪਾਂ ਪੂਰੀ ਕਹਾਣੀ ਉਸ ਤਰੀਕੇ ਦੇ ਨਾਲ ਨਹੀਂ ਰਹੇਗੀ, ਪਰ ਦਰਸ਼ਕ ਨੂੰ ਇੱਕ ਹਾਲਾਤ ਦਾ ਤੁਸੀਂ ਅਹਿਸਾਸ ਕਰਾਉਣਾ। ਕਹਾਣੀ ਇੱਧਰ ਉੱਧਰ ਹੋ ਸਕਦੀ, ਪਰ ਜਿਹੜੀ ਸਿਚੁਏਸ਼ਨ ਨੂੰ ਤੁਸੀਂ ਪੇਸ਼ ਕਰਨਾ ਚਾਹੁੰਦੇ ਹੋ, ਖਾਸ ਕਰਕੇ ਉਹਨਾਂ ਦਿਨਾਂ ਦੇ ਵਿੱਚ ਜਿਨ੍ਹਾਂ ਦਿਨਾਂ ਦੇ ਵਿੱਚ ਉਹ ਦੋਨੋਂ ਨਾਟਕ ਹੋਏ ਸੀ, ਇੱਕ ਪਾਸ਼ ਦੀ ਪੋਇਟਰੀ ਨੂੰ ਆਧਾਰ ਬਣਾ ਕੇ, ਇੱਕ ਪਾਤਰ ਹੋਣਾ ਦੀ ਪੋਇਟਰੀ ਨੂੰ ਆਧਾਰ ਬਣਾ ਕੇ। ਔਰ ਮੈਂ ਹਮੇਸ਼ਾ ਕਹਿੰਦਾ ਹੁੰਦਾ ਸੀ ਕਿ ਭਾਜੀ ਨਾਟਕ ਤਾਂ ਕਰਦੇ ਕਰਦੇ ਆ, ਪਰ ਜਦੋਂ ਉਸ ਨਾਟਕ ਦਾ ਨਾਂ ਰੱਖਣਾ ਹੁੰਦਾ ਤਾਂ ਉਹ ਵੀ ਬੜਾ ਤੁਸੀਂ ਕਿਸੇ ਨਾ ਐਸੀ ਕਿਸੇ ਕਵਿਤਾ ਦੀ ਤੁਕ ਨੂੰ ਇਸਤੇਮਾਲ ਕਰਦੇ ਜਿਹੜੀ ਫਿਰ ਉਸ ਪੂਰੇ ਨਾਟਕ ਦੀ ਰੂਹ ਨੂੰ ਸਾਡੇ ਸਾਹਮਣੇ ਪੇਸ਼ ਕਰਦੀ ਹੈ। ਦੋਨਾਂ ਨਾਟਕਾਂ ਬਾਰੇ ਥੋੜੀ ਥੋੜੀ ਗੱਲ ਕਰੀਏ। ਉਹਦੇ ਜਿਹੜਾ ਸੀਨ ਤੁਸੀਂ ਪੁੱਛਿਆ ਨਾ, ਉਹ ਮੇਰੇ ਬੜਾ ਕਹਿ ਲਓ ਕਿ ਦਿਲ ਦੇ ਕਰੀਬ ਹੈ। ਉਹ ਸੀਨ ਜਿਹੜਾ ਤੁਸੀਂ ਯਾਦ ਕਰਾਇਆ ਮੈਨੂੰ ਯਾਦ ਆ ਗਿਆ। ਸ਼ਬਦੀਸ਼ ਜਦੋਂ ਮੈਂ ਉਹ ਛੋਟੀ ਜਿਹੀ ਕਵਿਤਾ ਸੀ, ਪਾਤਰ ਸਾਹਿਬ ਖੁਦ ਬੜਾ ਉਸ ਜਿਹੜੇ ਸੀਨ ਨੂੰ ਹਮੇਸ਼ਾ ਐਡਮਾਇਰ ਕਰਦੇ ਆ। ਬੜੀਆਂ ਇੰਟਰਵਿਊ 'ਚ ਉਹਨਾਂ ਨੇ ਵੀ ਉਹਦੇ ਬਾਰੇ ਦੱਸਿਆ ਕਿ ਕੇਵਲ ਨੇ ਮੇਰੀ ਛੋਟੀ ਜਿਹੀ ਕਵਿਤਾ ਨੂੰ ਏਦਾਂ ਪੇਸ਼ ਕੀਤਾ। ਉਹ ਕਵਿਤਾ ਛੋਟੀ ਜਿਹੀ ਸੀਗੀ, ਉਹਨਾਂ ਸਮਿਆਂ 'ਚ ਅੱਤਵਾਦ ਦਾ ਸਮਾਂ ਸੀਗਾ, ਤੇ ਉਹਨਾਂ ਪਾਤਰ ਸਾਹਿਬ ਨੇ ਲਿਖਿਆ ਸੀ, ਮਾਤਮ, ਹਿੰਸਾ, ਮੌਤ, ਖੁਦਕਸ਼ੀ ਤੇ ਅਨਿਆਂ, ਇਹ ਨੇ ਅੱਜ ਕੱਲ ਮੇਰੇ 5 ਦਰਿਆਵਾਂ ਦੇ ਨਾਂ। ਇਹ ਯਾਨੀ ਕਿ ਜਿਹੜੀ ਚੀਜ਼ ਸੀ, ਬਸ ਇਹਦੇ ਵਿੱਚ ਹੀ ਉਹ ਸਾਰਾ ਡਰਾਮਾ ਪਿਆ ਸੀ। ਵਿਸ਼ਵਾ ਦੇਖੀ ਤੇ ਉਹ ਇਸ ਇੰਨੀ ਕੁ ਕਵਿਤਾ ਦੇ ਵਿੱਚ ਵੀ ਇਹ 5 ਦਰਿਆ, ਮੈਂ ਜਿਹੜਾ 5 ਰੰਗ ਉਹਦੇ ਵਿੱਚ ਪੇਸ਼ ਕੀਤੇ, ਵੀ ਮੈਂ ਵੇਖਿਆ ਮਾਤਮ ਦਾ ਰੰਗ ਕਿਹੋ ਜਿਹਾ ਹੁੰਦਾ, ਹਿੰਸਾ ਦਾ ਰੰਗ ਕਿਹੋ ਜਿਹਾ ਹੁੰਦਾ, ਖੁਦਕਸ਼ੀ ਦਾ ਰੰਗ ਕਿਹੋ ਜਿਹਾ ਹੋਏਗਾ, ਹੈ ਨਾ, ਸੰਤਾਪ ਦਾ, ਵਿਰਲਾਪ ਦਾ, ਇਹ ਕਿਹੋ ਜਿਹੇ ਰੰਗ ਹੋਣਗੇ ਸਾਰੇ ਜਿਹੜੇ ਅੱਜ ਪੰਜਾਬ ਦਾ ਹਿੱਸਾ ਬਣ ਗਏ ਨੇ। ਔਰ ਇਹ ਦਰਿਆਵਾਂ ਦੇ ਰੰਗ ਵੀ ਉਹੀ ਹੋ ਗਏ ਨੇ। ਪਰ ਉਹਦੇ ਲਈ ਮੈਂ ਫੈਬਰਿਕ ਪੱਗਾਂ ਵਾਲਾ ਯੂਜ਼ ਕੀਤਾ ਸੀ ਕਿ ਮੇਰੇ ਸਾਹਮਣੇ ਪੰਜਾਬ ਦੀ ਪੱਗ ਸੀ, ਕਿ ਉਹ ਸਮਾਂ ਸੀ ਜਦੋਂ ਪੰਜਾਬ ਦੀ ਪੱਗ ਜਿਹੜੀ ਸੀ ਕਿ ਉਹ ਕਹਿ ਲਓ ਕਿ ਠਾਣਿਆਂ 'ਚ ਵੀ ਰੁਲਦੀ ਸੀ, ਪੈਰਾਂ 'ਚ ਵੀ ਰੁਲਦੀ ਸੀ, ਸੱਥਾਂ 'ਚ ਵੀ ਰੁਲਦੀ ਸੀ, ਵਿਹੜਿਆਂ 'ਚ ਵੀ ਰੁਲਦੀ ਸੀ, ਸੜਕਾਂ ਤੇ ਵੀ ਰੁਲਦੀ ਸੀ। ਔਰ ਦਿੱਲੀ ਦੇ ਵਿੱਚ ਵੀ ਉਹ ਤੁਸੀਂ ਵੇਖ ਲੈ ਚੁੱਕੇ ਸੀ ਹਾਲਾਤ ਕਿ ਪੰਜਾਬ ਦੀ ਪੱਗ ਕਿੱਦਾਂ ਰੁਲੀ ਹੈ, ਕਿੱਦਾਂ ਅੱਗ ਲੱਗੀ, ਯਾਨੀ ਕਿ ਉਹਨਾਂ ਨੇ ਕੀ ਕੁਝ ਕੀਤਾ, ਜਿਹੜੀ ਉਹ ਸੀਨ ਸੋਚ ਕੇ ਸਾਡੇ ਮਨ 'ਚ ਆ ਜਾਂਦਾ। ਤੇ ਮੈਂ ਉਹ 5 ਪੱਗਾਂ ਯੂਜ਼ ਕੀਤੀਆਂ ਸੀ ਕਿ ਪੰਜਾਬ ਦੀ ਪੱਗ ਜਿਹੜੀ ਹੈ ਕਿ ਉਹ ਇਸ ਵੇਲੇ ਹਿੰਸਾ, ਮੌਤ, ਬੇਬਸੀ, ਅਨਿਆਂ, ਜ਼ੁਲਮ, ਉਹ ਸਾਰਾ ਕੁਝ ਸਹਿਣ ਕਰਦੀ ਪਈ ਹੈ ਪੱਗ ਜਿਹੜੀ ਹੈ। ਤੇ ਉਹਦੇ ਪੱਗ ਦੇ ਵਿੱਚ ਮੇਰੇ ਉਹਦੇ ਪਾਤਰ ਹੈ, ਉਹ ਕਿੰਨੀ ਬੇਬਸੀ ਨਾਲ ਤੁਰੇ ਫਿਰਦੇ ਆ। ਸੋ ਉਹਨਾਂ ਰੰਗਾਂ ਨੂੰ ਤੇ ਉਹ ਮੈਂ ਪੱਗ ਦਾ ਹੀ ਓਰੀਜਨਲ ਟੈਕਸਚਰ, ਕਿਉਂਕਿ ਮੇਰੇ ਮਨ 'ਚ ਸੀ ਕਿ ਮੇਰੇ ਕਲਾਕਾਰ ਇਹ ਪੱਗ ਦੇ ਟੈਕਸਚਰ ਨੂੰ ਛੂਹਣ ਤੇ ਉਹ ਪੱਗ ਦੀ ਫੀਲਿੰਗ, ਜਿਹੜੀ ਪੱਗ ਦਾ ਜਿਹੜਾ ਰੁਤਬਾ ਹੈ, ਕਿ ਜਿਹੜਾ ਦਸਤਾਰ ਦਾ ਰੁਤਬਾ ਕਿਹਾ ਜਾਂਦਾ ਹੈ, ਕਿ ਉਸ ਨੂੰ ਮਹਿਸੂਸ ਕਰਨ ਤੇ ਉਹਦਾ ਹੀ ਪੇਸ਼ ਕਰਨ। ਸੋ ਮੈਂ ਉਸ ਸੀਨ ਨੂੰ ਏਦਾਂ ਡਿਜ਼ਾਈਨ ਕਰਨ ਦੀ ਕੋਸ਼ਿਸ਼ ਕੀਤੀ। ਭਾਜੀ ਇੱਕ ਸਾਡੇ ਸੁਣਨ ਵਾਲੇ SP ਅਰੋੜਾ ਜੀ ਨੇ ਇੱਕ ਕਮੈਂਟ ਕੀਤਾ
ਕਹਿੰਦੇ ਅੱਜ ਕੇਵਲ ਨੇ ਇੱਕ ਤਰ੍ਹਾਂ ਨਾਲ ਡਿਜ਼ਾਈਨਿੰਗ ਦੀ ਵਰਕਸ਼ਾਪ ਲਾ ਦਿੱਤੀ ਹੈ। ਪਰ ਮੈਂ ਜਦੋਂ ਇਸ ਪ੍ਰੋਗਰਾਮ ਨੂੰ ਅਸੀਂ ਕਰ ਰਹੇ ਹਾਂ, ਅਸੀਂ ਸੋਚਦੇ ਵੀ ਇਹੀ ਆ ਕਿ ਹਰ ਮੁਹਾਰਤ ਰੱਖਣ ਵਾਲਾ ਜਿਹੜਾ ਸਬਜੈਕਟ ਹੈ ਉਹਦੇ ਉੱਤੇ ਇੱਕ ਤਰ੍ਹਾਂ ਦੀ ਇੱਕ ਕਹਿ ਲਓ ਆਪਣੀ ਉਸ ਕਿਸਮ ਦੀ ਵਰਕਸ਼ਾਪ ਤਾਂ ਨਹੀਂ ਜਿਹਦੇ 'ਚ ਅਸੀਂ ਰੂਬਰੂ ਮਿਲ ਕੇ ਗੱਲਾਂ ਕਰ ਸਕੀਏ। ਔਰ ਅਸੀਂ ਕੁਛ ਚੀਜ਼ਾਂ ਜਿਹੜੀਆਂ ਜੇ ਰੂਬਰੂ ਮਿਲ ਕੇ ਦਿਖਾ ਵੀ ਸਕਦੇ ਸੀ, ਜਿਹੜੀਆਂ ਸ਼ਾਇਦ ਸਾਡੇ ਕੋਲੇ ਉਨੀਆਂ ਅਵੇਲੇਬਲ ਨਹੀਂ, ਕਿਉਂਕਿ ਸਾਨੂੰ ਬਹੁਤ ਇੱਕ ਛੋਟੇ ਜਿਹੇ ਫਰੇਮ 'ਚ ਰਹਿ ਕੇ ਗੱਲਾਂ ਕਰਨੀਆਂ ਪੈਣੀਆਂ ਤੇ ਬਹੁਤ ਕੁਝ ਅਸੀਂ ਦਿਖਾ ਨਹੀਂ ਸਕਦੇ। ਪਰ ਤੁਸੀਂ ਸੱਚਮੁੱਚ ਇੱਕ ਵਰਕਸ਼ਾਪ ਵਰਗੀਆਂ ਗੱਲਾਂ ਸਾਡੇ ਨਾਲ ਕਰ ਰਹੇ ਹੋ। ਥੋੜ੍ਹੀਆਂ ਜਿਹੀਆਂ ਗੱਲਾਂ ਅਸੀਂ ਹੋਰ ਵੀ ਕਰਾਂਗੇ। ਮੈਂ ਹੁਣ ਤੁਹਾਡੇ ਇਸ ਮੁੱਦੇ ਬਾਰੇ ਵੀ ਜ਼ਰੂਰ ਗੱਲ ਕਰਨੀ ਚਾਹੁੰਦਾ ਕਿ ਤੁਸੀਂ ਕਈ ਵਾਰੀ ਸਿਰਫ ਸਟੇਜ ਤੇ ਕੁਝ ਲੀਕਾਂ ਖਿੱਚ ਕੇ ਉਹਨਾਂ ਦੇ ਵੀ ਇੱਕ ਅਰਥ ਕ੍ਰੀਏਟ ਕਰਦੇ ਹੋ। ਔਰ ਇਸ ਮਾਮਲੇ ਦੇ ਵਿੱਚ ਮੈਨੂੰ ਨਾਟਕ ਯਾਦ ਆ ਰਿਹਾ, ਇਹ ਜਿਹੜਾ ਦਮਨ ਸਾਹਿਬ ਹੋਰਾਂ ਨੇ ਕੀਤਾ ਸੀ, ਇਹ 2 ਹੀ ਪਾਤਰੀ ਨਾਟਕ ਸੀ। ਔਰ ਉਸ ਨਾਟਕ ਦੇ ਵਿੱਚ ਕੋਈ ਬਹੁਤ ਤਾਮਝਾਮ ਨਹੀਂ ਸੀ ਸੈੱਟ ਦਾ, ਪਰ ਉਹਦੇ 'ਚ ਕੁਝ ਵਾਈਟ ਕਿਸਮ ਦੀਆਂ ਤੁਸੀਂ ਲੀਕਾਂ ਖਿੱਚੀਆਂ ਸੀ ਔਰ ਉਹਨਾਂ ਲੀਕਾਂ ਦੇ ਵੀ ਇੱਕ ਅਰਥ ਤੁਸੀਂ ਕ੍ਰੀਏਟ ਕੀਤੇ ਸੀ। ਮੈਂ ਚਾਹਾਂਗਾ ਕਿ ਉਹ ਲੀਕਾਂ ਤੁਹਾਡੇ ਦਿਮਾਗ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਈਆਂ ਸਨ? ਉਹ ਬੜਾ ਖੂਬਸੂਰਤ ਐਕਸਪੀਰੀਅੰਸ ਸੀ, ਕਿਉਂਕਿ ਉਹ ਨਾਟਕ ਜਦੋਂ ਮੈਂ ਡਿਜ਼ਾਈਨ ਕਰ ਰਿਹਾ ਸੀਗਾ ਤੇ ਉਹਦੇ ਵਿੱਚ ਸੀ ਕਤਰਾ ਕਤਰਾ ਜ਼ਿੰਦਗੀ, ਇੱਕ ਤਾਂ ਉਹਦਾ ਨਾਂ ਇਹ ਸੀ। ਦੂਜਾ ਉਹਦੇ ਵਿੱਚ ਪੂਰੇ 2 ਜਣਿਆਂ ਦੇ ਪਾਤਰਾਂ ਦੀ ਜਰਨੀ ਸੀ ਉਹਨਾਂ ਦੀ ਲਾਈਫ ਦੀ। ਤੇ ਤੀਜਾ ਉਹਦੇ ਵਿੱਚ ਇੱਕ ਚੀਜ਼ ਸੀ ਕਿ ਲਾਸਟ ਤੇ ਉਹ ਘਰ ਛੱਡ ਕੇ ਜਾਂਦੇ ਆ ਔਰ ਚੁਰਾਹੇ 'ਚ ਖੜੇ ਨੇ। ਉਹਦੇ ਵਿੱਚ ਜਿਹੜੇ ਇਹ ਮੈਨੂੰ 2-3 ਚੀਜ਼ਾਂ ਸਟ੍ਰੋਕ ਕਰ ਗਈਆਂ ਮੇਰੇ ਦਿਮਾਗ ਡਿਜ਼ਾਈਨ ਦੇ ਵਿੱਚ, ਮੈਨੂੰ ਸਪੇਸ ਮਿਲ ਗਈ। ਇੱਕ ਉਹਦੇ ਵਿੱਚ ਫਿਰ ਉਹ ਜਿਹੜਾ ਪੀਰੀਅਡ ਡਿਸਕਸ ਕਰਦੇ ਆ, ਉਹਦੇ ਵਿੱਚ ਉਦੋਂ ਨਵਾਂ ਰਸ਼ੀਆ ਜੇ ਟੁੱਟਿਆ ਸੀਗਾ ਸਾਰਾ ਕੁਝ। ਉਹਦੇ ਵਿੱਚ ਅਗੇਨ ਜਿਹੜੀ ਮੈਂ ਗੱਲ ਸ਼ੁਰੂ 'ਚ ਪੇਂਟਿੰਗ ਦੀ ਗੱਲ ਕੀਤੀ ਸੀ, ਇੱਥੇ ਗੱਲ ਮੈਂ ਉਹ ਕਰਨੀ ਚਾਹਾਂਗਾ। ਇਸ ਨਾਟਕ 'ਚ ਮੈਂ ਪੇਂਟਿੰਗ ਯੂਜ਼ ਕੀਤੀਆਂ ਸੀ। ਤੁਹਾਨੂੰ ਯਾਦ ਹੋਗਾ ਪਿੱਛੇ ਇਹਦੇ 'ਚ ਮੈਂ ਡਾਲੀ ਦੀਆਂ ਪੇਂਟਿੰਗ ਯੂਜ਼ ਕੀਤੀ ਹੈ। ਡਾਲੀ ਵੀ ਦੁਨੀਆ ਦਾ ਬਹੁਤ ਗ੍ਰੇਟ ਪੇਂਟਰ ਹੈ, ਬਹੁਤ ਵੱਡਾ ਪੇਂਟਰ ਹੈ। ਔਰ ਉਹਦੇ ਵਿੱਚ ਉਹਦੇ ਇੱਕ ਬੜੀ ਖੂਬਸੂਰਤ ਪੇਂਟਿੰਗ ਹੈ ਜਿਹਦੇ ਵਿੱਚ ਸਮਾਂ ਜਿਹੜਾ ਉਹ ਏਦਾਂ ਕਿ ਜਿਵੇਂ ਹੱਥਾਂ 'ਚੋਂ ਨਿਕਲਦਾ ਜਾ ਰਿਹਾ ਹੈ। ਸਮਾਂ ਇਹੋ ਜਿਹਾ ਵਾ ਜਿਹੜਾ ਕਿ ਦੀਵਾਰ ਤੇ ਟੰਗਿਆ ਹੋਇਆ ਵਾ ਕਿਸੇ ਕਿੱਲ ਦੇ ਨਾਲ, ਪਰ ਉਹ ਟੰਗਿਆ ਰਹਿਣਾ ਨਹੀਂ ਚਾਹੁੰਦਾ। ਏਦਾਂ ਦੀਆਂ ਪੇਂਟਿੰਗ ਸੀ ਉਹਦੀਆਂ ਜਿਹੜੀ ਕਿ ਬਹੁਤ ਐਬਸਰਡ ਕਿਸਮ ਦੀਆਂ ਪੇਂਟਿੰਗ ਨੇ ਡਾਲੀ ਦੀਆਂ। ਪਰ ਮੈਂ ਇਸ ਰੀਅਲਿਸਟਿਕ ਜਿਹੜਾ ਪਲੇ ਸੀਗਾ ਇਹਦੇ ਵਿੱਚ ਮੈਂ ਉਹਨੂੰ ਡਿਜ਼ਾਈਨ ਕੀਤਾ। ਮੈਂ ਸਾਰੇ ਬਲੌਕ, ਸਾਰੇ ਦਰਵਾਜ਼ਿਆਂ ਦੇ ਵਿੱਚ ਮੈਂ ਡਿਜ਼ਾਈਨ ਕਰਦੇ ਹੋਏ ਮੈਂ ਉਹਦੇ ਵਿੱਚ ਨੈਟ ਵੀ ਯੂਜ਼ ਕੀਤੀ ਸੀ। ਉਹ ਦਰਵਾਜ਼ਿਆਂ ਦੇ ਪਰਦਿਆਂ ਦੇ ਤੌਰ ਤੇ ਨੈਟ, ਕਿਉਂਕਿ ਨੈਟ ਇੱਕ ਦਰਵਾਜ਼ੇ ਦੀ ਮੈਂ ਖੋਲ ਦੇਣਾ, ਇੱਕ ਦੀ ਮੈਂ ਥੋੜੀ ਬੰਨੀ ਰੱਖਦਾ ਵਾ ਉਹ ਡਿਜ਼ਾਈਨ ਦੇ ਲਿਹਾਜ਼ ਨਾਲ। ਤੇ ਉਹ ਮੈਨੂੰ ਸੀ ਕਿ ਜਦੋਂ ਦਰਵਾਜ਼ਿਆਂ ਦੇ ਪਿੱਛੋਂ ਲਾਈਟ ਆਏਗੀ ਜਿਹੜੀ ਛੜ ਕੇ ਆਏਗੀ, ਔਰ ਉਹਦੇ ਵਿੱਚੋਂ ਮੈਂ 2 ਲਾਈਟ, ਕਿਉਂਕਿ ਮੈਂ ਡਿਜ਼ਾਈਨ ਕਰ ਰਿਹਾ ਸੀ, ਤੇ ਇੱਕ ਬਲੂ ਤੇ ਇੱਕ ਗ੍ਰੀਨ, ਜਿਹੜੀ ਕਿ ਉਹਨਾਂ ਦੀ ਕਦੀ ਰਾਤ ਵੇਲੇ ਦੀ ਲਾਈਟ, ਕਦੀ ਉਹਨਾਂ ਦੇ ਹੋਪ ਜਦੋਂ ਕੋਈ ਜ਼ਿੰਦਗੀ ਦੀ ਜਾਗਦੀ ਹੈ ਉਹਦੇ ਵਿੱਚ ਉਹਨਾਂ ਦੀ ਗ੍ਰੀਨਰੀ ਵੀ ਹੈ। ਤੇ ਅਖੀਰਲੇ ਦੇ ਵਿੱਚ ਜਦੋਂ ਤੁਰਦੇ ਆ ਤੇ ਉਹੀ ਲਾਈਟ ਜਿਹੜੀ ਰੈੱਡ ਲਾਈਟ ਬਣ ਕੇ ਸਿਰਫ ਉਹਨਾਂ ਦੇ ਪੈਰ ਕਵਰ ਕਰਦੀ ਹੈ। ਫਿਰ ਮੇਰੇ ਮਨ 'ਚ ਸੀ ਕਿ ਜਦੋਂ ਇਹ ਤੁਰਨਗੇ ਮੇਰੀ ਲਾਈਟ ਦੇ ਸਟੇਜ ਦੀ ਜਿਹੜਾ ਕਲਰ ਹੁੰਦਾ ਹੈ ਉਹ ਜਿਹੜਾ ਵੁਡਨ ਕਲਰ, ਉਹਦੇ ਕਰਕੇ ਇੰਨਾ ਅਸਰ ਨਹੀਂ ਕਰਨਾ, ਤੇ ਮੈਂ ਕਿਉਂ ਨਾ ਇਹਨਾਂ ਨੂੰ ਇੱਕੋ ਜਿਹਾ ਰਸਤਾ ਦੇਵਾਂ। ਤੇ ਮੈਂ ਜਿਹੜੀਆਂ ਤੁਸੀਂ ਲੀਕਾਂ ਦੀ ਗੱਲ ਕਰ ਰਹੇ ਹੋ, ਮੈਂ ਉਸ ਫੈਬਰਿਕ ਉਸ ਸਟੇਜ ਦੇ ਉੱਤੇ ਬਾਹਰੋਂ ਇੱਕ ਫੈਬਰਿਕ ਆਉਂਦਾ ਹੈ ਤੇ ਆਡੀਅנס ਵੱਲ ਨੂੰ ਤਿਰਛੇ ਰੂਪ 'ਚ ਇੱਕ ਦੂਜੇ ਗੇਟ ਵੱਲ ਨੂੰ ਚਲੇ ਜਾਂਦਾ, ਆਡੀਅנס ਦੇ ਗੇਟ ਨੂੰ। ਇੱਕ ਉਹਨਾਂ ਦੇ ਦੂਜੇ ਦਰਵਾਜ਼ੇ 'ਚੋਂ ਕਿਚਨ 'ਚੋਂ ਇੱਕ ਰਸਤਾ ਆਉਂਦਾ ਹੈ ਤੇ ਉਹ ਆਡੀਅנס ਦੇ ਵਿਚਕਾਰ ਆ ਕੇ ਡਿੱਗ ਪੈਂਦਾ ਰਸਤਾ ਜਿਹੜਾ। ਹਾਂਜੀ। ਪਰ ਉਹਨਾਂ ਦੋਨਾਂ ਰਸਤਿਆਂ ਦੇ ਵਿਚਕਾਰ ਜਿਹੜਾ ਇੱਕ ਚੌਂਕ ਬਣ ਜਾਂਦਾ, ਪੂਰੇ ਦਾ ਪੂਰਾ ਚੁਰਾਹਾ ਬਣ ਜਾਂਦਾ। ਉਹ ਚੁਰਾਹਾ ਮੇਰੇ ਲਈ ਬੜਾ ਇੰਪੋਰਟੈਂਟ ਸੀਗਾ ਕਿ ਜਦੋਂ ਅਖੀਰ ਤੇ ਉਹ ਘਰ ਛੱਡ ਕੇ ਉਹ ਆਪਣੇ ਬੇਟੇ ਦੀ ਗੱਲ ਕਰਦੇ ਆ ਵੀ ਉਹਨੇ ਕਿਹਾ ਮਕਾਨ ਵੇਚ ਜਾ ਤੇ ਤੁਸੀਂ ਚਲੇ ਜਾਓ। ਬੜੀ ਕਮਾਲ ਦੀ ਪੇਸ਼ਕਾਰੀ ਸੀ, ਉਹਨਾਂ ਨੇ ਕਮਾਲ ਕੀਤੀ 2 ਜਣਿਆਂ। ਤੇ ਉਹ ਜਦੋਂ ਅਖੀਰ ਤੇ ਖੜ ਕੇ ਤੁਰਨ ਲੱਗਦੇ ਆ ਨਾ, ਤੇ ਉਸ ਤੋਂ ਪਹਿਲੇ ਘਰ ਜਦੋਂ ਛੱਡ ਕੇ ਜਾਂਦੇ ਆ ਤੇ ਮੈਨੂੰ ਲੱਗਾ ਕਿ ਮੈਂ ਕਿਹਾ ਇਹਦੇ ਆਲੇ ਦੁਆਲੇ ਚਿੱਟੇ ਸੋਫੇ ਪਏ ਹੋਏ ਆ, ਬਲੌਕ ਪਏ ਹੋਏ, ਪੇਂਟਿੰਗ ਪਈਆਂ ਨੇ, ਇਹਨਾਂ ਨੂੰ ਹੁਣ ਮੈਂ ਕਿਵੇਂ ਇੱਥੋਂ ਰਿਮੂਵ ਕਰਾਂ। ਫਿਰ ਮੇਰਾ ਕਿਹਾ ਕਿ ਤੁਸੀਂ ਮੇਰੇ ਆਪਣੀ ਐਕਟਿੰਗ ਦੇ ਵਿੱਚ ਮੇਰਾ ਡਿਜ਼ਾਈਨ ਥੋੜਾ ਜਿਹਾ ਸ਼ਾਮਲ ਕਰ ਲਓ, ਤੇ ਤੁਸੀਂ ਜਦੋਂ ਘਰ ਛੱਡ ਕੇ ਜਾਣਾ ਇਹਨਾਂ ਚੀਜ਼ਾਂ ਦੇ ਉੱਤੇ ਕਾਲੀਆਂ ਚਾਦਰਾਂ ਪਾ ਕੇ ਜਾਣਾ, ਕਾਲੇ ਰੰਗ ਦੀਆਂ ਚਾਦਰਾਂ। ਯਾਦ ਹੈ ਨਾ?
ਤੇ ਮੈਂ ਉਹਨਾਂ ਕੋਲੋਂ ਸਪੈਸ਼ਲੀ ਡਾਈ ਕਰਵਾਈਆਂ। ਦਮਨ ਮੈਡਮ ਨੇ ਚਾਦਰਾਂ, ਕਹਿੰਦੇ ਚਾਦਰਾਂ ਮੇਰੇ ਘਰ ਵੱਡੀਆਂ ਵੱਡੀਆਂ ਪਈਆਂ, ਮੈਂ ਖਰੀਦਣੀਆਂ ਨੇ, ਮੈਂ ਉਹ ਡਾਈ ਕਰਾ ਲੈਂਦੀ ਹਾਂ। ਮੈਂ ਕਿਹਾ ਕਰਾ ਲਓ ਜੀ। ਉਹ ਵੱਡੀਆਂ ਵੱਡੀਆਂ ਜਿਹੜੀ ਡਬਲ ਬੈੱਡ ਸ਼ੀਟ ਤੋਂ ਵੀ ਜ਼ਿਆਦਾ ਵੱਡੀਆਂ ਚਾਦਰਾਂ ਉਹ ਅਸੀਂ ਡਾਈ ਕਰਵਾਈਆਂ। ਉਹਨਾਂ ਨੇ ਜਦੋਂ ਉਹਨਾਂ ਤੇ ਪਾਈਆਂ ਤਾਂ ਮੈਨੂੰ ਪਸੰਦ ਨਹੀਂ ਆਈਆਂ। ਮੈਂ ਕਿਹਾ ਇਦਾਂ ਨਹੀਂ ਮੈਂ ਪਾਉਣੀਆਂ ਜਿਵੇਂ ਤੁਸੀਂ ਆਪਣੇ ਘਰ 'ਚ ਪਾ ਰਹੇ ਹੋ। ਮੈਂ ਕਿਹਾ ਇਹਨਾਂ ਨੂੰ ਇਹ ਏਦਾਂ ਡਿੱਗਣੀਆਂ ਚਾਹੀਦੀਆਂ ਇਹਨਾਂ ਚੀਜ਼ਾਂ ਦੇ ਉੱਤੇ ਜਿਵੇਂ ਉੱਤੋਂ ਕਾਲੇ ਬੱਦਲ ਡਿੱਗ ਪਏ ਨੇ ਤੁਹਾਡੇ ਘਰ ਦੇ ਅੰਦਰ ਆ ਕੇ। ਇਹ ਚੀਜ਼ਾਂ ਏਦਾਂ ਕਵਰ ਹੋਣੀਆਂ ਚਾਹੀਦੀਆਂ, ਕਾਲੀਆਂ ਚਾਦਰਾਂ ਨਾਲ, ਵੀ ਕਾਲੇ ਬੱਦਲਾਂ ਨੇ ਸਾਰਾ ਕੁਝ ਕਵਰ ਕਰ ਲਿਆ ਤੇ ਸਿਰਫ ਤੁਹਾਡੇ ਕੋਲ ਇੱਕ ਚੁਰਾਹਾ ਬਚਿਆ ਹੈ, ਹੋਰ ਕੁਝ ਨਹੀਂ ਹੈ, ਤੇ ਆਲੇ ਦੁਆਲੇ ਬਾਕੀ ਸਾਰਾ ਕੁਝ ਕਵਰ ਹੋ ਜਾਣਾ ਚਾਹੀਦਾ। ਸੋ ਫਿਰ ਉਹਨਾਂ ਨੇ ਪ੍ਰੈਕਟਿਸ ਕੀਤੀ, ਦਮਨ ਸਾਹਿਬ ਨੇ ਵੀ, ਮੈਡਮ ਦਮਨ ਨੇ ਵੀ, ਤੇ ਉਹ ਬੜੇ ਜ਼ੋਰ ਦੀ ਉੱਪਰ ਨੂੰ ਚਾਦਰਾਂ ਸੁੱਟਦੇ ਸੀ ਖੋਲ ਕੇ, ਤੇ ਉਹ ਥੱਲੇ ਆ ਕੇ ਉੱਪਰੋਂ ਡਿੱਗਦੀਆਂ ਸੀ। ਜਿਹੜੀ ਉਹ ਵਿਜ਼ੂਅਲ ਅਜੇ ਵੀ ਮੇਰੀ ਅੱਖਾਂ ਸਾਹਮਣੇ ਹੈ, ਤੇ ਉਹ ਬਹੁਤ ਖੂਬਸੂਰਤ। ਤੇ ਉਹ ਪੈਰਾਂ ਦਾ ਮੈਂ ਚੁਰਾਹਾ ਜਿਹੜਾ ਸੀ, ਸਿਰਫ ਫਿਰ ਉਹ ਲਾਈਟਿੰਗ ਦੇ ਵਿੱਚ ਪੈਰ ਐਂਡ ਦੇ ਵਿੱਚ ਤੇ ਚੁਰਾਹਾ ਹੈ। ਤੇ ਮੈਂ ਉਹ ਉਹਨਾਂ ਦੇ ਲਾਸਟ ਜਿਹੜੀ ਜਰਨੀ ਆ, ਉਹ ਕਹਿੰਦੇ ਅਸੀਂ ਰੁਕਣਾ ਨਹੀਂ ਹੈ, ਅਸੀਂ ਤੁਰਨਾ ਹੈ। ਤਾਂ ਮੈਂ ਉਹਨਾਂ ਦੇ ਤੁਰਨ ਨੂੰ ਇੱਕ ਜਿਹੜਾ ਉਹ ਮੀਨਿੰਗ ਦਿੱਤਾ ਸੀਗਾ ਉਹਨਾਂ ਲਕੀਰਾਂ ਦੇ ਰਾਹੀਂ ਜਿਹੜਾ ਸੀ। ਭਾਜੀ ਆਪਾਂ ਨੂੰ ਹਰਵਿੰਦਰ ਬਬਲੀ ਜੀ ਦੇਖ ਰਹੇ ਨੇ, ਹਰਮੀਤ ਜੀ ਦੇਖ ਰਹੇ ਨੇ ਪਟਿਆਲੇ ਤੋਂ। ਕਿਆ ਬਾਤ। ਇੱਕ ਸਾਡੇ ਦੋਸਤ ਨੇ ਜਸ ਬਰਾੜ, ਉਹਨਾਂ ਨੇ ਟਿੱਪਣੀ ਕੀਤੀ ਕਿ ਕੇਵਲ ਧਾਲੀਵਾਲ ਸਾਡੇ ਰੰਗਮੰਚ ਦਾ ਪੰਸਾਲੀ ਹੈ। ਤੇ ਪਰ ਮੈਂ ਇਹਦੇ ਨਾਲ ਇਹ ਵੀ ਗੱਲ ਜੋੜਨੀ ਚਾਹਾਂਗਾ ਕਿ ਇਹ ਰੰਗਮੰਚ ਦੇ ਇਸ ਪੰਸਾਲੀ ਨੇ ਦਿੱਲੀ ਤੋਂ ਅੰਮ੍ਰਿਤਸਰ ਵੱਲ ਦਾ ਰਸਤਾ ਚੁਣਿਆ, ਬੰਬੇ ਵੱਲ ਜਾਂਦਾ ਰਸਤਾ ਨਹੀਂ ਚੁਣਿਆ। ਸ਼ਾਇਦ ਇਸੇ ਕਰਕੇ ਹੀ ਰੰਗਮੰਚ ਦਾ ਇਹ ਸਾਡਾ ਪੰਸਾਲੀ ਹੈ। ਇੱਕ ਟਿੱਪਣੀ ਹੋਰ ਆਈ ਨੰਦਨੀ ਸਿੰਘ ਜੀ ਵੱਲੋਂ, ਉਹ ਕਹਿੰਦੇ ਕਿ ਇੰਨੀਆਂ ਵਧੀਆ ਗੱਲਾਂ ਹੋ ਰਹੀਆਂ ਪਰ ਸਾਨੂੰ ਲੱਗਦਾ ਨਹੀਂ ਕਿ ਜਿੰਨਾ ਕੁਛ ਅਸੀਂ ਚਾਹੁੰਦੇ ਆ ਉਹ ਇੱਕ ਮੀਟਿੰਗ ਦੇ ਵਿੱਚ ਸਾਨੂੰ ਸਾਰਾ ਮਿਲ ਸਕੇਗਾ। ਇਹਨਾਂ ਕੋਲੇ ਇੰਨਾ ਕੁਛ ਹੈ। ਔਰ ਮੈਂ ਭਾਜੀ ਅਖੀਰ ਦੇ ਵਿੱਚ ਵੱਲ ਨੂੰ ਵਧਣ ਤੋਂ ਪਹਿਲਾਂ ਤੁਹਾਡੇ ਨਾਲ ਇਹ ਗੱਲ ਜ਼ਰੂਰ ਕਰਨੀ ਚਾਹਾਂ ਕਿ ਤੁਸੀਂ ਜਦੋਂ ਪਲੇ ਕਰਨਾ ਹੁੰਦਾ ਹੈ, ਕੁਝ ਪਲੇ ਤਾਂ ਤੁਸੀਂ ਉਹ ਚੁਣਦੇ ਹੋ ਜਿਨ੍ਹਾਂ ਦੇ ਵਿੱਚ ਆਲਰੇਡੀ ਮਿਊਜ਼ਿਕ ਹੁੰਦਾ, ਖਾਸ ਕਰਕੇ ਸਵਰਾਜ ਹੋਰਾਂ ਦੇ ਜਿਹੜੇ ਪਲੇ ਹੁੰਦੇ ਨੇ। ਪਰ ਬਹੁਤ ਸਾਰੇ ਪਲੇ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਵੱਖ-ਵੱਖ ਬੰਦਿਆਂ ਕੋਲੋਂ ਗੀਤ ਲਿਖਵਾਉਂਦੇ ਹੋ। ਉਹਦੇ 'ਚ ਕਦੇ ਕਦੇ ਮੈਂ ਵੀ ਆ ਜਾਂਦਾ, ਪਰ ਮੈਂ ਆਪਣੀ ਗੱਲ ਨਹੀਂ ਕਰ ਰਿਹਾ, ਮੈਂ ਵੈਸੇ ਇਹ ਗੱਲ ਕਰ ਰਿਹਾ ਕਿ ਜਦੋਂ ਤੁਸੀਂ ਕਿਸੇ ਨਾਟਕ ਨੂੰ ਚੂਜ਼ ਕਰਦੇ ਹੋ ਔਰ ਖਾਸ ਕਰਕੇ ਉਹਦੇ ਲਈ ਗੀਤਾਂ ਨੂੰ ਚੁਣਨ ਲਈ ਵੀ ਤੁਸੀਂ ਇੱਕ ਬੰਦਾ ਲੱਭਦੇ ਹੋ ਕਿ ਇਸ ਨਾਟਕ ਦੇ ਲਈ ਮੈਨੂੰ ਆਹ ਬੰਦਾ ਹੀ ਸਭ ਤੋਂ ਜ਼ਿਆਦਾ ਮੇਰੇ ਲਈ ਹੈਲਪਫੁਲ ਹੋ ਸਕਦਾ। ਹਾਲਾਂਕਿ ਤੁਹਾਡੇ ਕੋਲੇ ਬਹੁਤ ਲੋਕ ਨੇ ਜਿਨ੍ਹਾਂ ਕੋਲੋਂ ਤੁਸੀਂ ਗੀਤ ਲਿਖਵਾ ਸਕਦੇ। ਈਵਨ ਮੈਂ ਇਹ ਵੀ ਕਹਾਂਗਾ ਕਿ ਕਈ ਵਾਰ ਤੁਸੀਂ ਇਹ ਵੀ ਦੇਖ ਲੈਂਦੇ ਕਿ ਇਸ ਰੋਲ ਲਈ ਆਹ ਐਕਟਰ ਹੀ ਮੇਰੇ ਕੰਮ ਦਾ ਵਾ। ਜਿਵੇਂ ਇਤਿਹਾਸ ਦੇ ਸਫ਼ੇ ਤੇ ਲਈ ਤੁਸੀਂ 1 ਮਿੰਟ ਦੇ ਵਿੱਚ ਫੋਟੋਆਂ ਦੇਖਦਿਆਂ ਕਹਿਤਾ ਕਿ ਲਿਆਓ ਭਾਜੀ ਨੂੰ ਕਹਿੰਦੇ ਆ ਕਿ ਇਸ ਨਾਟਕ ਦੇ ਲਈ ਸਾਨੂੰ ਅਨੀਤਾ ਨੂੰ ਭੇਜ ਦਿਓ, ਅਸੀਂ ਗੁਲਾਬ ਕੌਰ ਇਹਦੇ ਕੋਲੋਂ ਹੀ ਕਰਾਉਣਾ। ਤੁਸੀਂ ਇੱਕ ਤਾਂ ਇਸ ਤਰੀਕੇ ਦੇ ਨਾਲ ਫਿਰ ਕਲਾਕਾਰ ਕੌਣ ਹੋ ਸਕਦਾ, ਏਦਾਂ ਹੀ ਤੁਸੀਂ ਗੀਤਕਾਰ ਤੁਹਾਡੇ ਨਾਟਕਾਂ ਲਈ ਕੌਣ ਹੋ ਸਕਦਾ। ਮਿਊਜ਼ਿਕ ਡਾਇਰੈਕਟਰ ਤੇ ਚਲੋ ਸਾਡੀ ਇੱਕ ਤਰ੍ਹਾਂ ਨਾਲ ਬੰਦਿਸ਼ ਹੁੰਦੀ, ਹਮੇਸ਼ਾ ਨਹੀਂ ਅਸੀਂ ਬਦਲ ਸਕਦੇ ਹੁੰਦੇ, ਪਰ ਇਹ ਜਿਹੜੀਆਂ ਚੀਜ਼ਾਂ ਤੁਸੀਂ ਬਦਲਦੇ ਹੋ, ਐਕਟਰ ਦੀ ਚੋਣ ਕਰਨੀ ਔਰ ਖਾਸ ਕਰਕੇ ਨਾਟਕਾਂ ਦੀ ਗੀਤਕਾਰ ਦੀ ਚੋਣ ਕਰਨ ਵੇਲੇ ਤੁਸੀਂ ਕਿੰਨਾ ਗੱਲਾਂ ਨੂੰ ਖਿਆਲ 'ਚ ਰੱਖਦੇ, ਇਹ ਵੀ ਇੱਕ ਡਿਜ਼ਾਈਨਿੰਗ ਦਾ ਹਿੱਸਾ ਹੈ। ਬਿਲਕੁਲ ਮੈਂ ਇਸ ਗੱਲ ਤੋਂ ਬਹੁਤ ਕਲੀਅਰ ਹਾਂ। ਮੈਂ ਕਈ ਵਾਰੀ ਮੇਰੇ ਬੜੇ ਸੀਨੀਅਰ ਕਲਾਕਾਰ ਮੈਨੂੰ ਕਹਿੰਦੇ ਆ ਕਿ ਕੇਵਲ ਤੁਸੀਂ ਸਾਨੂੰ ਬੁਲਾਇਆ ਨਹੀਂ ਬੜੀ ਦੇਰ ਦਾ। ਮੈਂ ਕਿਹਾ ਅਜੇ ਤੁਹਾਡੇ ਬੁਲਾਉਣ ਜੋਗਾ ਮੇਰੇ ਕੋਲ ਕੁਝ ਹੈਗਾ ਨਹੀਂ ਹੈ। ਵੀ ਇੱਕ ਐਕਟਰ ਜਿਹੜਾ ਜਿਵੇਂ ਮੰਨ ਲਓ ਜਤਿੰਦਰ ਕੌਰ ਹੈ ਨਾ, ਜਤਿੰਦਰ ਕੌਰ ਦੇ ਕਰਨ ਜੋਗਾ ਉਸ ਤਰ੍ਹਾਂ ਦਾ ਦਮਦਾਰ ਉਸ ਏਜ ਦਾ ਰੋਲ ਜੇਕਰ ਹੋਏਗਾ ਮੈਂ ਤਾਂ ਹੀ ਬੁਲਾਵਾਂਗਾ ਜਤਿੰਦਰ ਕੌਰ ਨੂੰ। ਜਿਵੇਂ ਮੈਂ ਫੋਟੋ ਦੇਖਦੇ ਮੈਂ ਕਿਹਾ ਇਹ ਅਨੀਤਾ ਤੋਂ ਬਗੈਰ ਹੋਰ ਕੋਈ ਰੋਲ ਨਹੀਂ ਕਰ ਸਕਦੀ ਕੁੜੀ। ਉਹਦਾ ਚਿਹਰਾ ਮੋਹਰਾ, ਉਹਦੀ ਬਾਡੀ, ਉਹਦੀ ਆਵਾਜ਼, ਉਹਦੀ એનર્ਜੀ, ਇਹ ਇਹਨੂੰ ਸੂਟ ਕਰਦੀ ਇਸ ਕਰੈਕਟਰ। ਬੜੇ ਸਾਰੇ ਮੇਰੇ ਕੋ ਇਸ ਤਰ੍ਹਾਂ ਦੇ ਮੇਰੇ ਕੋ ਆਲਰੇਡੀ ਐਕਟਰ ਨੇ ਜਿਹੜੇ ਕਿ ਮੇਰੇ ਨਾਲ ਲਗਾਤਾਰ ਬੜੇ ਸਾਲ ਹੀਰੋ ਦਾ ਕੰਮ ਕਰਦੇ ਆ। ਅਚਾਨਕ ਉਹਨਾਂ ਨੂੰ ਮੈਂ ਕੋਈ ਹੋਰ ਰੋਲ ਦੇ ਦੇਣਾ, ਅੱਛਾ ਦੂਜੇ ਕਹਿਣਗੇ ਇਹਦੇ ਵਿੱਚ ਇਹਦੇ ਮੇਨ ਨਹੀਂ ਕਰਨਾ। ਮੈਂ ਕਿਹਾ ਨਹੀਂ, ਇਹਦੇ ਵਿੱਚ ਇਹ ਮੇਨ ਵਾਲਾ ਨਹੀਂ ਹੈ, ਇਹਦਾ ਇਹ ਹੀ ਰੋਲ ਠੀਕ ਹੈ। ਕਿ ਤੁਗਲਕ ਅਗਰ ਮੈਂ ਕਰਾਂਗਾ ਤਾਂ ਮੈਨੂੰ ਲੱਗਦਾ ਕਿ ਤੁਗਲਕ ਮੈਂ ਕੀਤਾ ਤੇ ਪਵੇਲ ਨੂੰ ਮੈਂ ਬਹੁਤ ਸਾਲਾਂ ਬਾਅਦ ਕੋਈ ਲੀਡਿੰਗ ਰੋਲ ਦਿੱਤਾ। ਗੁਰਤੇਜ ਮਾਨ ਸਾਡਾ ਬੜਾ ਲੀਡਿੰਗ ਐਕਟਰ ਹੈ, ਪਰ ਗੁਰਤੇਜ ਨੇ ਦੂਜਾ ਰੋਲ ਕੀਤਾ, ਉਹਨੂੰ ਪਤਾ ਸੀ ਛੋਟਾ ਰੋਲ ਕੀਤਾ, ਉਹ ਕਹਿੰਦਾ ਹਾਂ ਭਾਜੀ ਇਹਦੇ ਲਈ ਪਵੇਲ ਹੀ ਸੂਟ ਕਰਦਾ ਹੈ ਲੀਡਿੰਗ ਕਰੈਕਟਰ ਵਾਸਤੇ, ਬਹੁਤ ਵਧੀਆ। ਸੋ ਮੈਂ ਨਾ ਬਹੁਤ ਕਲੀਅਰ ਆ ਬੜਾ। ਜੇਕਰ ਮੈਨੂੰ ਬਾਹਰੋਂ ਵੀ ਐਕਟਰ ਮੰਗਾਉਣਾ ਪੈ ਜਾਏ ਆਪਣੇ ਉਹਦੇ ਲਈ ਤਾਂ ਮੈਂ ਜ਼ਰੂਰ ਹਰ ਹੀਲਾ ਵਸੀਲਾ ਵਰਤ ਕੇ ਉਹਨੂੰ ਮੈਂ ਬੁਲਾ ਲੈਂਦਾ ਵਾ ਐਕਟਰ ਨੂੰ ਜਿਹੜਾ ਵੀ
ਕਿਸੇ ਵੀ ਤਰ੍ਹਾਂ ਦਾ ਹੋਵੇ, ਆਪਣੇ ਮੇਰੇ ਉਹਦੇ ਲਈ ਸੂਟ ਕਰਦਾ ਹੋਵੇ ਵੀ ਇਹ ਰੋਲ ਮੈਂ ਇਹਦੇ ਕੋਲੋਂ ਹੀ ਕਰਾਉਣਾ। ਦੂਜਾ ਜਿਹੜੀ ਗੱਲ ਤੁਸੀਂ ਗੀਤਾਂ ਦੀ ਕਹੀ, ਜਿਵੇਂ ਮੇਰੇ ਕੋਲ ਸ਼ਹਿਰਯਾਰ ਹੋਰੀ ਮੇਰੇ ਬੜੇ ਨਾਟਕਾਂ ਲਈ ਗੀਤ ਲਿਖੇ, ਉਹਨਾਂ ਜਿਹੜੀ ਮੈਨੂੰ ਲੱਗਦਾ ਹੁੰਦਾ ਕਈ ਵਾਰੀ ਕਿ ਸ਼ਹਿਰਯਾਰ ਵਰਗੀ ਪੋਇਟਰੀ ਬੜੀ ਅਲੱਗ ਤਰ੍ਹਾਂ ਦੀ ਪੋਇਟਰੀ, ਪਰ ਮੇਰੇ ਕਈ ਨਾਟਕਾਂ ਨੂੰ ਬੜੀ ਸੂਟ ਕਰਦੀ। ਜਦੋਂ ਮੈਂ ਵਣਜਾਰੇ ਕੀਤਾ ਤੇ ਉਹਨਾਂ ਗੀਤ ਲਿਖਿਆ, ਦਿਲ ਦੀ ਕਹਾਂ ਜਾਂ ਘਰ ਦੀ ਜਾਂ ਰੰਗਦਾਰ ਨਗਰ ਦੀ, ਇਹ ਭੁੱਖਿਆਂ ਦੇ ਮਨਸੂਬੇ ਨੇ ਤੇ ਰੱਜੀਆਂ ਲਈ ਅਜੂਬੇ ਨੇ। ਏਦਾਂ ਹੀ ਉਹਨਾਂ ਨੇ ਜਿਹੜਾ ਗੀਤ ਲੂਣਾ ਲਈ ਕੀਤਾ ਸੀ, ਇੱਕ ਰਾਜਾ ਦੋ ਰਾਣੀਆਂ, ਇਹ ਨਹੀਂ ਖਤਮ ਕਹਾਣੀਆਂ, ਇਹ ਨਹੀਂ ਖਤਮ ਕਹਾਣੀਆਂ। ਹਾਂ, ਇਹ ਕਿਆ ਬਾਤ ਹੈ। ਉਹਦੇ ਕੋਲ ਬੜੀ ਪਿਆਰੀ ਤੰਜ਼ ਹੈ ਉਸ ਬੰਦੇ ਦੇ ਕੋਲ। ਕਈ ਗੀਤ ਸੁਰਜੀਤ ਪਾਤਰ ਹੋਰਾਂ ਨੇ ਮੇਰੇ 3-4 ਨਾਟਕਾਂ ਲਈ ਗੀਤ ਲਿਖੇ, ਲਾਲ ਬੱਤੀ ਲਈ, ਪ੍ਰਤਾਪੀ ਲਈ, ਵਾਪਸੀ ਲਈ, ਕਮਾਲ ਦੇ ਗੀਤ ਸੀਗੇ ਜਿਹੜੇ ਕਿ ਉਹ ਮੈਨੂੰ ਲੱਗਦਾ ਸੀ ਇਹ ਪਾਤਰ ਸਾਹਿਬ ਇਹਦੇ ਲਈ ਬਹੁਤ ਢੁਕਵੇਂ ਆ, ਬਹੁਤ ਵਧੀਆ ਲਿਖ ਲੈਣਗੇ। ਇੱਕ ਮੈਂ ਅੱਧਾ ਯੁੱਗ ਜਦੋਂ ਮੈਂ ਕੀਤਾ ਪੰਜਾਬੀ ਵਿੱਚ, ਤੇ ਅੱਧਾ ਯੁੱਗ ਲਈ ਮੈਂ ਸੋਚਿਆ ਕਿ ਇਹਦੇ ਲਈ ਮੈਂ ਵਾਰਾਂ ਤੇ ਢਾਡੀਆਂ ਵਾਲੇ ਗੀਤ ਯੂਜ਼ ਕਰਾਂਗਾ। ਇਹਦੇ ਲਈ ਉਹ ਸਾਡਾ ਇੱਕ ਮੁੰਡਾ NSD ਤੋਂ ਗੁਰਦੇਵ ਰੁਪਾਣੇ ਹੋਰਾਂ ਦਾ ਬੇਟਾ ਪ੍ਰੀਤ ਰੁਪਾਣਾ, ਉਹ ਬਹੁਤ ਸੋਹਣੀ ਕਵੀਸ਼ਰੀ ਤੇ ਇਹ ਇਸ ਤਰ੍ਹਾਂ ਦਾ ਗਾ ਵੀ ਲੈਂਦਾ ਵਾ। ਤੇ ਮੈਂ ਕਿਹਾ ਤੂੰ ਮੈਨੂੰ ਇਹ ਗੀਤ ਕੋਰਸ ਗੀਤ ਇਹਦੇ ਚ ਲਿਖ ਕੇ ਦੇ ਇਹਦੇ ਵਿੱਚ। ਯਾਨੀ ਮੈਂ ਏਦਾਂ ਮੈਨੂੰ ਲੱਗਦਾ ਕਿ ਜਿਹੜਾ ਪਰਟੀਕੁਲਰ ਬੰਦਾ ਹੈ, ਮੈਂ ਬੋਰਾ ਸਰਕਾਰ ਕੀਤਾ ਮਹਾਰਾਜਾ ਰਣਜੀਤ ਸਿੰਘ ਦਾ, ਉਹਦੇ ਵਿੱਚ ਮੈਂ ਕੁਝ ਸੂਫੀਆਨਾ, ਕੁਝ ਢਾਡੀ ਵਾਰਾਂ, ਕਵੀਸ਼ਰੀ, ਜਿਹੜੀ ਉਹ ਪੀਰੀਅਡ ਨਾਲ ਜੁੜਿਆ ਹੋਇਆ ਮੈਂ ਯੂਜ਼ ਕੀਤਾ। ਤੇ ਮੈਂ ਇੰਦਰਜੀਤ ਗੋਗੋਆਣੀ ਕੋਲੋਂ ਸਾਰੇ ਗੀਤ ਲਿਖਵਾਏ ਉਹਦੇ ਵਿੱਚ ਜਿੰਨੇ ਵੀ ਗੀਤ ਸੀਗੇ। ਜਿਹੜੇ ਸਵਰਾਜ ਵੀਰ ਹੋਰਾਂ ਦੇ ਨਾਟਕ, ਉਹ ਚ ਮੈਨੂੰ ਲਿਖਵਾਉਣ ਦੀ ਲੋੜ ਨਹੀਂ ਪੈਂਦੀ, ਸਵਰਾਜ ਵੀਰ ਹੋਰੀ ਖੁਦ ਲਿਖਦੇ ਆ, ਕਈ ਛੱਡਣੇ ਪੈਂਦੇ ਨੇ। ਸਹੀ ਗੱਲ ਹੈ। ਜਿਵੇਂ ਹੁਣ ਮੈਂ ਜਦੋਂ ਮੈਂ ਸੌਂਕਣ ਨਾਟਕ ਕੀਤਾ, ਮੈਂ ਕਿਸ ਠੱਗ ਨੇ ਲੁੱਟਿਆ ਸ਼ਹਿਰ ਮੇਰਾ ਕੀਤਾ, ਤੇ ਮੈਂ ਤੁਹਾਡੇ ਕੋਲੋਂ ਸ਼ਬਦੀਸ਼ ਕੋਲੋਂ ਗੀਤ ਲਿਖਵਾਏ, ਕਿਉਂਕਿ ਜਿਹੜੀ ਸੌਂਕਣ ਵਾਲੀ ਬੜੀ ਔਖੀ ਸਕ੍ਰਿਪਟ ਸੀ। ਮੈਨੂੰ ਸਾਰੇ ਕਹਿੰਦੇ ਸੀ, ਹਾਲਾਂਕਿ ਮੈਂ ਕਣਕ ਦੀ ਬੱਲੀ, ਬਲਦੇ ਟਿੱਬੇ ਵੀ ਕੀਤਾ ਹੋਇਆ ਵਾ, ਫਿਰ ਪਰ ਮੈਨੂੰ ਲੱਗਦਾ ਇਹ ਸੌਂਕਣ ਮੇਰੇ ਤੋਂ ਬਿਹਤਰ ਕੋਈ ਨਹੀਂ ਕਰ ਸਕਦਾ। ਉਹ ਨਾਟਕ ਜਿਹੜਾ ਕਿ ਉਹਦਾ ਜਿਹੜਾ ਕੰਪਲੈਕਸ ਹੈ ਜਿਹੜਾ ਉਹਦੇ ਅੰਦਰ, ਕਿ ਮਾਂ ਦੇ ਅੰਦਰੋਂ ਧੀ ਬੋਲਦੀ ਹੈ, ਮਾਂ ਦੇ ਅੰਦਰੋਂ ਜਿਹੜੀ ਧੀ ਬੋਲਦੀ ਹੈ, ਇਹ ਬੜਾ ਚੈਲੰਜਿੰਗ ਸੀਗਾ ਮੇਰੇ ਅੰਦਰ। ਤੇ ਮੈਨੂੰ ਲੱਗਾ ਵੀ ਇਹ ਅੱਛਾ, ਜੇ ਇਹਦੇ ਵਿੱਚ ਗੀਤ ਹੋਣਗੇ ਜਾਂ ਕਵਿਤਾ ਹੋਣਗੇ, ਤੁਹਾਨੂੰ ਯਾਦ ਹੋਏਗਾ ਮੈਂ ਕਈ ਚੀਜ਼ਾਂ ਤੁਹਾਨੂੰ ਕਿਹਾ ਵੀ ਕਵਿਤਾ ਚ ਲਿਖਣੀਆਂ, ਮੇਰੇ ਐਕਟਰ ਸਿਰਫ ਬੋਲਣਗੇ, ਉਹ ਗਾਉਣਗੇ ਨਹੀਂ ਇਹਦੇ ਵਿੱਚ। ਔਰ ਮੈਂ ਪਹਿਲੀ ਮਾਂ ਦੀ ਐਂਟਰੀ ਦੇ ਨਾਲ ਇੱਕ ਐਕਟਰ ਹੋਰ ਐਂਟਰੀ ਲੈਂਦਾ ਹੈ, ਜਿਹੜਾ ਕਿ ਇਮੇਜਿਨਰੀ ਕਰੈਕਟਰ ਹੈ, ਉਹ ਮਾਂ ਦਾ ਅੰਦਰ ਹੈ ਕਹਿ ਲਓ, ਤੇ ਉਹ ਦੋ ਉਹਦੇ ਕੋਲ ਲਾਲਟੈਨਾਂ ਨਹੀਂ, ਇੱਕ ਡਿਫਰੈਂਟ ਤਰ੍ਹਾਂ ਦੇ ਦੀਵੇ ਆ, ਇੱਕ ਜਗਦਾ ਇੱਕ ਨਹੀਂ ਜਗਦਾ ਦੀਵਾ, ਜਿਹੜਾ ਉਹ ਮਾਂ ਦਾ ਅੰਦਰ ਜਿਹੜਾ। ਔਰ ਉਹ ਪਹਿਲੀ ਕਵਿਤਾ ਹੀ ਉਹਦੇ ਪਿੱਛੇ ਖੜ ਕੇ ਬੋਲਦਾ, ਉਹ ਤੋਂ ਉੱਚਾ ਹੋ ਕੇ ਬੋਲਦਾ, ਔਰ ਉਹ ਦਰਵਾਜ਼ੇ 'ਚ ਖੜੀ ਹੈ ਗ੍ਰੇਸਫੁਲੀ, ਔਰ ਉਹ ਮਾਂ ਦਾ ਸਾਰਾ ਕਰੈਕਟਰ ਕਲੀਅਰ ਹੋ ਜਾਂਦਾ ਹੈ ਵੀ ਇਹ ਕੌਣ ਐਂਟਰ ਕੀਤਾ, ਇਹ ਬੋਲਦਾ ਕੌਣ ਮੇਰੇ ਅੰਦਰ ਬੋਲਦਾ। ਕਮਾਲ ਦੀ ਕਵਿਤਾ ਸੀ ਸ਼ਬਦੀਸ਼ ਤੁਹਾਡੀ। ਇੱਕ ਕਵਿਤਾ ਫਿਰ ਇੱਕ ਉਹਦੇ ਪੁੱਤਰ ਦੇ ਹਵਾਲੇ ਨਾਲ ਸੀ, ਕਿ ਪੁੱਤਰ ਨੂੰ ਜਦੋਂ ਪਤਾ ਲੱਗ ਜਾਂਦਾ ਹੈ ਕਿ ਸਾਰਾ ਆਪਣਾ ਵੀ ਮੈਂ ਕਿਹਦਾ ਬੇਟਾ ਵਾਂ, ਮਾਂ ਮੇਰੀ ਕੌਣ ਹੈ, ਭੈਣ ਮੇਰੀ ਕਿੱਦਾਂ ਮਰੀ ਹੈ, ਕੀ ਕੁਝ ਹੋਇਆ ਹੈ, ਇਹ ਕੀ ਸਾਰਾ ਕੁਝ, ਜਿਹੜਾ ਉਸ ਵੇਲੇ ਫਿਰ ਇੱਕ ਬੜੀ ਹੋਰ ਕਵਿਤਾ ਸੀ। ਤੇ ਉਹ ਮੈਂ ਸਮਝਦਾ ਕਿ ਇਹ ਚੀਜ਼ਾਂ ਜਿਹੜੀਆਂ, ਇਹ ਕਵਿਤਾਵਾਂ, ਇਹ ਗੀਤ, ਇਹ ਮੈਨੂੰ ਬੜੇ ਖੂਬਸੂਰਤੀ ਨਾਲ ਯੂਜ਼ ਕਰਨੇ ਹੁੰਦੇ ਆਪਣੇ ਡਿਜ਼ਾਈਨ ਦੇ ਵਿੱਚ। ਇੱਕ ਗੀਤ ਨੂੰ ਮੈਂ ਸਾਰਾ, ਤੁਸੀਂ ਸ਼ਾਇਦ ਹਾਲੇ ਤੱਕ ਸੌਂਕਣ ਦੇਖਿਆ ਨਹੀਂ ਹੈ। ਨਹੀਂ, ਮੈਂ ਦੇਖ ਨਹੀਂ ਸਕਿਆ। ਦੇਖੋ, ਇੱਕ ਉਹਦੇ ਵਿੱਚ ਮੈਂ ਪੂਰਾ ਉਹ ਜੰਗਲ ਜਿਹੜਾ ਵਾ, ਜੰਗਲ ਹੈ, ਉਹ ਜੰਗਲ ਮਾਂ ਆਪਣੇ ਉੱਤੇ ਲੈ ਲੈਂਦੀ, ਸਾਰਾ ਜੰਗਲ ਹੀ, ਉਹਦੇ ਥੱਲੇ ਮਾਂ ਤੇ ਪੁੱਤ ਲੁਕ ਜਾਂਦੇ ਆ, ਤੇ ਹੁਣ ਜੰਗਲ ਉੱਤੇ ਜੰਗਲ ਹੈ ਪੂਰਾ, ਤੇ ਥੱਲੇ ਮਾਂ ਪੁੱਤ ਹੈ, ਔਰ ਬੜੀ ਵੱਡੀ ਸਾਰੀ ਇੱਕ ਪਰਾਤ ਨੂੰ ਮੈਂ ਸੈਂਟਰ ਯੂਜ਼ ਕੀਤਾ ਸੀ, ਔਰ ਉਹ ਤੁਰ ਉੱਤੋਂ ਨਾ 3 ਪਰਾਂਦੀਆਂ ਲਟਕਦੀਆਂ, ਬਹੁਤ ਵੱਡੀਆਂ, ਕੋਈ 20 ਫੁੱਟ ਲੰਬੀਆਂ ਪਰਾਂਦੀਆਂ, ਜਿਹੜੀ ਮਾਂ ਦੇ ਅੰਦਰ ਧੀ ਬੈਠੀ ਹੋਈ ਆ, ਉਹ ਸਾਰੇ ਨਾਟਕ 'ਚ ਉਹ 3 ਪਰਾਂਦੀਆਂ ਦੀ ਇੱਕ ਪਰਾਂਦੀ ਬਣਾਉਂਦੀ ਰਹਿੰਦੀ ਹੈ, ਤੇ ਵਿੱਚ ਡਾਇਲੌਗ ਬੋਲਦੀ ਰਹਿੰਦੀ ਹੈ, ਪਰ ਉਹਦੀ ਗੁੱਤ ਬਣਾਉਂਦੀ ਰਹਿੰਦੀ ਹੈ, ਤੇ ਉਹ ਗੁੱਤ ਇਹੋ ਜਿਹੀ ਬਣ ਜਾਂਦੀ ਹੈ ਕਿ ਐਂਡ ਤੇ ਉਸੇ ਗੁੱਤ ਦੇ ਨਾਲ ਜਿਹੜੀ ਮਾਂ ਆ, ਉਹ ਆਪਣੀ ਨੂੰਹ ਦਾ ਕਤਲ ਕਰਦੀ ਹੈ, ਪੂਰੇ ਦਾ ਪੂਰਾ, ਜਿਹੜਾ ਕਿ ਉਹ ਇੱਕ ਪੂਰੀ ਦੀ ਪੂਰੀ ਕਿਵੇਂ ਗੋਦ ਗੁੱਦੀ ਜਾ ਰਹੀ ਹੈ। ਸੋ ਡਿਜ਼ਾਈਨ ਜਿਹੜਾ ਐਕਟਰ ਦੇ ਨਾਲ ਤੁਰਦਾ ਉਹਦੇ ਵਿੱਚ, ਉਹ 'ਚ ਮੈਂ ਬੜੇ ਸਾਰੇ ਮਿਰਰ ਯੂਜ਼ ਕੀਤੇ ਸੀਗੇ ਡਿਜ਼ਾਈਨ ਦੇ ਵਿੱਚ। ਔਰ ਮਾਂ ਜਦੋਂ ਹਰੀ ਚੁੰਨੀ ਲੈਂਦੀ ਹੈ,
ਉਸ ਦੇ ਵਿੱਚ ਮਾਂ ਜਦੋਂ ਹਰੀ ਚੁੰਨੀ ਲੈਂਦੀ ਤਾਂ ਮੈਂ ਛੋਟੀ ਜਿਹੀ ਚੁੰਨੀ ਨਹੀਂ ਯੂਜ਼ ਕਰਦਾ, ਉਹਦੇ ਵਿੱਚ ਬੜੀ ਵੱਡੀ ਚੁੰਨੀ ਯੂਜ਼ ਕਰਦਾ ਕਿ ਮੇਰੇ ਦਰਸ਼ਕਾਂ ਨੂੰ ਪਤਾ ਲੱਗ ਜਾਏ ਵੀ ਇਹ ਹਰਿਆ ਰੰਗ ਦਾ ਹੁਣ ਕੀ ਮਤਲਬ ਹੋਏਗਾ ਇਸ ਵੇਲੇ। ਸੋ ਮੈਂ ਇਸ ਕਰਕੇ ਜਿਹੜੇ ਲਾਰਜਰ ਦੈਨ ਲਾਈਫ ਜਿਹੜੀਆਂ ਚੀਜ਼ਾਂ ਨੇ, ਜਿਵੇਂ ਜਿਹੜਾ ਤੁਹਾਡਾ ਕਿਸ ਠੱਗ ਨੇ ਲੁੱਟਿਆ ਸ਼ਹਿਰ ਮੇਰਾ, ਉਹਦੇ ਵਿੱਚ ਪਹਿਲੇ ਗੀਤ ਦੇ ਵਿੱਚ ਚਾਂਦੀ ਦੇ ਪਾ ਲੈ, ਚਾਂਦੀ ਦਾ ਡਾਲ ਹੈ ਪੀੜਾ, ਸੋਨੇ ਦੇ ਪਾ ਲੈ ਬਸਤਰ, ਯਾਰ ਗਿਣਤੀਆਂ ਕਰ ਕਦੀ ਬਿੜਤੀਆਂ ਕਰ, ਉਹ ਇੰਨਾ ਖੂਬਸੂਰਤੀ ਨਾਲ ਉਹਦੇ ਵਿੱਚ ਯਾਨੀ ਤੁਸੀਂ ਗੀਤ ਦੇ ਰੂਪ ਵਿੱਚ ਡਾਇਲੌਗ ਵੀ ਲਿਖ ਦਿੱਤੇ ਸੀਗੇ ਉਹ ਜਿਹੜੇ ਪਹਿਲੇ ਗੀਤ ਦੇ ਵਿੱਚ, ਔਰ ਉਹਦਾ ਮੀਨਿੰਗ ਇੱਕ ਬਣ ਜਾਂਦਾ ਹੈ। ਔਰ ਇੱਕ ਤੁਹਾਡੇ 2 ਗੀਤ ਉਹਦੇ ਵਿੱਚ ਜਿਹੜੇ ਸੀ ਉਹ ਮੈਂ ਵੈਸੇ ਉਹ ਇੰਨੇ ਅੱਛੇ, ਮੈਂ ਕਿਹਾ ਨਹੀਂ ਜੇ ਕਿਧਰੇ ਗਾਉਂਦਿਆਂ ਹੋਇਆ ਇਹਦੇ ਕੋਈ ਲਫ਼ਜ਼ ਮਿਸ ਨਾ ਹੋ ਜਾਣ, ਤੂੰ ਵੈਸੇ ਹੀ ਬੋਲੇਗਾ, ਕਵਿਤਾ ਵਾਂਗੂ ਬੋਲੇਗਾ। ਔਰ ਐਕਟਰ ਉਹ ਬੋਲਣਾ ਕਿ ਮੈਂ ਉੱਡਣਾ ਚਾਹੁੰਦਾ ਵਾਂ ਜਦੋਂ ਤੇ ਖੰਭ ਮੈਨੂੰ ਮਿਲੇ ਪਰ ਇਹ ਰੋਕ ਦਿੱਤੇ ਗਏ, ਏਦਾਂ ਦੀ ਗੱਲ ਸੀ ਉਹ ਚ। ਸੋ ਇਹ ਮੈਂ ਇਸ ਕਰਕੇ ਵੱਖ-ਵੱਖ ਮੇਰੇ ਕੋਲ ਕਹਿ ਲਓ ਕਿ ਚਾਹੇ ਸ਼ਹਿਰਯਾਰ ਹੋਵੇ, ਸ਼ਬਦੀਸ਼ ਹੋਵੇ, ਸੁਰਜੀਤ ਪਾਤਰ ਹੋਵੇ, ਕਮਾਲ ਦੀ ਗੱਲ ਹੈ ਸਾਰੇ ਸੱਸੇ ਜੁੜੇ ਹੋਏ ਆ ਜਿੰਨੇ ਮੇਰੇ ਗੀਤਕਾਰ ਹੈ ਨਾ। ਸੁਰਜੀਤ ਜੱਜ ਦੇ ਵੀ ਮੈਂ ਗੀਤ ਯੂਜ਼ ਕੀਤੇ, ਪਰਮਿੰਦਰਜੀਤ ਦੇ ਵੀ ਪੋਇਟਰੀ, ਪਰ ਉਹ ਪੱਪਾ ਪਰਮਿੰਦਰਜੀਤ ਸੀ ਖੈਰ, ਉਹ ਵੀ ਮੈਂ ਯੂਜ਼ ਕੀਤੇ। ਹਰਵਿੰਦਰ ਹੋਰਾਂ ਦੀ ਪੋਇਟਰੀ ਨੂੰ ਮੈਂ ਕੀਤਾ, ਰਵਿੰਦਰ ਹੋਰਾਂ ਦੀ, ਰਵਿੰਦਰ ਰਵੀ ਕੈਨੇਡਾ ਵਾਲੇ, ਉਹਨਾਂ ਦੇ 9 ਨਾਟਕ ਮੈਂ ਕੀਤੇ। ਮੇਰਾ ਖਿਆਲ ਹੈ ਕਿ ਜਿਹੜੇ ਲੋਕ ਕੋਈ ਇਹ ਮੈਂ ਚਲੋ ਇੰਨਾ ਤਾਂ ਮੈਂ ਹੱਕ ਲੈ ਲੈਂਦਾ ਵਾਂ ਕਿ ਜਿਹੜੇ ਯੰਗ ਲੋਕ ਹੈ ਕਿ ਜੇਕਰ ਉਹ ਰਵਿੰਦਰ ਰਵੀ ਵਾਲੇ ਜਿਹੜੇ ਨਾਟਕ ਮੈਂ ਕੀਤੇ ਆ ਉਹਨਾਂ ਨੂੰ ਅਗਰ ਤੁਸੀਂ ਦੇਖੋ ਕਿ ਕਾਵ ਨਾਟਕ ਹੁੰਦਾ ਕਿੱਦਾਂ ਹੈ, ਤੇ ਤੁਹਾਨੂੰ ਬਹੁਤ ਕੁਝ ਚੀਜ਼ਾਂ ਦੀ ਡਿਜ਼ਾਈਨ ਤੇ ਕਵਿਤਾ ਦਾ ਮਿਲਨ ਕਿੱਦਾਂ ਹੁੰਦਾ ਹੈ ਸਟੇਜ ਦੇ ਉੱਤੇ, ਉਹ ਬੜੀਆਂ ਚੀਜ਼ਾਂ ਸਮਝ ਆਉਣਗੀਆਂ। ਤੇ ਮੇਰਾ ਖਿਆਲ ਬੜੀਆਂ ਗੱਲਾਂ ਕਰ ਲਈਆਂ ਤੇ ਸ਼ਬਦੀਸ਼ ਅਖੀਰ ਦੇ ਵਿੱਚ ਭਾਜੀ ਮੈਂ ਤੁਹਾਨੂੰ ਇੱਕ ਗੱਲ ਉਹ ਕਰਨੀ, ਜਿਹਦਾ ਹੁਣ ਡਿਜ਼ਾਈਨਿੰਗ ਨਾਲ ਕੋਈ ਸੰਬੰਧ ਨਹੀਂ ਹੈ, ਉਹ ਡਿਜ਼ਾਈਨਿੰਗ ਤੋਂ ਬਾਹਰ ਜਾ ਕੇ ਹੈ। ਗੁਰਸ਼ਰਨ ਭਾਜੀ ਜਦੋਂ ਗੱਲ ਕਰਦੇ ਹੁੰਦੇ ਸੀ ਕਲਾਕਾਰਾਂ ਨਾਲ, ਉਹ ਗੁੱਸੇ ਹੋ ਜਾਂਦੇ ਸੀ ਜਿਹੜੇ ਕਲਾਕਾਰ ਸਕ੍ਰਿਪਟ ਨਹੀਂ ਸੰਭਾਲਦੇ, ਤਾਂ ਉਹ ਹਮੇਸ਼ਾ ਕਹਿੰਦੇ ਸੀ ਮੇਰਾ ਕੇਵਲ ਸਕ੍ਰਿਪਟਾਂ ਸੰਭਾਲਦਾ ਹੁੰਦਾ ਸੀ। ਹਾਂ, ਤੁਸੀਂ ਜਦੋਂ ਗੱਲ ਕਰ ਰਹੇ ਸੀ ਕਿ ਮੈਂ ਕਿਸ ਕਿਸ ਤਰੀਕੇ ਦੇ ਫੈਬਰਿਕ ਦਾ ਇਸਤੇਮਾਲ ਕਰਦਾ, ਕਿਸ ਕਿਸ ਤਰ੍ਹਾਂ ਦੀਆਂ ਚੀਜ਼ਾਂ ਮੈਨੂੰ ਅਚਾਨਕ ਨਜ਼ਰ ਪੈ ਜਾਂਦੀਆਂ ਤਾਂ ਮੈਂ ਉਹ ਚੱਕ ਲਿਆਉਣਾ ਕਿ ਚਲੋ ਅੱਜ ਨਹੀਂ ਤੇ ਕੱਲ ਮੇਰੇ ਉਹ ਕੰਮ ਆ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਅੱਜ ਦਾ ਜਿਹੜਾ ਜੋ ਸਮਾਨ ਹੈ ਉਹਨੂੰ ਭਵਿੱਖ ਦੇ ਲਈ ਸਾਂਭਣ ਦੇ ਲਈ ਕੁਝ ਬਹੁਤ ਸਾਰੀਆਂ ਕਿਤਾਬਾਂ ਵੀ ਛਾਪੀਆਂ। ਇੱਕ ਸਾਡੇ ਸੁਣਨ ਵਾਲੇ ਦੋਸਤ ਨੇ ਕਿਹਾ ਕਿ ਕਿਤਾਬਾਂ ਬਾਰੇ ਵੀ ਜ਼ਰੂਰ ਗੱਲ ਕਰਨੀ, ਕਿਉਂਕਿ ਕਿਤਾਬਾਂ ਨੂੰ ਦੇ ਵਿੱਚ ਲੋਕਾਂ ਨੂੰ ਸੰਭਾਲਣਾ ਵੀ ਇੱਕ ਬਹੁਤ ਵੱਡਾ ਕੰਮ ਹੈ। ਵੈਸੇ ਤੇ ਤੁਸੀਂ ਡਾਕੂਮੈਂਟਰੀ ਫਿਲਮਾਂ ਵੀ ਬਣਵਾਈਆਂ ਨੇ ਖਾਸ ਕਰਕੇ ਅਕੈਡਮੀ ਵੱਲੋਂ, ਪਰ ਆਪਾਂ ਗੱਲ ਕਰਦੇ ਜਿਹੜੀਆਂ ਕੇਵਲ ਨੇ ਆਪਣੇ ਤਰੀਕੇ ਨਾਲ ਡਿਜ਼ਾਈਨ ਕੀਤੀਆਂ ਸੀ, ਜਿਨ੍ਹਾਂ ਦੇ ਵਿੱਚ ਕਿਸੇ ਸੰਸਥਾ ਦਾ ਡਾਇਰੈਕਟਲੀ ਕੋਈ ਹੱਥ ਨਹੀਂ ਸੀ। ਮੈਂ ਨਾ ਮੈਨੂੰ ਬੜਾ ਹੈਗਾ ਕਿ ਸਾਡਾ ਪੰਜਾਬੀ ਰੰਗਮੰਚ ਦਾ ਇਤਿਹਾਸ ਬੜਾ ਸਟਰੋਂਗ ਹੈ, ਸਾਡੇ ਕੋਲ ਬੜੇ ਬਿਹਤਰੀਨ ਅਦਾਕਾਰ ਰਹੇ ਨੇ, ਉਹ ਇਤਿਹਾਸ ਕਿਤੇ ਸਾਂਭ ਲਿਆ ਜਾਣਾ ਚਾਹੀਦਾ। ਸੋ ਇਸ ਕਰਕੇ ਮੈਂ ਉਹ ਕਿਤਾਬਾਂ ਦੇ ਰੂਪ ਵਿੱਚ ਮੇਰੀਆਂ ਖਿਆਲ ਹੈ ਮੇਰਾ ਹੁਣ ਤੋਂ ਜੇ ਮੈਂ ਗਿਣਤੀ ਕਰਾਂ ਤੇ ਮੇਰੀਆਂ 55 ਕਿਤਾਬਾਂ ਹੋ ਗਈਆਂ ਨੇ। 55 ਕਿਤਾਬਾਂ ਜਦੋਂ ਮੈਂ ਆਪ ਹੀ ਸੋਚਦਾ ਤਾਂ ਮੈਨੂੰ ਆਪ ਨੂੰ ਹੈਰਾਨੀ ਹੋ ਜਾਂਦੀ ਹੈ। 55 ਕਿਤਾਬਾਂ ਨੇ, ਇਹਦੇ ਵਿੱਚ ਮੇਰੇ ਆਪਣੇ ਲਿਖੇ ਹੋਏ ਨਾਟਕਾਂ ਦੀਆਂ ਵੱਖਰੀਆਂ ਨੇ ਤੇ ਮੈਂ ਸੰਪਾਦਿਤ ਕੀਤੀਆਂ ਗੁਰਸ਼ਰਨ ਭਾਜੀ ਦੇ 170 ਨਾਟਕ ਮੈਂ 7 ਜਿਲਦਾਂ ਵਿੱਚ ਸਾਂਭੇ। ਗੁਰਸ਼ਰਨ ਭਾਜੀ ਦੀਆਂ ਸਾਰੀਆਂ ਇੰਟਰਵਿਊਜ਼, ਉਹਨਾਂ ਦੀ ਡੈਥ ਤੋਂ ਬਾਅਦ ਇੱਕ ਕਿਤਾਬ ਮੈਂ ਹੋਰ ਛਾਪੀ ਅਲਵਿਦਾ ਭਾਜੀ। ਇੱਕ ਮੈਂ ਹੁਣੇ ਰੀਸੈਂਟਲੀ ਗੁਰਸ਼ਰਨ ਭਾਜੀ ਦੇ ਨਾਟਕ ਅੰਗਰੇਜ਼ੀ ਵਿੱਚ ਟਰਾਂਸਲੇਟ ਕਰਵਾਏ ਆ, ਉਹ ਵੀ ਹੈ। ਮੈਂ ਪੰਜਾਬੀ ਰੰਗਮੰਚ ਦਾ ਇਤਿਹਾਸ ਲਿਖਿਆ ਹੈ ਜਿਹੜਾ 600-700 ਪੇਜ ਦੇ ਵਿੱਚ ਹੈ, ਰੰਗਮੰਚ ਪੰਜਾਬ ਦੇ ਨਾਮ ਦੀ ਕਿਤਾਬ ਹੈ। ਇਪਟਾ ਲਹਿਰ ਦੀ ਮੈਂ ਹਿਸਟਰੀ ਸਾਂਭੀ ਹੈ ਕਿਤਾਬ ਦੇ ਰੂਪ ਚ, ਅੰਮ੍ਰਿਤਸਰ ਦਾ ਰੰਗਮੰਚ ਸਾਂਭਿਆ, ਪੰਜਾਬ ਭਰ ਦੇ ਕਲਾਕਾਰਾਂ ਦੇ ਪਤੇ ਮੈਂ ਜਿਹੜੇ ਆ ਜਿਹਨੂੰ ਕਹਿ ਲਓ ਕਿ ਉਹਨਾਂ ਦੇ ਐਡਰੈਸ ਜਿਹੜੇ ਆ ਉਹ ਡਾਇਰੈਕਟਰੀ ਸਿਰਨਾਵੇ ਦੇ ਰੂਪ ਵਿੱਚ ਸਾਂਭੇ ਆ। ਬਹੁਤ ਸਾਰੀਆਂ ਮੈਂ ਬੱਚਿਆਂ ਦੇ ਨਾਟਕਾਂ ਦੀਆਂ ਕਿਤਾਬਾਂ, ਨੁੱਕੜ ਨਾਟਕਾਂ ਦੀਆਂ ਕਿਤਾਬਾਂ, ਇਤਿਹਾਸਕ ਨਾਟਕਾਂ ਦੀਆਂ ਕਿਤਾਬਾਂ, ਸਿੱਖ ਇਤਿਹਾਸ ਦੀਆਂ ਕਿਤਾਬਾਂ, ਜੇ ਮੇਰੇ ਸੰਪਾਦਿਤ ਕੀਤੇ ਹੋਏ ਨਾਟਕ 100 ਤੋਂ ਵੱਧ ਨਾਟਕ ਮੈਂ ਕਿਹਾ ਇਹ ਇੱਕ ਲੜੀ। ਹੁਣੇ ਮੈਂ ਪਿਛਲੇ ਸਾਲ ਬਾਬਾ ਨਾਨਕ ਦੇ ਨਾਲ ਜੁੜੇ ਹੋਏ 13 ਨਾਟਕ ਮੈਂ ਇੱਕ ਕਿਤਾਬ ਜਿੱਥੇ ਬਾਬਾ ਪੈਰ ਧਰੇ ਉੱਥੇ ਉਹਦੀ ਕੀਤੀ। ਇੱਕ ਕਿਤਾਬ ਮੈਂ ਹੁਣ ਕੀਤੀ ਹੈ 9ਵੇਂ ਗੁਰੂ ਬਾਰੇ 9 ਨਾਟਕ, ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ। ਸੋ ਉਹ ਵੀ ਮੈਂ ਇੱਕ ਕਿਤਾਬ ਹੁਣ ਰੀਸੈਂਟਲੀ ਜਿਹੜੀ ਹੈ
मैं बहुत सारा संगीत दा नृत्य दा इतिहास जिहड़ा उन्हां नूं भी साਂਭਣ ਦੀ मैं बहुत सारिया किताबां विच कोशिश की, वो भी मेरिया किताबां जिहड़ियां ने कह लो कि अवेलेबल ने। सो इस तरह मैं ये सारे काम जिहड़े आ नाल जिहड़े मैं करदा रहना ते काम करदे होए मैनूं खुशी हुंदी है कि साडा इतिहास साडा जिहड़ा और जिहड़ी तुसीं स्क्रिप्ट नूं साਂਭਣ ਦੀ ਗੱਲ ਕੀਤੀ है ना, मैं शब्देश बहुत इस गल लई मैं बहुत डिसिपलिनड हाँ कि ਜਿਹੜਾ ਤੁਸੀਂ ਕੰਮ ਕਰਦੇ ਹੋ ਉਸ ਕੰਮ ਨੂੰ ਇੱਜ਼ਤ ਦਿਓ। ਤੁਸੀਂ ਆਪਣੇ ਕੰਮ ਨੂੰ ਕੀਤੇ ਹੋਏ ਕੰਮ ਨੂੰ ਇੱਜ਼ਤ ਨਾਲ ਵੇਖੋ, ਦੂਜਿਆਂ ਨੂੰ ਵੀ ਕਹੋ ਕਿ ਇੱਜ਼ਤ ਦਿਓ। ਤੁਸੀਂ ਆਪ ਇੱਜ਼ਤ ਦੋਗੇ ਤਾਂ ਦੂਜੇ ਇੱਜ਼ਤ ਦੇਣਗੇ। ਮੈਂ ਕਦੇ ਕਿਸੇ ਨੂੰ ਕਹਿਣ ਨਹੀਂ ਦਿੰਦਾ, ਮੈਂ ਵੱਡੇ ਮੈਂ ਇੱਕ ਵਾਰੀ ਕਿਸੇ ਮੰਤਰੀ ਨੂੰ ਵੀ ਕਹਿ ਦਿੱਤਾ, ਉਹ ਕਹਿੰਦਾ ਜੀ ਚਲੋ ਹੁਣ ਤੁਹਾਡੇ ਡਰਾਮੇ ਦੀ ਗੱਲ ਕਰ ਲੈਂਦੇ ਆ। ਮੈਂ ਕਿਹਾ ਸਰ ਡਰਾਮਾ ਹੁੰਦਾ, ਡਰੂਮਾ ਕੁਝ ਨਹੀਂ ਹੁੰਦਾ। मैं क्या ड्रामा ही ਹੁੰਦਾ ਤੇ ਫਿਰ ਸਾਡੇ ਡਰੂਮਾ ਕੀ ਮਤਲਬ ਹੈ ਕਿ ਅਸੀਂ ਰੰਗਮੰਚ, ਡਰਾਮਾ, ਨਾਟਕ, ਥੀਏਟਰ ਇੱਜ਼ਤ ਨਾਲ ਲਫ਼ਜ਼ ਤੁਸੀਂ ਉਸ ਨੂੰ ਪੇਸ਼ ਕਰੋ। ਜਿਹੜਾ ਵੀ ਤੁਸੀਂ ਕੋਈ ਵੀ ਗੱਲ ਕਰੋ ਸੋਹਣੇ ਤਰੀਕੇ ਨਾਲ ਗ੍ਰੇਸਫੁਲੀ ਹੋਵੋ। ਐਕਟਰ ਸ਼ੁੱਡ ਲੁਕਸ ਲਾਈਕ ਐਕਟਰ। ਏਦਾਂ ਮੈਂ ਹਮੇਸ਼ਾ ਕਹਿੰਦਾ, ਪੜ੍ਹਿਆ ਲਿਖਿਆ ਹੋਵੇ, ਗ੍ਰੇਸਫੁਲ ਹੋਵੇ, ਇੰਟੈਲੀਜੈਂਟ ਹੋਵੇ, ਤੁਹਾਨੂੰ ਪੜ੍ਹਨਾ ਚਾਹੀਦਾ ਤੇ ਆਪਣੇ ਪੇਸ਼ੇ ਨੂੰ ਇੱਜ਼ਤ ਦਿਓ, ਮਾਣ ਦਿਓ, ਆਪਣੇ ਰੰਗਮੰਚ ਨੂੰ ਮਾਣ ਦਿਓ, ਉਹਨੂੰ ਇੱਜ਼ਤ ਦਿਓ। ਮੈਂ ਤਾਂ ਬਹੁਤ ਮੇਰਾ ਸੁਪਨਾ ਹੀ ਰਹਿੰਦਾ ਹੈ ਕਿ ਆਪਣੇ ਸਾਡੀ ਇਹ ਥਾਂ ਜਿਹੜੀ ਹੈ ਇਹ ਰੰਗਮੰਚ ਦੀ ਰਾਜਧਾਨੀ ਬਣੇ। ਰਾਜਧਾਨੀ ਲੋਕੀ ਕਹਿਣ ਵੀ ਹਾਂ ਮੇਰਾ ਅੰਮ੍ਰਿਤਸਰ ਹੈ ਤਾਂ ਮੈਂ ਕਹਿੰਦਾ ਅੰਮ੍ਰਿਤਸਰ ਜਿਹੜਾ ਰੰਗਮੰਚ ਦੀ ਰਾਜਧਾਨੀ। ਸੋ ਏਦਾਂ ਦੇ ਮੈਂ ਕੰਮ ਕਰਦਾ ਰਹਿੰਦਾ। ਹਾਂ ਭਾਜੀ, ਹੁਣ ਦੋਸਤ ਜਿਹੜੇ ਸੁਣ ਰਹੇ ਸੀ ਉਹਨਾਂ ਨੇ ਇੱਕ ਗੱਲ ਜ਼ਰੂਰ ਮਹਿਸੂਸ ਕੀਤੀ ਹੋਏਗੀ ਕਿ ਕੇਵਲ ਜਦੋਂ ਬਾਬਾ ਨਾਨਕ ਬਾਰੇ ਨਾਟਕ ਇਕੱਤਰਤ ਕਰ ਰਹੇ ਨੇ, ਸੰਪਾਦਿਤ ਕਰ ਰਹੇ ਨੇ ਤੇ ਉਹਨਾਂ ਦੀ ਗਿਣਤੀ 13 ਹੈ। ਜਦੋਂ 9ਵੇਂ ਗੁਰੂ ਬਾਰੇ ਤੁਸੀਂ ਨਾਟਕ ਸੰਪਾਦਿਤ ਕਰ ਰਹੇ ਹੋ ਤਾਂ ਉਹਨਾਂ ਦੇ ਵਿੱਚ ਨਾਟਕਾਂ ਦੀ ਗਿਣਤੀ ਵੀ 9 ਆ। ਇਹ ਆਪਣੇ ਆਪ ਦੇ ਵਿੱਚ ਇੱਕ ਸਮਝਣ ਵਾਲੀ ਗੱਲ ਹੈ ਕਿ ਤੁਸੀਂ ਹਰ ਚੀਜ਼ ਨੂੰ ਕਿਵੇਂ ਸੋਚ ਕੇ ਕਰਦੇ ਹੋ। ਅਖੀਰ ਦੇ ਵਿੱਚ ਮੈਂ ਬਹੁਤ ਸਾਰੇ ਦੋਸਤਾਂ ਦੇ ਸ਼ਾਇਦ ਨਾਂ ਲੈਣੇ ਭੁੱਲ ਗਿਆ ਜਿਹੜੇ ਸਾਨੂੰ ਸੁਣ ਰਹੇ ਨੇ। ਹੁਣ ਮੈਨੂੰ ਇੱਕਦਮ ਜਿਹੜਾ ਨਾਂ ਯਾਦ ਆਇਆ, ਜਿਹੜਾ ਮੈਂ ਪਹਿਲਾਂ ਲੈਂਦਾ ਭੁੱਲ ਗਿਆ, ਜਗਜੀਤ ਸਰੀਨ ਜੀ। ਔਰ ਅਸੀਂ ਜਦੋਂ ਤੋਂ ਇਸ ਕਿਸਮ ਦੀਆਂ ਐਕਟੀਵਿਟੀਜ਼ ਹੋਣੀਆਂ ਸ਼ੁਰੂ ਹੋਈਆਂ ਨੇ ਕਰੋਨਾ ਕਾਲ ਦੇ ਵਿੱਚ, ਜਗਜੀਤ ਸਰੀਨ ਜੀ ਸਾਨੂੰ ਇੱਕ ਤੋਂ ਜ਼ਿਆਦਾ ਮੰਚਾਂ ਦੇ ਉੱਤੇ ਨਜ਼ਰ ਆਉਂਦੇ ਨੇ। ਔਰ ਮੈਂ ਸਮਝਦਾ ਸ਼ਾਇਦ ਇਹੀ ਉਹ ਲੋਕ ਨੇ ਜਿਨ੍ਹਾਂ ਕਰਕੇ ਅਸੀਂ ਕੱਲ ਨੂੰ ਕੁਛ ਨਾ ਕੁਛ ਨਵਾਂ ਕਰਨ ਦੇ ਕਾਬਿਲ ਹੋ ਸਕਾਂਗੇ, ਕਿਉਂਕਿ ਆਖਿਰਕਾਰ ਸਾਨੂੰ ਵੱਡਿਆਂ ਦਾ ਆਸ਼ੀਰਵਾਦ ਵੀ ਚਾਹੀਦਾ। ਸਾਨੂੰ ਕੱਲ ਦੇ ਜਿਹੜੇ ਬੱਚੇ ਨੇ ਉਹ ਸਾਡੇ ਵੱਡਿਆਂ ਤੋਂ ਸਿੱਖ ਕੇ ਅੱਗੇ ਜਾ ਸਕਣ। ਭਾਜੀ ਇਹਨਾਂ ਗੱਲਾਂ ਦੇ ਨਾਲ ਹੀ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ। ਔਰ ਅਸੀਂ ਕੱਲ ਫਿਰ ਮਿਲਾਂਗੇ ਨੀਲਮ ਮਾਨ ਸਿੰਘ ਹੋਰਾਂ ਨੂੰ। ਔਰ ਨੀਲਮ ਮਾਨ ਸਿੰਘ ਹੋਰਾਂ ਦੇ ਨਾਲ ਜਦੋਂ ਗੱਲਾਂ ਹੋਣਗੀਆਂ ਤਾਂ ਮੇਰੇ ਵਾਲੀ ਸੀਟ ਤੇ ਕੋਈ ਹੋਰ ਬੈਠਾ ਹੋਏਗਾ, ਪਰ ਗੱਲਾਂ ਉਹਨਾਂ ਕੋਲੋਂ ਵੀ ਅਸੀਂ ਉਹ ਸੁਣਨੀਆਂ ਚਾਹਾਂਗੇ ਜਿਨ੍ਹਾਂ ਗੱਲਾਂ ਨਾਲ ਅਸੀਂ ਪੰਜਾਬੀ ਦੇ ਰੰਗਮੰਚ ਲਈ ਜਾਂ ਈਵਨ ਦੁਨੀਆ ਭਰ ਦੇ ਰੰਗਮੰਚ ਲਈ, ਭਾਸ਼ਾ ਤਾਂ ਆਪਣੇ ਆਪ ਦੇ ਵਿੱਚ ਕੋਈ ਦੀਵਾਰ ਨਹੀਂ ਹੈ ਸਾਡੇ ਲਈ, ਅਸੀਂ ਕਿਹੋ ਜਿਹੇ ਤਜਰਬੇ ਕਰ ਸਕਦੇ ਹਾਂ ਉਹਨਾਂ ਤਜਰਬਿਆਂ ਦੀ ਵੀ ਗੱਲ ਕਰਾਂਗੇ। ਇੱਕ ਵਾਰ ਤੁਹਾਡਾ ਭਾਜੀ ਫਿਰ ਬਹੁਤ ਧੰਨਵਾਦ। ਬਿਲਕੁਲ, ਤੁਹਾਡਾ ਵੀ ਬਹੁਤ ਸ਼ੁਕਰੀਆ ਸ਼ਬਦੀਸ਼, ਨੀਤਾ, ਸੁਚੇਤਕ, ਸਾਰੇ ਦੋਸਤਾਂ ਦਾ। ਉਹ ਸਾਰੇ ਦੋਸਤ ਜਿਹੜੇ ਕਮੈਂਟ ਵੀ ਕਰ ਰਹੇ ਸੀ, ਪ੍ਰਸ਼ਨ ਵੀ ਪੁੱਛ ਰਹੇ ਸੀ, ਸੁਣ ਵੀ ਰਹੇ ਸੀ, ਬਹੁਤ ਸ਼ੁਕਰੀਆ ਦੋਸਤੋ। ਫਿਰ ਮੌਕਾ ਮਿਲਿਆ ਫਿਰ ਹੋਰ ਗੱਲਾਂ ਕਰਾਂਗੇ। ਸ਼ੁਕਰੀਆ ਭਾਜੀ, ਥੈਂਕ ਯੂ।